ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਵਾਇਸ ਆਫ ਮਾਨਵਤਾ ਦੇ ਵੱਲੋਂ ਕੀਤਾ ਹੋਇਆ ਪ੍ਰੋਗਰਾਮ ਹੈ ਜਿਹੜਾ ਹੈ ਇਹਦਾ ਨਾਮ ਹੈ ਜੀ ਟਿਪਸ ਫॉर ਗੁੱਡ ਲਾਈਫ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਜਿੰਨੇ ਵੀ ਸਰੋਤਾ ਜਨ ਨੇ ਤੇ ਅੱਜ ਦੇ ਜਿਹੜੇ ਸਪੀਕਰਸ ਨੇ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ, ਜੀ ਆਇਆਂ ਤੇ ਤੁਹਾਨੂੰ ਤੁਹਾਡੇ ਆਪੋ ਆਪਣੇ ਪਿਛੋਕੜ ਦੇ ਮੁਤਾਬਕ ਗ੍ਰੀਟਿੰਗਸ ਹੈ ਜੀ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਦਾਸ ਦਾ ਨਾਂ ਹਰਮਿੰਦਰ ਸਿੰਘ ਹੈ ਜੀ। ਸੋ ਪ੍ਰੋਗਰਾਮ ਨੂੰ ਕੋਆਰਡੀਨੇਟ ਕਰ ਰਹੇ ਨੇ ਸਰਦਾਰ ਮੇਘਰਾਜ ਸਿੰਘ ਹੁਣੀ, ਵਾਇਸ ਆਫ ਮਾਨਵਤਾ ਵਾਲੇ। ਸੋ ਪਲੀਜ਼ ਫੀਲ ਫ੍ਰੀ ਟੂ ਗਿਵ ਯਰ suggestions, donations and advice to him how we can make the program better. ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੋਊਗਾ ਜੀ। ਇਸ ਸੰਬੰਧ ਦੇ ਵਿੱਚ we want to make sure we make the program relevant to current and today's needs, and ਜਿਹੜੇ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹੜੇ ਸਿੱਖ ਥਾਟ ਨਾਲ ਉਹ ਸਾਂਝੇ ਹੋਣ ਹੈ ਜੀ। ਤੇ ਇਹ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਹੈ ਇਹ ਪਿਛਲੇ ਹਫਤੇ ਦੀ ਕੰਟੀਨਿਊਟੀ ਦੇ ਵਿੱਚੋਂ ਹੀ ਹੈ, ਜਿਹਦੇ ਵਿੱਚ ਦੋ ਟੌਪਿਕਸ ਉੱਭਰ ਕੇ ਆਏ ਸੀ। ਵੀ ਇੱਕ ਤਰ੍ਹਾਂ ਜਿਹੜੇ ਤਿਉਹਾਰ ਹੈ, ਕਿਉਂਕਿ ਜਿਹੜਾ ਲਾਸਟ ਕੁਆਟਰ ਹੈ ਅਕਤੂਬਰ ਨਵੰਬਰ ਦਸੰਬਰ ਦਾ, ਇਹਦੇ ਵਿੱਚ there many events, different fates ਦੇ ਜਿਹੜੇ ਮਨਾਏ ਜਾਂਦੇ ਨੇ ਹਾਂਜੀ। ਉਹ ਅਸੀਂ ਵੀ ਸਿੱਖ ਥਾਟ ਦੇ ਪੁਆਇੰਟ ਆਫ ਵਿਊ ਤੋਂ ਉਹ ਕਿਸ ਤਰ੍ਹਾਂ ਮਨਾਈਏ, ਉਹਨਾਂ ਦੇ ਵਿੱਚ ਕੀ ਸਿਧਾਂਤਕ ਵਿਲੱਖਣਤਾ ਹੋਵੇ, ਕਿਵੇਂ ਅਸੀਂ ਰੱਖੀਏ ਤਾਂ ਕਿ ਉਹ ਮਲਗੋਬਾ ਜਿਹਾ ਨਾ ਹੋਵੇ। ਤੇ ਨਾਲ ਦੀ ਨਾਲ ਜਿਹੜਾ ਗੁਰੂ ਨਾਨਕ ਦੇ ਘਰ ਦਾ ਥਾਟ ਹੈ ਸਾਂਝੀਵਾਲਤਾ ਦਾ, ਉਹ ਅਸੀਂ ਕਿਸ ਤਰ੍ਹਾਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਹੋਏ, ਫੈਸਟੀਵਿਟੀਜ਼ ਦੇ ਵਿੱਚ ਜਾਂਦੇ ਹੋਏ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਅਮਲੀ ਰੂਪ ਦੇ ਸਕਦੇ ਹਾਂ, ਤਾਂ ਕਿ ਜਿੱਥੇ ਦੂਜਿਆਂ ਨੂੰ ਸਾਡੇ ਬਾਰੇ ਪਤਾ ਲੱਗੇ ਸਾਨੂੰ ਵੀ ਉਹਨਾਂ ਬਾਰੇ ਪਤਾ ਲੱਗੇ, ਤਾਂ ਕਿ ਅਸੀਂ ਇੱਕ ਬੜੇ ਪਿਆਰ, ਮੁਹੱਬਤ, ਪੀਸ, ਲਵ, ਯੂਨਿਟੀ, ਡਾਈਵਰਸਿਟੀ ਜਿਹੜਾ ਮੈਸੇਜ ਹੈ ਗੁਰੂ ਨਾਨਕ ਦੇ ਘਰ ਦਾ ਉਹ ਅਸੀਂ ਦੇ ਸਕੀਏ ਹੈ ਜੀ। ਸੋ ਇਹ ਸਾਡਾ ਅੱਜ ਦਾ ਟੌਪਿਕ ਹੈ। ਸੋ ਮੈਂ ਆਲ ਰਿਕੁਐਸਟ ਈਚ ਪਾਰਟਿਸਿਪੈਂਟ ਟੂ ਜਸਟ ਸਪੀਕ ਫॉर 5 minutes in the first round and then we will go to the next round. ਦਾਸ ਦਾ ਜਿਹੜਾ ਤਿਉਹਾਰਾਂ ਦੇ ਬਾਰੇ ਜਿਹੜਾ ਨਿੱਜੀ ਵਿਚਾਰ ਇਹ ਹੈ ਕਿ ਜਿਹੜਾ ਪਿਛੋਕੜ ਇਹਦਾ ਹੈ, ਜਿਵੇਂ ਦੀਵਾਲੀ, ਦੁਸਹਿਰਾ, ਹੋਲੀ, ਇਸ ਤਰ੍ਹਾਂ ਦੇ ਜਿਹੜੇ ਉਹ ਸੱਭਿਆਚਾਰ ਦੇ ਵਿੱਚੋਂ ਜਿਹੜੇ ਤਿਉਹਾਰ ਮਨਾਏ ਜਾਂਦੇ ਸੀ, ਮਹਾਰਾਜ ਨੇ ਸੋਚਿਆ ਕਿ ਸਾਨੂੰ ਸਿੱਖਾਂ ਨੂੰ ਵੀ ਇੱਕ ਵੱਖਰੀ ਹੋਂਦ ਦੇ ਲੋੜ ਦਾ ਅਹਿਸਾਸ ਕਰਾਉਣ ਦਾ ਲੋੜ ਸੀ। ਇਸੇ ਲਈ ਉਹਨਾਂ ਨੇ ਸੈਂਟਰ ਵੀ ਬਣਾਏ ਤੇ ਸਿੱਖਾਂ ਨੂੰ ਇਹਦੇ ਨਾਲ ਜੋੜਿਆ। ਵਿਲੱਖਣਤਾ ਕੀ ਸੀ? ਵਿਲੱਖਣਤਾ ਬੜੀਆਂ ਨੇ। ਹੋਲੀ ਦੀ ਜਗ੍ਹਾ ਹੋਲਾ ਮਹੱਲਾ, ਉਹਦੇ ਆਪਣੇ ਹੀ ਗੁਣ ਨੇ। ਵੀਰ ਰਸ ਹੋਵੇ, ਸ਼ਸਤਰਧਾਰੀ ਹੋਵੇ ਹੈ ਜੀ, ਮਾਰਸ਼ਲ ਆਰਟਸ ਦੀ ਸਪਿਰਿਟ ਹੋਵੇ, ਸਿੱਖਾਂ 'ਚ ਆਜ਼ਾਦੀ ਦਾ ਅਹਿਸਾਸ ਹੋਵੇ। ਤੇ ਦੀਵਾਲੀ ਤੇ ਵਿਸਾਖੀ ਦੇ ਵਿੱਚ ਮੇਲੇ ਮਨਾਏ, ਸਿੱਖਾਂ ਨੂੰ ਕਿਹਾ ਭਾਈ, ਕਿਉਂਕਿ ਦੂਜੇ ਧਰਮਾਂ ਦੇ ਵਿੱਚ ਵੀ ਆਪਦੇ ਸੰਬੰਧ ਹੋ ਰਹੇ ਨੇ, ਉਹ ਵੀ ਲੋਕੀ ਜੋੜ ਮੇਲੇ ਕਰ ਰਹੇ ਨੇ। ਤੁਸੀਂ ਅੰਮ੍ਰਿਤਸਰ ਸਾਹਿਬ ਆਓ। ਇੱਥੇ ਆ ਕੇ ਕੀ ਕੀਤਾ, ਲੇਖਾ ਜੋਖਾ ਕਮਿਊਨਿਟੀ ਦਾ ਹੋਣ ਲੱਗਿਆ, ਕਮਿਊਨਿਟੀ ਦੀਆਂ ਅਕੰਪਲਿਸ਼ਮੈਂਟਸ ਵਗੈਰਾ ਡਿਸਕਸ ਕੀਤੀਆਂ, ਕਮਿਊਨਿਟੀ ਦੇ ਫਿਊਚਰ ਗੋਲਸ ਵਗੈਰਾ ਡਿਸਕਸ ਕੀਤੇ, ਤਾਂ ਕਿ ਕਿਤੇ ਸੋਲਿਡ ਮੁੱਦੇ ਦੇ ਉੱਤੇ ਕਮਿਊਨਿਟੀ ਸਿੱਖ ਸਮਾਜ ਦੀ ਜਿਹੜੀ ਗਰੋਥ ਐਂਡ ਡਿਵੈਲਪਮੈਂਟ ਆ ਉਹ ਹੋ ਸਕੇ ਹੈ ਜੀ। ਤੇ ਨਾਲ ਐਟ ਦੀ ਸੇਮ ਟਾਈਮ ਜਿਹੜੇ ਪੁਰਾਤਨ ਕਰਮਕਾਂਡੀ ਸਮਾਜਿਕ ਬੁਰਾਈਆਂ ਸੀਗੀਆਂ ਉਹਨਾਂ ਨੂੰ ਦੂਰ ਰੱਖ ਕੇ ਮਹਾਰਾਜ ਨੇ ਇੱਕ ਨਵੀਂ ਰੂਹ ਭਰੀ, ਆਪਾ ਸਵੈਮਾਨ ਦੀ ਆਜ਼ਾਦ ਹਸਤੀ ਜਿਹੜੀ ਸੀ ਕੌਮ ਦੀ, ਉਹਦੇ ਵਾਲਾ ਰਸ ਭਰਿਆ ਉਹਦੇ ਵਿੱਚ ਹੈ ਜੀ। ਤੇ ਅੱਜ ਅਨਫੋਰਚੂਨੇਟਲੀ ਸਾਡੇ ਵੱਲ ਨਹੀਂ ਉਹ ਜਿਹੜਾ ਉਹ ਉਹਨਾਂ ਦੇ ਪਟਾਕਿਆਂ ਦੇ ਵਿੱਚ, ਮਠਿਆਈ ਵਗੈਰਾ ਦੇ ਵਿੱਚ ਉਹ ਮਲਗੋਬਾ ਜਿਹਾ ਹੋ ਗਿਆ ਹੈ ਜੀ। ਤੇ ਉਹ ਕਰ ਰਹੇ ਆ। ਤਾਂ ਸਾਡਾ ਟਾਈਮ ਹੈ ਇਹ, ਅਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਸੁਰਜੀਤ ਕੀਤਾ ਜਾਵੇ। ਤੇ ਸੁਰਜੀਤ ਕਰਨ ਦੇ ਨਾਲ ਨਾਲ ਜਿੱਥੇ ਇਤਿਹਾਸਿਕ ਦਿਹਾੜੇ ਆ ਜਿਹੜੇ, ਚਾਹੇ ਉਹ ਹਿਸਟੋਰੀਕਲ ਅਕਾਊਂਟ ਪੁਆਇੰਟ ਵੀ ਤੋਂ ਰੈਲੇਵੈਂਟ ਨਹੀਂ, ਪਰ ਅਸੀਂ ਉਹਨਾਂ ਨੂੰ ਅੱਜ ਦੇ ਜ਼ਮਾਨੇ ਵਿੱਚ ਕਿਵੇਂ ਰੈਲੇਵੈਂਟ ਬਣਾਈਏ, ਜੇ ਉਹ ਜੋੜੇ ਵੀ ਗਏ ਨੇ ਸਾਡੇ ਨਾਲ। ਚਾਹੇ ਗੁਰੂ ਨਾਨਕ ਦੇਵ ਜੀ ਦਾ ਐਕਚੁਅਲ ਪੁਰਬ ਹੈ, ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅਪ੍ਰੈਲ 'ਚ, ਪਰ ਅਸੀਂ ਨਵੰਬਰ 'ਚ ਅਗਲੇ ਹਫ਼ਤੇ ਮਨਾਉਣਾ ਹੈ ਜੀ। ਇਹਨਾਂ ਜਿਹੜੀਆਂ ਚੀਜ਼ਾਂ, ਦੀਵਾਲੀ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਆਏ ਫਰਵਰੀ 'ਚ ਸੀ ਰਿਹਾ ਹੋ ਕੇ ਮਨਾਈ ਜਾਂਦੇ ਹਾਂ ਅਸੀਂ ਇਹਨਾਂ ਦਿਨਾਂ ਦੇ ਵਿੱਚ। ਚਾਹੇ ਉਹ ਕੀ ਵੀ ਕਾਰਨ ਨੇ, ਹਿਸਟੋਰੀਕਲ ਪੁਆਇੰਟ ਵੀ ਤੋਂ ਰੋਂਗ ਵੀ ਸੀ, ਪਰ ਜੇ ਉਹ ਬਣ ਚੁੱਕੇ ਨੇ ਸਾਡੇ ਨਾਲ, ਉਹਨਾਂ ਦੇ ਸੰਬੰਧ ਨੂੰ, ਉਹਨਾਂ ਦੀ ਜਿਹੜੀ ਅਸੀਂ ਰੈਲੇਵੈਂਸ ਹੈ ਉਹਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਜਿੱਥੇ ਅਸੀਂ ਵੀ ਸਿੱਖ ਸੰਗਤਾਂ ਬੈਠੀਆਂ ਨੇ, ਉਹ ਸਾਨੂੰ ਇਹ ਅਹਿਸਾਸ ਆਪਦੇ ਮਨਾਂ 'ਚ ਲੈ ਕੇ ਆਉਣ ਦੀ ਲੋੜ ਹੈ। ਉਹਨਾਂ ਨੂੰ ਕਿਸ ਤਰ੍ਹਾਂ ਮਨਾਈਏ ਤਾਂ ਕਿ ਉਹ ਸਾਡੇ ਜੀਵਨ ਦੇ ਵਿੱਚ ਜਿੱਥੇ ਉਹ ਰਸ ਭਰਨ, ਪ੍ਰੇਰਨਾ ਦੇਣ, ਉਤਸ਼ਾਹ ਦੇਣ, ਤੇ ਨਾਲ ਦੀ ਨਾਲ ਅਸੀਂ ਜਿਸ ਭਾਈਚਾਰੇ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਉਹਨਾਂ ਲੋਕਾਂ ਨੂੰ ਨਾਲ ਜੋੜ ਕੇ ਆਪਦੇ ਨਾਲ ਉਹ ਜਿਹੜਾ ਉਪਦੇਸ਼ ਨੇ, ਉਹਨਾਂ ਦੇ ਜਿਹੜੇ ਮੈਸੇਜ ਨੇ ਉਹ ਅਸੀਂ ਦੇ ਸਕੀਏ।
ਐਸੀ ਸਾਨੂੰ ਕਰਨ ਦੀ ਲੋੜ ਹੈ। ਇਹੀ ਮੇਰਾ ਵਿਚਾਰ ਹੈ ਇਹਦੇ ਬਾਰੇ। ਤੇ ਅੱਗੇ ਹੁਣ ਅਸੀਂ ਸਾਰਿਆਂ ਦੇ ਵਿਊ ਪੁਆਇੰਟ ਲਵਾਂਗੇ, ਪਰ ਸਭ ਤੋਂ ਪਹਿਲਾਂ ਡਾਕਟਰ ਇੰਦਰਜੀਤ ਸਿੰਘ ਵਾਸੂ ਜੀ ਹੈ, ਸਾਂਝੀਵਾਲਤਾ ਦੇ ਉੱਤੇ ਇੱਕ ਕਵਿਤਾ ਹੈ, ਉਹ ਸ਼ੇਅਰ ਕਰਨਗੇ। ਉਸ ਤੋਂ ਬਾਅਦ ਆਲ ਆਸਕ ਸਰ ਮਨਦੀਪ ਸਿੰਘ ਉਹਨਾਂ ਨੂੰ ਵੀ ਇਹ ਜਿਹੜਾ ਟੌਪਿਕ ਆਪਣੇ ਵਿਚਾਰ ਦਿਓ ਇਹਦੇ ਉੱਤੇ। ਹਾਂਜੀ ਡਾਕਟਰ ਵਾਸੂ ਸਾਹਿਬ। ਹਾਂਜੀ, ਸਭ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ। ਤੇ ਮੈਂ ਇਹ ਕਵਿਤਾ ਜੋ ਹੈ, ਜਿਨ ਪ੍ਰੇਮ ਕੀਓ, ਤੇ ਪ੍ਰੇਮ ਦੀ ਸ਼ਕਤੀ ਜੋ ਹੈ, ਪ੍ਰੇਮ ਹੀ ਹਰ ਚੀਜ਼ ਦਾ ਆਧਾਰ ਹੈ, ਬੰਦਗੀ ਵੀ ਇਹ ਹੈ, ਸ਼ਕਤੀ ਵੀ ਇਹ ਹੈ। ਤੇ ਇਸ ਦੀ ਕਵਿਤਾ ਦਾ ਸਿਰਲੇਖ ਹੈ ਜਿਨ ਪ੍ਰੇਮ ਕੀਓ। ਪਿਆਰ ਇੱਕ ਵਸੀਲਾ ਹੈ ਜੋ ਰੱਬ ਦੇ ਨਾਲ ਮਿਲਾ ਦਿੰਦਾ, ਅਤੇ ਇਸ ਖਾਕੀ ਬੰਦੇ ਨੂੰ ਇਹ ਰੱਬ ਦਾ ਰੂਪ ਬਣਾ ਦਿੰਦਾ। ਵਾਹ ਜੀ। ਪਿਆਰ ਦੀ ਚਮਕ ਅਨੋਖੀ ਹੈ, ਜਿਸ ਥਾਂ ਵੀ ਚਮਕਾਂ ਪਾਉਂਦੀ ਹੈ, ਉਹ ਥਾਂ ਪਵਿੱਤਰ ਹੁੰਦੀ ਹੈ ਤੇ ਜਿੰਦੜੀ ਬਲ ਬਲ ਜਾਂਦੀ ਹੈ। ਪਿਆਰ ਇੱਕ ਐਸਾ ਸੂਰਜ ਹੈ ਜੋ ਜ਼ਿੰਦਗੀ ਸਭ ਨੂੰ ਦਿੰਦਾ ਹੈ, ਲੰਮੀਆਂ ਬਾਹਾਂ ਇਸ ਦੀਆਂ ਇਹ ਕੁੱਲ ਸੰਸਾਰ ਵਲੇਂਦਾ ਹੈ। ਜਿਸ ਜ਼ਿੰਦਗੀ ਵਿੱਚ ਪਿਆਰ ਨਹੀਂ ਤੇ ਕਰਦੀ ਮੇਰੀ ਮੇਰੀ ਹੈ, ਤਾਂ ਸਮਝੋ ਪਿਆਰ ਤੋਂ ਹੀਣੀ ਹੈ ਤੇ ਨਿਰੀ ਖਾਕ ਦੀ ਢੇਰੀ ਹੈ। ਇੱਕ ਰੱਬੀ ਜਲਵਾ ਹੈ ਜੋ ਸਭ ਸੰਸਾਰ ਵਸਾਂਦਾ ਹੈ, ਸਾਰੇ ਸੰਸਾਰ ਦੀ ਰੌਣਕ ਹੈ, ਨਿਤ ਨਵੀਂ ਹੀ ਮਹਿਫਲ ਲਾਉਂਦਾ ਹੈ। ਪਿਆਰ ਹੀ ਵਹਿੰਦੀਆਂ ਨਦੀਆਂ ਨੂੰ ਸ਼ੌ ਸਾਗਰ ਵੱਲ ਲਿਜਾਂਦਾ ਹੈ, ਤੇ ਇਹੋ ਇੱਕ ਇੱਕ ਕਤਰੇ ਨੂੰ ਦਰਿਆ ਦਾ ਰੂਪ ਬਣਾਉਂਦਾ ਹੈ। ਇਸੇ ਦੀ ਪਿਆਰੀ ਖਿੱਚ ਅੰਦਰ ਪੰਛੀ ਘਰਾਂ ਨੂੰ ਪੁੱਜਦੇ ਨੇ, ਭੰਵਰੇ ਫੁੱਲਾਂ ਤੇ ਗਾਉਂਦੇ ਨੇ, ਪਏ ਜੁਗ ਨੂੰ ਜਗਦੇ ਬੁਝਦੇ ਨੇ। ਪਿਆਰ ਦੀ ਤਾਨ ਸੁਣੀਂਦੀ ਹੈ ਬੁਲਬੁਲ ਦੇ ਕੋਮਲ ਨਗਮੇ ਵਿੱਚ, ਇਹਦੀ ਗੂੰਜ ਬਿਰਹਨ ਦੇ ਬੋਲਾਂ ਵਿੱਚ, ਤੇ ਟੁੱਟੇ ਪਿਆਰ ਦੇ ਸਦਮੇ ਵਿੱਚ। ਇਹੋ ਇੱਕ ਪ੍ਰੇਮੀ ਦੀ ਜ਼ਿੰਦਗੀ ਹੈ ਤੇ ਸੂਰਮਿਆਂ ਦੀ ਸ਼ਕਤੀ ਹੈ, ਵਿਰਸਾ ਹੈ ਇਹ ਆਸ਼ਕਾਂ ਦਾ ਤੇ ਭਗਤਾਂ ਵਾਲੀ ਭਗਤੀ ਹੈ। ਇਹ ਫਕਰਾਂ ਦੀ ਦੌਲਤ ਹੈ, ਦਰਵੇਸ਼ਾਂ ਦਾ ਖਜ਼ਾਨਾ ਹੈ, ਇਹ ਸਭ ਹੁਨਰਾਂ ਦੀ ਪੂਜਾ ਹੈ, ਇਹ ਅਮਲੀ ਰੂਹ ਦਾ ਗਾਣਾ ਹੈ। ਇਹ ਖਾਲੀ ਖਾਲੀ ਜ਼ਿੰਦਗੀ ਲਈ ਖੁਸ਼ੀਆਂ ਦਾ ਇੱਕ ਪੈਮਾਨਾ ਹੈ, ਜਿਸ ਕੋਲੋਂ ਇਹ ਹੈ ਖੁੱਸ ਜਾਂਦਾ, ਉਹਦੇ ਲਈ ਜੱਗ ਬੇਗਾਨਾ ਹੈ। ਪਿਆਰ ਹੀ ਜੀਵਨ ਦਾ ਸੋਮਾ, ਪਿਆਰ ਹੀ ਬੰਦੇ ਦੀ ਬੰਦਗੀ, ਪਿਆਰ ਹੀ ਕੌਮਾਂ ਦੀ ਸ਼ਕਤੀ, ਪਿਆਰ ਹੀ ਕੌਮਾਂ ਦੀ ਜ਼ਿੰਦਗੀ। ਜੋ ਪਿਆਰ ਤੋਂ ਖਾਲੀ ਹੈ ਬੰਦਾ, ਤਾਂ ਸਮਝੋ ਨਿਰਾ ਹੈਵਾਨ ਹੈ ਉਹ। ਜੋ ਹਫਸ ਤ੍ਰਿਸ਼ਨਾ ਵਿੱਚ ਫਸਿਆ, ਸਮਝੋ ਕੇਵਲ ਸ਼ੈਤਾਨ ਹੈ ਉਹ। ਨੇੜੇ ਤੋਂ ਕੋਈ ਵੀ ਲੰਘਦਾ ਨਹੀਂ, ਪ੍ਰੇਤਾਂ ਦੀ ਸ਼ਮਸ਼ਾਨ ਹੈ ਉਹ। ਜੋ ਇਸ ਦੌਲਤ ਤੋਂ ਹੈ ਹੀਣਾ, ਦੱਸੋ ਕਾਹਦਾ ਇਨਸਾਨ ਹੈ ਉਹ। ਇਸ ਪਿਆਰ ਦੀ ਭੇਟਾ ਕਰ ਦਿੱਤੀਆਂ ਜਾਨਾਂ ਕਈ ਫਕੀਰਾਂ ਨੇ, ਜਿੰਦਾਂ ਕੋਮਲ ਦੇ ਦਿੱਤੀਆਂ। ਪੰਜਾਬ ਦੇ ਰਾਂਝੇ ਹੀਰਾਂ ਨੇ, ਮਨਸੂਰ ਨੂੰ ਇਸ ਦੀ ਕੀਮਤ ਸੀ, ਹਸੂਲੀ ਉੱਤੇ ਲਟਕ ਗਿਆ, ਮੌਤ ਨੂੰ ਸਾਹਮਣੇ ਤੱਕ ਉਹਨੇ ਹੱਸ ਹੱਸ ਕੇ ਅੱਗੋਂ ਇਹ ਕਿਹਾ, ਮੈਂ ਪ੍ਰੇਮ ਪਿਆਰ ਦੀ ਸਰਦਲ ਤੇ ਜ਼ਿੰਦਗੀ ਨੂੰ ਲੇਖੇ ਲਾਵਾਂਗਾ, ਤੇ ਇਹਦੀ ਭੇਟਾ ਹੋਣ ਲਈ ਮੈਂ ਖੂਨ ਦੇ ਨਾਲ ਨਹਾਵਾਂਗਾ। ਪਿਆਰ ਦੀ ਕਿੰਨੀ ਕੀਮਤ ਹੈ, ਜਾ ਪੁੱਛੋ 10ਵੇਂ ਮਾਹੀ ਤੋਂ, ਜਿਸ ਸਭ ਕੁਝ ਆਪਣਾ ਵਾਰ ਦਿੱਤਾ। ਜਾ ਪੁੱਛੋ ਸੰਤ ਸਿਪਾਹੀ ਤੋਂ ਆਖਰੀ ਹੈ ਕਿ ਵਾਰ ਕੇ ਦਿਲ ਦੇ ਟੁਕੜੇ ਜੋ ਸੁਖ ਸੰਸਾਰ ਦੀ ਮੰਗਦਾ ਹੈ, ਕੁਰਬਾਨ ਪੁੱਤਾਂ ਨੂੰ ਕਰਨ ਲਈ ਵਰਦਾਨ ਰੱਬ ਤੋਂ ਮੰਗਦਾ ਹੈ। ਵਾਰ ਕੇ ਦਿਲ ਦੇ ਟੁਕੜੇ ਜੋ ਸੁਖ ਸੰਸਾਰ ਦੀ ਮੰਗਦਾ ਹੈ, ਕੁਰਬਾਨ ਪੁੱਤਾਂ ਨੂੰ ਕਰਨ ਲਈ ਵਰਦਾਨ ਰੱਬ ਤੋਂ ਮੰਗਦਾ ਹੈ, ਵਰਦਾਨ ਰੱਬ ਤੋਂ ਮੰਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਟੀਫੁਲ, ਬਹੁਤ ਹੀ ਅੱਛੀ ਹੈ ਜੀ। ਕਿਉਂਕਿ ਪਿਆਰ ਦੇ ਵਿੱਚੋਂ ਹੀ ਜਿਹੜੀ ਸਾਂਝੀਵਾਲਤਾ ਉਪਜਦੀ ਹੈ। ਇਹ ਪਿਆਰ ਦਾ ਹੋਕਾ ਹੀ ਗੁਰੂ ਨਾਨਕ ਦੇ ਘਰ ਨੇ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਸਰਬੰਸ ਵੀ ਲਟਾਤਾ ਪਿਆਰ ਦੀ ਖਾਤਰ। ਆਉਂਦਾ ਨਾ ਜੀ, ਜਨ ਪ੍ਰੇਮ ਕੀਓ ਤੇ ਨਹੀਂ ਸਾਚ ਕਹੋ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ। ਪਰ ਜੇ ਗੇਮ ਖੇਲਣੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ कहता, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਹਾਂਜੀ, ਇਹ ਪ੍ਰੇਮ ਹੀ ਹੈ, ਪ੍ਰੇਮ ਦੇ ਵਿੱਚੋਂ ਹੀ ਸਾਂਝੀਵਾਲਤਾ ਪੈਦਾ। ਥੈਂਕ ਯੂ, ਬਿਊਟੀਫੁਲੀ ਯੂ ਸੈਟ ਦਾ ਟੋਨ। ਹਾਂਜੀ, ਆਪਾਂ ਸਰਦਾਰ ਮਨਦੀਪ ਸਿੰਘ ਜੀ,
ਤੁਸੀਂ ਕੀ ਕਹਿਣਾ ਚਾਹੋਗੇ ਇਹ ਟੌਪਿਕ ਦੇ ਉੱਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਅਗਲੇ 5 ਮਿੰਟਾਂ ਲਈ ਸਾਰੇ ਗੁਰਮੁਖ ਜਨਾਂ ਨੂੰ ਮੇਰੇ ਵੱਲੋਂ ਇਹ ਜੋ ਅੱਜ ਦਾ ਜੋ ਆਪ ਜੀ ਨੇ ਚਰਚਾ ਦਾ ਵਿਸ਼ਾ ਚੁਣਿਆ ਹੈ, ਪ੍ਰੇਮ ਦੀ ਕੀਮਤ ਜਿਹੜੀ ਹੈ ਉਹ ਕਦੀ ਵੀ, ਜੇ ਅਸੀਂ ਕਹੀਏ ਮਹਾਰਾਜ ਦੀ, ਬਾਬਾ ਕਬੀਰ ਜੀ ਦੇ ਜੋ ਬੋਲ ਹਨ ਕਿ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹਦੀ ਕੀਮਤ ਜਿਹੜੀ ਹੈ ਬਹੁਤ ਬਾਕਮਾਲ ਹੈ। ਬਾਬਾ ਨਾਮਦੇਵ ਜੀ ਨੂੰ ਪੁੱਛੀਏ ਤਾਂ ਉਹ ਕਹਿੰਦੇ ਹਨ, ਬੇਡੀ ਪ੍ਰੀਤ ਮਜ਼ਦੂਰੀ ਮੰਗੈ, ਜੋ ਕੋ ਸ਼ਾਨ ਸ਼ਵਾਵੇ ਹੋ, ਲੋਕ ਕੁਟੰਬ ਸਭ ਹੂੰ ਤੇ ਤੋਰੇ, ਤੋਂ ਆਪਨ ਬੇਡੀ ਆਵੇ। ਜੇ ਬਾਬਾ ਰਵਿਦਾਸ ਜੀ ਤੋਂ ਕੀਮਤ ਪੁੱਛਣੀ ਹੋਵੇ ਤਾਂ ਉਹ ਕਹਿੰਦੇ ਹਨ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਯਾਨੀ ਕਿ ਪ੍ਰੇਮ ਦੀਆਂ ਜਿਤਨੀਆਂ ਵੀ ਉਦਾਹਰਨਾਂ ਅਸੀਂ ਦੇ ਲਈਏ, ਤੇ ਜੇ ਅਸੀਂ ਪ੍ਰੇਮ ਦੀ ਗੱਲ ਕਰੀਏ ਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਾਕ ਹਨ ਕਿ ਮਛਲੀ ਜਿਸ ਤਰ੍ਹਾਂ ਜਲ ਤੋਂ ਬਿਨਾਂ ਨਹੀਂ ਰਹਿ ਸਕਦੀ, ਜਿਉ ਮਛਲੀ ਬਿਨ ਪਾਣੀ ਹੈ, ਜੋ ਕਿਉਂ ਜੀਵਨ ਪਾਵੈ, ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕਰੰਕੈ ਬੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੇ, ਤੇ ਉਹ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੇ। ਸੋ ਪ੍ਰੇਮ ਦੀ ਜਿਹੜੀ ਕੀਮਤ ਹੈ ਉਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਪ੍ਰੇਮ ਦੇ ਵਾਸਤੇ ਦੇਖ ਲਓ ਕਿੱਦਾਂ ਪਤੰਗਾ ਜਿਹੜਾ ਸ਼ਮਾਂ ਦੇ ਵਿੱਚ ਜਲ ਕੇ ਆਪਣੇ ਆਪ ਨੂੰ ਕੁਰਬਾਨ ਕਰ, ਜਿਹੜਾ ਹਿਰਨ ਹੈ ਉਹਨੂੰ ਜਿਹੜੀ ਉਹਦੀ ਜਿਹੜੀ ਪ੍ਰੀਤ ਹੈ, ਉਹਦੀ ਸੁਣਨ ਦੀ ਪ੍ਰੀਤ ਹੈ, ਜਦੋਂ ਉਹ ਉਸ ਨਾਦ ਦੀ ਆਵਾਜ਼ ਸੁਣਦਾ ਹੈ ਤਾਂ ਉਹ ਟਿਕ ਜਾਂਦਾ ਹੈ। ਤੇ ਸ਼ਿਕਾਰੀ ਫਿਰਦਾ ਸ਼ਿਕਾਰ ਵੀ ਕਰਦੇ ਨੇ, ਮਗਰ ਉਹ ਜਿਹੜੀ ਉਹਦੀ ਸੁਣਨ ਦੀ ਪ੍ਰੀਤ ਹੈ ਉਹਦੀ ਤੋਂ ਉਹ ਪਿੱਛੇ ਨਹੀਂ ਹਟਦਾ। ਇਸ ਤਰ੍ਹਾਂ ਹੀ ਮਛਲੀ ਦੀ ਜਿਹੜੀ ਪ੍ਰੀਤ ਹੈ ਜਲ ਦੇ ਨਾਲ ਹੈ, ਉਸ ਤੋਂ ਬਿਨਾਂ ਜੋ ਹੈ। ਤੇ ਬਾਬਾ ਰਵਿਦਾਸ ਜੀ ਨੇ ਤਾਂ ਇੱਥੇ ਤੱਕ ਵੀ ਲਿਖੇ ਦਿੱਤਾ ਕਿ ਇਹਨੂੰ ਜੇ ਕੱਟ ਵੀ ਦਿੱਤਾ ਜਾਵੇ ਮਛਲੀ ਨੂੰ, ਕਿਉਂਕਿ ਜਿਹੜਾ ਸ਼ਬਦ ਪਹਿਲਾਂ ਬੋਲਿਆ ਹਮ ਪ੍ਰੇਮ ਬੰਧਨ ਤੁਮ ਬਾਂਧੇ, ਉਹਦੇ ਵਿੱਚ ਹੀ ਇਹ ਲਫ਼ਜ਼ ਆਉਂਦੇ ਹਨ ਕਿ ਮੀਨ ਪਕੜ ਫਾਂਕਿਓ ਅਰ ਕਾਂਟਿਓ, ਰਾਂਧ ਕੀਓ ਵੋ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਕਹਿਣ ਦਾ ਭਾਵ ਇਹ ਹੈ ਕਿ ਪਾਣੀ ਦੇ ਨਾਲ ਉਹਦੀ ਇਤਨੀ ਪ੍ਰੀਤੀ ਹੈ। ਇੱਥੇ ਪਿਆਰ ਦੀ ਗੱਲ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਸਰਦਾਰ ਇੰਦਰਜੀਤ ਸਿੰਘ ਵਾਸੂ ਡਾਕਟਰ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਕਿ ਪ੍ਰੇਮ ਜਿਹੜਾ ਹੈ ਇਹ ਫਿਰ ਜ਼ਰੂਰੀ ਨਹੀਂ ਹੈ, ਇਹ ਉਹਦੀ ਕੁਦਰਤ ਜਿਹੜਾ ਕਰਤੇ ਦੀ ਕੁਦਰਤ ਹੈ। ਕਿਉਂਕਿ ਡਾਕਟਰ ਸਾਹਿਬ ਦੇ ਨਾਲ ਵੀ ਇਹ ਚੀਜ਼ ਤੇ ਦੁਪਹਿਰੇ ਵਿਚਾਰਾਂ ਹੋ ਰਹੀਆਂ ਸਨ ਕਿ ਜ਼ਰੂਰ ਆਪ ਜੀ ਨੇ ਸ਼ਾਮਿਲ ਹੋਣਾ, ਕਿਉਂਕਿ ਥੋੜੀ ਮਸ਼ਰੂਫੀਅਤ ਕਾਰਨ ਹਾਜ਼ਰ ਨਹੀਂ ਹੋ ਸਕਿਆ ਹਾਂ ਤੇ ਮੈਂ ਮੁਆਫੀ ਵੀ ਚਾਹੁੰਦਾ ਹਾਂ। ਮੇਰੇ ਮਨ ਵਿੱਚ ਚਾਅ ਹੁੰਦਾ ਹੈ ਆਪ ਗੁਰਮੁਖ ਜਨਾਂ ਨੂੰ ਸੁਣਨ ਦਾ, ਮਗਰ ਕਈ ਵਾਰੀ ਮਜਬੂਰੀਆਂ ਪੈਦਾ ਹੋ ਜਾਂਦੀਆਂ ਨੇ, ਮਗਰ ਕੋਸ਼ਿਸ਼ ਹੁੰਦੀ ਹੈ ਕਿ ਆਪ ਜੀ ਨੂੰ ਜ਼ਰੂਰ ਸੁਣਿਆ ਜਾਵੇ। ਤੇ ਮਗਰ ਕਹਿਣ ਦਾ ਮਤਲਬ ਕਿ ਸਾਂਝੀ ਵਾਲਤਾ, ਪ੍ਰੇਮ ਦੇ ਨਾਲ ਜੋ ਸਾਂਝੀ ਵਾਲਤਾ, ਹੁਣ ਕਈ ਵਾਰੀ ਅਸੀਂ ਸੋਸ਼ਲ ਮੀਡੀਆ ਦਾ ਜਿਹੜਾ ਇਸਤੇਮਾਲ ਹੈ ਉਹ ਆਪਣੇ ਹੋਰ ਹੀ ਟੈਲੈਂਟ ਦਿਖਾਉਣ ਦੇ ਵਾਸਤੇ ਕਰਨਾ ਸ਼ੁਰੂ ਕਰ ਦਿੰਦੇ ਹਾਂ, ਮਗਰ ਜੇ ਇਹਦਾ ਸਹੀ ਰੂਪ 'ਚ ਇਸਤੇਮਾਲ ਕੀਤਾ ਜਾਵੇ, ਮੈਂ ਤਕਰੀਬਨ 10 ਦਿਨਾਂ ਤੋਂ ਜਿਹੜਾ ਉਹ ਟਿਕਟੌਕ, ਉਹਦੇ ਤਾਂ ਦੁਨੀਆ ਵੈਸੇ ਬਦਨਾਮ ਹੈ ਉਹਦਾ, ਮਗਰ ਉਹਨੂੰ ਜੇ ਅਸੀਂ ਸਹੀ ਰੂਪ ਦੇ ਵਿੱਚ ਲਿਆ, ਮੈਂ ਉਹਨੂੰ ਸਹੀ ਰੂਪ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਹਦੇ ਵਿੱਚ ਮੇਰੀ ਜਿਹੜੀ ਹੈ ਗੱਲਬਾਤ ਜਿਹੜੀ ਹੈ ਅੱਜ ਕੱਲ੍ਹ ਦੇ ਨੌਜਵਾਨ ਬੱਚਿਆਂ ਦੇ ਨਾਲ, ਜ਼ਰੂਰੀ ਨਹੀਂ ਵੀ ਸਿੱਖ ਬੱਚਿਆਂ ਦੇ ਨਾਲ ਹੀ, ਜਿਹੜੇ ਬਲੈਕ ਪੀਪਲ, ਉਹ ਗੋਰੇ ਪੀਪਲ ਜਿਹੜੇ ਹੈਗੇ ਲੋਕ ਹੈਗੇ ਆ, ਸਟੂਡੈਂਟ ਜਿਹੜੇ ਹੈਗੇ ਆ, ਉਹਨਾਂ ਦੇ ਨਾਲ ਮੈਂ ਉਹਨਾਂ ਦੇ ਨਾਲ ਅਕਸਰ ਕਈ ਵਾਰੀ ਉਹਨਾਂ ਨੂੰ ਇਨਵਾਈਟ ਕਰਕੇ, ਜਿਸ ਤਰ੍ਹਾਂ ਅਸੀਂ ਆਪਸ ਵਿੱਚ ਕਰਦੇ ਹਾਂ, ਤੇ ਆਪਣੇ ਧਰਮ ਦਾ ਉਪਦੇਸ਼ ਉਹ ਮੈਨੂੰ ਪੱਗ ਵਾਲੇ ਜਦੋਂ ਸਵਾਲ ਕਰਦੇ ਹਨ, ਫਿਰ ਮੈਂ ਉਹਨਾਂ ਦੇ ਜੀਵਨ ਦੇ ਬਾਰੇ, ਕਈ ਬੜੇ ਹਤਾਸ਼ ਹੋਏ ਹੁੰਦੇ ਹਨ, ਡਿਪਰੈਸ ਹੋਏ ਹੁੰਦੇ ਹਨ, ਉਹਨਾਂ ਨੂੰ ਫਿਰ ਇੱਕ ਚੰਗੀ ਸਿੱਖਿਆ ਜਿਹੜੀ ਹੈ ਜੋ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ ਕਿ ਅਸੀਂ ਪ੍ਰੇਮ ਦੇ ਨਾਲ ਵੀ ਰਹਿਣਾ ਹੈ, ਤੇ ਜਿਹੜੀ ਸਾਂਝੀ ਵਾਲਤਾ ਦਾ ਇਹਦਾ ਫੈਲਾਅ ਹੋਰ ਹੋਵੇ। ਇਹਦੀ ਮੇਰੀ ਸੋਚ ਹੁੰਦੀ ਹੈ ਕਿ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਵੀ ਜਿਹੜਾ ਪ੍ਰੇਮ ਜਾਂ ਸਾਂਝੀ ਵਾਲਤਾ ਨੂੰ ਫੈਲਾਉਣ ਦੇ ਵਾਸਤੇ ਕਰੀਏ। ਇਹ ਹਮੇਸ਼ਾ ਜ਼ਰੂਰੀ ਨਹੀਂ ਕਿ ਅਸੀਂ ਇੱਥੇ ਬਚਨ ਬੋਲ ਜਾਣੇ ਨੇ, ਇਹਨਾਂ ਬਚਨਾਂ ਨੂੰ ਅੱਗੇ ਫੈਲਾਉਣਾ ਵੀ ਜਿਹੜਾ ਹੈ ਸਾਡਾ ਮਕਸਦ ਹੋਣਾ ਚਾਹੀਦਾ ਹੈ। ਹੁਣ ਇਹ ਹੈਲੋਵੀਨ ਦਾ ਜਿਹੜਾ ਤਿਉਹਾਰ ਹੈ, ਇਹਦੇ ਵਿੱਚ ਸ਼ਾਇਦ ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਹਨ, ਚੰਗੀਆਂ ਹਨ, ਮਾੜੀਆਂ ਹਨ, ਉਹ ਕੀ ਕਰਦੇ ਹਨ, ਤਰਕ ਦੇ ਆਧਾਰ ਤੇ ਉਹ ਚੀਜ਼ਾਂ ਠੀਕ ਹਨ ਜਾਂ ਨਹੀਂ ਹਨ, ਮਗਰ ਉਹਨਾਂ ਦੇ ਨਾਲ ਪ੍ਰੇਮ ਪਿਆਰ ਬਣਾਉਣਾ, ਉਹਨਾਂ ਦੇ ਨਾਲ ਇੱਕ ਇੰਟਰੈਕਸ਼ਨ ਬਣਾਉਣੀ,
ਜਿਹੜਾ ਹੈ ਇੱਕ ਹਿੱਸਾ ਹੁੰਦਾ ਹੈ ਕਿ ਅਸੀਂ ਵੀ ਤੁਹਾਨੂੰ ਉਨਾ ਹੀ ਪਿਆਰ ਕਰਦੇ ਹਾਂ। ਪਿਆਰ ਦੇ ਆਧਾਰ ਤੇ ਤੁਸੀਂ ਸਾਨੂੰ ਕਬੂਲੋ ਤੇ ਤੁਸੀਂ ਸਾਨੂੰ ਵੀ ਕਬੂਲਣਾ ਹੈ। ਸੋ ਇਸ ਤਰੀਕੇ ਦੇ ਨਾਲ ਪਿਆਰ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਆਪਣੀ ਕਮਿਊਨਿਟੀ ਤੱਕ ਜਾਂ ਆਪਣੇ ਦੇਸ਼ ਤੱਕ, ਇਹ ਪੂਰੇ ਸੰਸਾਰ ਦੇ ਵਾਸਤੇ ਤੁਹਾਨੂੰ ਪਿਆਰ ਵੰਡਣ ਦੇ ਵਾਸਤੇ ਪ੍ਰਮਾਤਮਾ ਨੇ ਭੇਜਿਆ ਹੈ। ਮੇਰੀ ਇਹ ਸੋਚਣੀ ਹੈ ਕਿ ਜਿੱਥੇ ਵੀ ਅਸੀਂ ਰਹੀਏ, ਜਿੱਥੇ ਜਾਏ ਬਈਏ, ਭਲਾ ਕਹੀਏ। ਕਹਿਣ ਦਾ ਭਾਵ ਹੈ ਕਿ ਝੋਲ ਅੰਮ੍ਰਿਤ ਪੀਜੈ, ਉਹ ਜਿਹੜਾ ਨਾਮ ਬਾਣੀ ਜੋ ਅੰਮ੍ਰਿਤ ਹੈ ਉਹਦਾ ਪ੍ਰੇਮ ਦਾ ਛੱਟਾ ਸਾਡਾ ਫਰਜ਼ ਹੈ ਕਿ ਜਿੱਥੇ ਜਿੱਥੇ ਸਾਨੂੰ ਮੌਕਾ ਮਿਲੇ ਉਹ ਪ੍ਰੇਮ ਨੂੰ ਜਿਹੜਾ ਹੈ ਉਹ ਵੰਡਣਾ ਚਾਹੀਦਾ ਹੈ। ਇੰਨਾ ਹੀ ਮੈਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਹੁਣ ਮੈਂ ਜੋ ਹੈ ਉਹ ਆਪ ਜੀ ਨੂੰ ਜੋ ਹੈ ਇਤਨਾ ਹੀ ਮੇਰੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਤੁਹਾਡਾ ਬਹੁਤ ਬਹੁਤ ਅੱਛਾ ਤੁਸੀਂ ਨਾਲ ਇਹ ਰਿਲੇਟ ਕੀਤਾ। ਹੁਣ ਐਕਚੁਅਲੀ ਪ੍ਰੇਮ ਦੇ ਬਾਰੇ ਤਾਂ ਚੌਬੋਲਿਆਂ ਦਾ ਵੀ ਸ਼ਬਦ ਹੁੰਦਾ ਨਾ, ਸੁਮਨ ਜੋ ਇਸ ਪ੍ਰੇਮ ਕੀ ਦਮ ਸੇ ਹੋਤੀ ਬਾਤ, ਹੈ ਨਾ ਜੀ। ਉਹ ਕਹਿੰਦੇ ਲੰਕਾ ਇਹਦੇ ਕੋਲ ਏਡਾ ਵੱਡਾ ਰਾਜਾ ਸੀ ਰਾਵਣ ਦੇ ਕੋਲੇ, ਪਰ ਪ੍ਰੇਮ ਦੀ ਕੀਮਤ ਮਾਇਆ ਨਾਲ ਨਹੀਂ ਦੇ ਸਕਦੀ। ਪ੍ਰੇਮ ਦੀ ਕੀਮਤ ਪ੍ਰੇਮ ਦੀ ਸੋਈ ਜਾਣਾ ਜੋ ਜਿਹੜਾ ਵਪਾਰੀ ਹੁੰਦਾ ਇਸ ਗੱਲ ਦਾ, ਉਹਦੇ ਨਾਲ ਦਿੱਤੀ ਜਾਂਦੀ ਇਹਦੀ ਕੀਮਤ। ਹਾਂਜੀ, ਹੁਣ ਮੈਂ ਪੁੱਛਾਂਗਾ ਭਾਈ ਸੁੱਚਾ ਸਿੰਘ ਜੀ। ਵਾਹਿ ਖਾਲਸਾ ਵਾਹਿ ਜੀ ਫਤਿਹ ਜੀ। ਤੁਸੀਂ ਦੱਸੋ ਜੀ ਆਪਦੇ ਵਿਚਾਰ ਸਾਂਝੀਵਾਲਤਾ ਦੇ ਉੱਤੇ ਤੇ ਪ੍ਰੇਮ ਦੇ ਉੱਤੇ ਸ਼ੇਅਰ ਕਰੋ। ਹਾਂਜੀ, ਸੋ ਆਈ ਥਿੰਕ ਜਿਹੜਾ ਤੁਸੀਂ ਪਹਿਲੇ ਟੌਪਿਕ ਦਿੱਤਾ ਸੀ ਉਹ ਸੀਗਾ ਕਿ ਗੁਰਪੁਰਬ ਜਿਸ ਤਰ੍ਹਾਂ ਅਸੀਂ ਮਨਾਉਂਦੇ ਆ, ਜਾਂ ਜਿਹੜੇ ਅਮਰੀਕਨ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਉੱਥੋਂ ਦੇ ਜਿਹੜੇ ਤਿਉਹਾਰ ਵਗੈਰਾ ਮਨਾਉਂਦੇ, ਠੀਕ ਹੈ ਜੀ, ਉਹਨਾਂ ਦੇ ਨਾਲ ਸਾਡੀ ਸਾਂਝੀਵਾਲਤਾ, ਉਹਨਾਂ ਦੇ ਨਾਲ ਸਾਡੀ ਰੈਲੇਵੈਂਸੀ ਜਿਹੜੀ ਹੈ ਨਾ ਜੀ, ਉਹਦੇ ਬਾਰੇ ਸੀ ਨਾ। ਹਾਂਜੀ, ਇੱਕ ਨੰਬਰ ਤੇ ਜੀ ਮੈਂ ਬੇਨਤੀ ਇਹ ਵੀ ਜ਼ਰੂਰ ਕਰਨੀ ਹੈ ਕਿ ਜੇਕਰ ਸਾਡੇ ਪੰਥ ਦੇ ਵਿੱਚ ਕਿਸੇ ਕਾਰਨਾਂ ਦੇ ਕਰਕੇ ਪਹਿਲਾਂ ਕਾਰਨ ਸੀਗੇ, ਉਹਨਾਂ ਕਾਰਨਾਂ ਦਾ ਕੋਈ ਐਡਾ ਔਖਾ ਨਹੀਂ ਗਾ, ਸਾਰੇ ਸਾਨੂੰ ਲੱਭਦੇ ਆ ਕਿਉਂ ਕੀਤਾ ਸੀਗਾ। ਸ਼ੈਤਾਨੀ ਦੇ ਨਾਲ ਕਿਸੇ ਨੇ ਚੇਂਜ ਕੀਤੀ ਸੀ ਸਾਡੀ ਡੇਟਸ, ਉਹਨਾਂ ਨੇ ਸਾਨੂੰ ਗਲਤ ਪਾਸੇ ਜੋੜਿਆ ਸੀਗਾ, ਠੀਕ ਹੈ ਜੀ। ਤੇ ਜੇਕਰ ਹੁਣ ਸਾਨੂੰ ਕੋਈ ਸਹੀ ਰਸਤਾ ਮਿਲ ਗਿਆ, ਕੋਈ ਸਹੀ ਜਿਹੜੀਆਂ ਓਰੀਜਨਲ ਡੇਟਸ ਮਿਲ ਗਈਆਂ ਜਿਹੜੀਆਂ ਹਰ ਸਾਲ ਉਹੀ ਰਹਿਣੀਆਂ, ਤੇ ਮੇਰੇ ਖਿਆਲ ਇਸ ਵੇਲੇ ਜਿਹੜਾ ਮੀਡੀਆ ਤੋਂ ਪਤਾ ਲੱਗਦਾ ਜੀ ਕਿ ਮੋਰ ਦੈਨ 50% ਗੁਰਦੁਆਰੇ ਵਰਲਡ ਵਾਈਡ ਜਿਹੜੇ ਨਵੀਂ ਸੋਚ ਦੇ ਨਾਲ ਜੁੜ ਗਏ ਆਲਰੇਡੀ। ਤੇ ਆਈ ਥਿੰਕ ਜਿਹੜਾ ਸਿੱਖ ਹੈ ਤੇ ਹਮੇਸ਼ਾ ਸਿੱਖਣੇ ਵਾਲੇ ਦਾ ਨਾਂ ਹੀ ਸਿੱਖ ਜਿਹੜਾ ਸੀਕਰ ਆਫ ਦ ਟਰੂਥ, ਸੋ ਜਿਹੜਾ ਰਿਐਲਿਟੀ ਨੂੰ ਜਾਣਦਾ, ਸਮਝਦਾ, ਸਮਝਣ ਦੀ ਕੋਸ਼ਿਸ਼ ਕਰਦਾ ਤੇ ਜਾਣਨ ਤੋਂ ਬਾਅਦ ਉਹਦੇ ਨਾਲ ਜੁੜਦਾ ਹੈ। ਫਿਰ ਜੇਕਰ ਅਸੀਂ ਪਹਿਲਾਂ ਕਿਸੇ ਵੀ ਕਾਰਨ ਨਾ ਸਮਝੀ ਕਾਰਨ ਅਸੀਂ ਨਹੀਂ ਮਨਾਉਂਦੇ ਸੀ ਸਹੀ ਤਰੀਕਿਆਂ ਦੇ ਨਾਲ ਸਹੀ ਟਾਈਮ ਦੇ ਉੱਪਰ, ਤੇ ਜੇਕਰ ਹੁਣ ਅਸੀਂ ਸਹੀ ਟਾਈਮ ਦੇ ਉੱਪਰ ਮਨਾਉਣ ਲੱਗ ਪਈਏ ਤੇ ਮੇਰਾ ਖਿਆਲ ਇਹ ਸਭ ਤੋਂ ਵੱਡੀ ਪ੍ਰੇਮ ਦੀ ਗੱਲ ਨਹੀਂ ਹੈ ਜੀ, ਕਿ ਪ੍ਰੇਮ ਹੋ ਗਿਆ ਸਾਡਾ ਗੁਰੂ ਦੇ ਨਾਲ, ਕਿ ਸਾਡੇ ਗੁਰੂ ਦਾ ਦਿਨ ਤੇ ਇਸ ਦਿਨ ਸੀ, ਉਸ ਦਿਨ ਅਸੀਂ ਮਨਾਉਣੀ ਸ਼ੁਰੂ ਕਰ ਦਈਏ। ਹੁਣ ਦੂਜੀ ਜਿਹੜੀ ਆਪਣੇ ਹਿੰਦੁਸਤਾਨੀ ਤਿਉਹਾਰਾਂ ਦੇ ਵਿੱਚੋਂ, ਜਿਸ ਤਰ੍ਹਾਂ ਪਿਛਲੀ ਵਾਰੀ ਵੀ ਗੱਲ ਹੋਈ ਸੀ, ਦੀਵਾਲੀ, ਦੁਸਹਿਰਾ ਵਗੈਰਾ, ਕਰਵਾ ਚੌਥ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਜਿਹੜੇ ਅਮਰੀਕਨ ਜਿਹੜੇ ਆਪਣੇ ਥੈਂਕਸਗਿਵਿੰਗ ਹੈ, ਫਿਰ ਦੂਸਰਾ ਕ੍ਰਿਸਮਸ ਦਾ ਆਉਂਦਾ ਸੀ। ਹੁਣ ਜੇਕਰ ਅਸੀਂ ਐਵੇਂ ਕਹਿੰਦੇ ਆ ਕਿ ਅਸੀਂ ਜਿਸ ਵੇਲੇ ਸਾਂਝੀਵਾਲਤਾ ਦੇ ਵਿੱਚ ਲਿਆ ਕੇ ਇਸ ਚੀਜ਼ ਨੂੰ, ਕਿ ਅਸੀਂ ਉਹਨਾਂ ਤੋਂ ਸਿੱਖੀਏ, ਉਹਨਾਂ ਨੂੰ ਕੁਛ ਸਿਖਾਈਏ। ਜਿਸ ਵੇਲੇ ਜੀ ਕੋਈ ਵੀ ਥੈਂਕਸਗਿਵਿੰਗ ਦਾ ਪ੍ਰੋਗਰਾਮ ਹੁੰਦਾ, ਅਗਰ ਅਸੀਂ ਇਨਵਾਈਟਡ ਹੈਗੇ ਜਾਂ ਕ੍ਰਿਸਮਸ ਦੇ ਪ੍ਰੋਗਰਾਮ ਤੇ ਅਸੀਂ ਕਿਸੇ ਦੇ ਘਰ ਜਾਂ ਕਿਤੇ ਇਕੱਠ ਦੇ ਵਿੱਚ ਇਨਵਾਈਟਡ ਹੈਗੇ ਆ, ਉੱਥੇ ਉਹਨਾਂ ਨੇ ਸਾਡੀ ਗੱਲ ਸੁਣਨ ਦੇ ਵਾਸਤੇ ਸਾਨੂੰ ਨੇ ਸੱਦਿਆ। ਨੰਬਰ 1 ਸਾਨੂੰ ਯਾਦ ਰੱਖਣਾ ਚਾਹੀਦਾ ਹੈ, ਉਹਨਾਂ ਨੇ ਸਿਰਫ ਤੇ ਸਿਰਫ ਸਾਨੂੰ ਸੋਸ਼ਲਾਈਜ਼ ਕਰਨ ਦੇ ਵਾਸਤੇ ਸੱਦਿਆ। ਹੁਣ ਸਾਡੇ ਕੋਲੇ ਵੱਖਰਾ ਪੋਡੀਅਮ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰੀ ਦੀ ਸ਼ਹੀਦੀ, ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ, ਤੋਂ ਇਸ ਤਰ੍ਹਾਂ ਦੇ ਹੋਰ ਕਈ ਦਿਨ ਆ ਜਾਂਦੇ ਆ, ਹੈ ਜੀ। ਤੇ ਆ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਨਿਕਲ ਕੇ ਗਿਆ ਹੁਣੇ ਜਾਈ। ਅੱਛਾ, ਤੇ ਹੁਣ ਅਸੀਂ ਕਿਉਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਇਹਨਾਂ ਪ੍ਰੋਗਰਾਮਾਂ ਦੇ ਉੱਪਰ, ਗੁਰਪੁਰਬਾਂ ਦੇ ਉੱਪਰ ਅਸੀਂ ਪ੍ਰੋਗਰਾਮ ਹੀ ਇਸ ਤਰੀਕੇ ਦੇ ਕਰੀਏ ਆਪਣੇ ਗੁਰਦੁਆਰਿਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ, ਕਿ ਜਿਹੜੇ ਅਸੀਂ ਬਾਕੀਆਂ ਨੂੰ ਸੱਦ ਕੇ ਉੱਥੇ ਆਪਣੀ ਗੱਲ ਕਰ ਸਕੀਏ, ਕਿਉਂਕਿ ਉੱਥੇ ਤਾਂ ਸਾਡੀ ਟ੍ਰੈਡੀਸ਼ਨ ਹੈ ਜਿਹੜੀ ਚੱਲਣੀ ਹੈ ਨਾ, ਉੱਥੇ ਤੇ ਅਸੀਂ ਗੱਲ ਕਰਨੀ ਧਰਮ ਦੀ ਗੱਲ ਹੋਵੇ, ਪ੍ਰੇਮ ਦੀ, ਸਾਂਝੀਵਾਲਤਾ ਦੀ ਗੱਲ ਹੋਵੇ। ਤਾਂ ਜੇ ਉੱਥੇ ਜਾਈਏ ਤੇ ਉਹਨਾਂ ਦੀ ਸੁਣ ਲਈਏ, ਉਹਨਾਂ ਨੂੰ ਸਾਡੇ ਘਰ ਸੱਦ ਲਈਏ, ਸਾਡੇ ਗੁਰੂ ਘਰ ਦੇ ਵਿੱਚ ਸੱਦ ਲਈਏ, ਉੱਥੇ ਅਸੀਂ ਆਪਣੀ ਗੱਲ ਸੁਣਾ ਦਈਏ ਉਹਨਾਂ ਨੂੰ। ਇਹ ਇੱਕ ਤਰੀਕਾ ਬੜਾ ਹੋ ਸਕਦਾ। ਤੇ ਜਿਹੜੀ ਹੈਗੀ ਹੈ ਗੱਲ ਕਿ ਦੀਵਾਲੀ ਨੂੰ ਅਸੀਂ ਮਨਾਈਏ, ਠੀਕ ਹੈ ਜੀ, 7 ਵਜੇ ਦੀ ਗੁਰਦੁਆਰਿਆਂ ਦੇ ਵਿੱਚ ਮਨਾਉਂਦੇ, ਅਸੀਂ ਵੀ ਮਨਾਉਂਦੇ ਹਾਂ। ਪ੍ਰੈਸ਼ਰ ਸਾਡੇ ਉੱਪਰ ਬਹੁਤ ਹੁੰਦਾ, ਈਵਨ ਦੋ 1 ਸਾਲ ਨਹੀਂ ਮਨਾਈ ਫਿਰ ਪ੍ਰੈਸ਼ਰ ਪੈ ਜਾਂਦਾ।
ਹੁਣ ਉਸ ਨੂੰ ਦਾਸ ਨੇ ਜਿਹੜਾ ਜੀ 2 ਸਾਲ ਤੋਂ ਲਗਾਤਾਰ ਇਹੋ ਹੀ ਕਹਿ ਕੇ ਮਨਾਇਆ, ਪਹਿਲਾਂ ਹੀ ਸੰਗਤ ਨੂੰ ਇਹ ਅਨਾਉਂਸ ਕੀਤਾ ਜਾਂਦਾ ਰਿਹਾ ਕਿ ਇਹ ਅਸੀਂ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਾਂ। ਸਿਰਫ ਦੀਵਾਲੀ ਦਾ ਤਿਉਹਾਰ, ਇੱਥੇ ਹਿੰਦੂ ਵੀਰ ਭੈਣਾਂ ਆਉਣ, ਇਹ ਉਹਨਾਂ ਦਾ ਤਿਉਹਾਰ ਅਸੀਂ ਇੱਥੇ ਗੁਰਦੁਆਰੇ ਵਿੱਚ ਮਨਾ ਰਹੇ ਹਾਂ। ਮੈਂ ਤੇ ਸਾਫ਼ ਹੀ ਕਹਿਣਾ, ਇਹਦੇ ਵਿੱਚ ਮੈਨੂੰ ਕੀ ਲੋੜ ਹੈ ਕਹਿਣ ਦੀ ਕਿ ਅਸੀਂ ਜੀ ਸਿੱਖ ਧਰਮ ਦਾ ਵੀ ਅਸੀਂ ਵਿੱਚ ਪਾੜਨਾ ਜ਼ਰੂਰੀ ਹੈ, ਲੇਕਿਨ ਗੱਲ ਅਸੀਂ ਉੱਥੇ ਕਰਦੇ ਹਾਂ, ਪਾਠ ਕਰਦੇ ਹਾਂ, ਸੋਦਰ ਦਾ ਪਾਠ ਹੋ ਜਾਂਦਾ, ਉਸ ਤੋਂ ਬਾਅਦ ਕੀਰਤਨ ਹੁੰਦਾ, ਉਹਦੇ ਵਿੱਚ ਵਿਆਖਿਆ ਹੋ ਜਾਂਦੀ ਹੈ। ਗੱਲ ਜਿਹੜੀ ਹੈ ਸਾਰੇ ਦੀ ਸਾਰੀ ਸਪਿਰਿਚੁਅਲ ਜਿਹੜੀ ਹੈ ਸਿੱਖ ਪੁਆਇੰਟ ਆਫ ਵਿਊ ਦੀ ਸਪਿਰਿਚੁਅਲਿਟੀ ਦੀ ਹੋ ਜਾਂਦੀ ਹੈ। ਲੇਕਿਨ ਜਦੋਂ ਅਸੀਂ ਕਹਿਣਾ ਕਿ ਅਸੀਂ ਕੀ ਸੈਲੀਬ੍ਰੇਟ ਕੀ ਕਰ ਰਹੇ ਹਾਂ ਅੱਜ, ਉਹ ਅਸੀਂ ਕਦੇ ਨਹੀਂ ਕਹਿੰਦੇ, ਮਿਲਗੋਬਾ ਨਹੀਂ ਕਰਦੇ ਕਿ ਜੀ ਅਸੀਂ ਗੁਰੂ ਮਹਾਰਾਜ ਦਾ ਮੰਦੀ ਛੋੜ ਵੀ ਮਨਾ ਰਹੇ ਹਾਂ ਤੇ ਦੀਵਾਲੀ ਵੀ ਮਨਾ ਰਹੇ ਹਾਂ। ਨਹੀਂ, ਉਹ ਮਿਲਗੋਬਾ ਸਾਨੂੰ ਕਰਨ ਦੀ ਜ਼ਰੂਰਤ ਨਹੀਂ, ਮਤਲਬ ਮੇਰਾ ਪਰਸਨਲ ਵਿਊ ਹੈਗਾ। ਸੋ ਇਸੇ ਤਰ੍ਹਾਂ ਜਿਹੜੇ ਹੁਣ ਗਾਂ ਸ਼ਹੀਦੀ ਦੇ ਦਿਨ ਆ ਜਾਣੇ ਆ, ਤੇ ਸ਼ਹੀਦੀ ਦੇ ਦਿਨਾਂ ਦੇ ਵਿੱਚ ਸੱਦਣਾ ਚਾਹੀਦਾ ਉਹਨਾਂ ਨੂੰ, ਸਾਨੂੰ ਸੱਦਣਾ ਚਾਹੀਦਾ। ਥੈਂਕਸ ਗਿਵਿੰਗ ਦਾ ਆ ਰਿਹਾ, ਸੋ ਆਈ ਐਮ ਇਨਵਾਈਟਡ, ਮੈਨੂੰ ਅੱਜ ਹੀ ਇਨਵੀਟੇਸ਼ਨ ਆਇਆ। ਬੋਏ ਸਕਾਊਟ ਦਾ ਜਿਹੜਾ ਇੱਥੋਂ ਦਾ ਸਾਡੇ ਪੈਨਸਿਲਵੇਨੀਆ ਦਾ ਹੈੱਡ ਹੈਗਾ, ਉਹਨੇ ਮੈਨੂੰ ਉੱਥੇ ਬੋਲਣ ਦੇ ਵਾਸਤੇ ਸੱਦਿਆ, ਪਰ ਉਹਨੇ ਸਿੱਖ ਪੁਆਇੰਟ ਆਫ ਵਿਊ ਦੇ ਬਾਰੇ ਸੁਣਨਾ, ਜਿਹੜੀ ਉਹਨਾਂ ਦੀ 10 ਕਮੈਂਡਮੈਂਟਸ ਹੈਗੀਆਂ ਉਹਨਾਂ ਦੇ ਬਾਰੇ ਦੇ ਵਿੱਚ, ਕਿ ਸਾਡਾ ਕੀ ਉਹਨਾਂ ਦੇ ਵਿੱਚ ਪਰਸਪੈਕਟਿਵ ਹੈਗਾ, ਤੇ ਉੱਥੇ ਮੈਂ ਦੱਸ ਸਕਦਾ ਉੱਥੇ, ਕਿਉਂਕਿ ਉਹਨਾਂ ਨੇ ਮੈਨੂੰ ਸੱਦਿਆ ਇਸ ਵਾਸਤੇ ਆ ਕਿ ਮੈਂ ਸਿੱਖੀ ਦੇ ਪੁਆਇੰਟ ਆਫ ਵਿਊ ਤੋਂ ਬੋਲਣਾ। ਤੋ ਜਾਣੀ ਇਸ ਤਰ੍ਹਾਂ ਦੋ ਚੀਜ਼ਾਂ ਨੂੰ ਮਿਲਗੋਬਾ ਕਰਨ ਦੀ ਬਜਾਏ ਆਪਣਾ ਜਿਹੜਾ ਖਰਾ ਸਿੱਕਾ ਹੈਗਾ ਉਹਨੂੰ ਅਸੀਂ ਬਿਲਕੁਲ ਖਰਾ ਰੱਖੀਏ। ਇਸ ਲਈ ਅਸੀਂ ਉਹਨਾਂ ਨੂੰ ਮਨਾਉਂਦੇ ਹਾਂ ਤੇ ਫਿਰ ਪੂਰੇ ਦੇ ਪੂਰੇ ਇਉਂ ਕਹਿ ਦਈਏ ਕਿ ਹੈ ਤੁਹਾਡਾ, ਠੀਕ ਹੈ ਜੀ, ਤੇ ਅਸੀਂ ਤੁਹਾਡੀ ਗੱਲ ਕਰਦੇ ਹਾਂ, ਠੀਕ ਹੈ। ਤੇ ਜੇ ਉਹਨਾਂ ਦੇ ਜਾਈਏ ਤਾਂ ਪਿਆਰ ਦੇ ਨਾਲ ਉਹਨਾਂ ਦੇ ਵੀ ਚਲੇ ਜਾਈਏ। ਤੋ ਇਸ ਤਰ੍ਹਾਂ ਦਾ ਕੁਝ ਹੋ ਜਾਵੇ ਸਿਸਟਮ, ਤੇ ਮੇਰਾ ਖਿਆਲ ਬਹੁਤ ਵਧੀਆ ਰਹੂਗਾ ਜੀ। ਹਾਂਜੀ, ਮੇਰੇ 5 ਮਿੰਟ ਹੋ ਗਏ ਜੀ, ਮੈਂ ਟਾਈਮ ਲਾਇਆ ਹੋਇਆ ਸੀਗਾ। ਹਾਂਜੀ ਹਾਂਜੀ, ਮੈਂ ਵੀ ਹੁਣ ਟਾਈਮਰ, ਡਾਕਟਰ ਕੁਲਵਿੰਦਰ ਸਿੰਘ ਉਹਨਾਂ ਨੇ ਟਾਈਮਰ ਦੀ ਸੁਜੈਸ਼ਨ ਦਿੱਤੀ ਸੀ। ਥੈਂਕ ਯੂ ਸੋ ਮਚ ਫॉर ਕੰਪਲਾਈਂਗ ਵਿਦ ਦ ਟਾਈਮਰ। ਮੈਂ ਵੀ ਲਾਇਆ ਹੋਇਆ ਸੀ। ਮੈਂ ਆਪ ਜੀ ਕੋਲੋਂ ਛੁੱਟੀ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੁਬਾਰਕ ਹੋਵੇ ਫਿਰ ਤੁਹਾਨੂੰ। ਹਾਂਜੀ, ਬਹੁਤ ਬਹੁਤ ਮੁਬਾਰਕ। ਹਰ ਪੱਖੋਂ ਸਭ ਚੜ੍ਹਦੀ ਕਲਾ ਬਖਸ਼ੇ। ਇਹ ਬਹੁਤ ਤੁਸੀਂ ਅੱਛਾ ਭਾਈ ਸੁੱਚਾ ਸਿੰਘ ਜੀ, ਤੁਸੀਂ ਆਪਦਾ ਅੱਛਾ ਪਰਸਪੈਕਟਿਵ ਦਿੱਤਾ। ਮੈਂ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਨਿੱਜੀ ਤੌਰ ਤੇ ਸਹਿਮਤ ਹਾਂ ਵੀ ਜੇ ਇਦਾਂ ਹੋ ਸਕੇ ਗੱਲ, ਇਹਦੇ ਵਰਗੀ ਕੋਈ ਰੀਸ ਨਹੀਂ। ਪਰ ਕਈ ਫੰਕਸ਼ਨਸ ਐਸੇ ਹੁੰਦੇ ਨੇ ਜਿੱਥੇ ਤੁਸੀਂ ਰਿਲੇਟ ਵੀ ਕਰ ਸਕਦੇ ਹੋ। ਫਾਰ ਐਗਜ਼ਾਮਪਲ ਮੈਂ ਦੱਸਦਾ ਪਰਸਨਲ ਐਕਸਪੀਰੀਅੰਸ, ਵੈਨ ਆਈ ਵਾਸ ਵਿਜ਼ਿਟਿੰਗ ਡੇਟੋਨਾ ਬੀਚ, ਵੀਰ ਜੀ ਕਿਰਪਾਲ ਸਿੰਘ ਉਹਨਾਂ ਦੇ ਨਾਲ, ਉਹਨਾਂ ਨੇ ਈਸਟਰ ਮਨਾਇਆ ਸੀ। ਈਸਟਰ ਤੇ ਉਹਨਾਂ ਨੇ ਡਿਨਰ ਸੀ, ਈਸਟਰ ਤੇ ਮਨਾਇਆ। They especially asked the speak for 3 to 5 minutes about Vaisakhi, and everybody was saying, "Asi happy Easter we keh rahe si." They were saying happy Vaisakhi, and at the same time he also spoke about ਵੀਰ ਜੀ ਕਿਰਪਾਲ ਸਿੰਘ 2 ਮਿੰਟ ਲਈ ਉਹਨਾਂ ਨੇ ਵਿਸਾਖੀ ਦੇ ਉੱਤੇ ਵੀ ਬੋਲੇ। ਜੇ ਕਿਤੇ ਇਦਾਂ ਦੀ ਓਪਰਚੁਨਿਟੀ ਹੋਵੇ, ਕਿਤੇ ਮਿਲੇ, ਤਾਂ ਸਾਨੂੰ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਜਿੱਥੇ ਅਸੀਂ ਉਹਨਾਂ ਦੇ ਫੈਸਟੀਵਲ ਨੂੰ ਐਕਸੈਪਟ ਕਰਦੇ ਹਾਂ, ਸਾਨੂੰ ਓਪਰਚੁਨਿਟੀ ਮਿਲਦੀ ਆ, ਸਾਨੂੰ ਵੀ ਉਹਦੇ ਨਾਲ ਜੇ ਕੋਈ ਰੈਲੇਵੈਂਸ ਹੋਵੇ ਕਰਨ ਦਾ ਕੋਈ ਹਰਜ਼ ਨਹੀਂ ਹੈ, ਕਰਨਾ ਬਹੁਤ ਚੰਗਾ ਹੈ। ਤੇ ਜਿਹੜਾ ਦੂਜਾ ਤੁਸੀਂ ਕਿਹਾ ਸੀਗਾ ਵੀ ਸਾਨੂੰ ਉਹਨਾਂ ਦੇ ਜਾ ਕੇ ਅਸੀਂ ਆਪਦੇ ਗੁਰਦੁਆਰਿਆਂ 'ਚ ਮਨਾਈਏ, ਜਦੋਂ ਅਸੀਂ ਉਹ ਕਰਦੇ ਉਹਨਾਂ ਨੂੰ ਨਵਾਈਏ, ਸ਼ੋਰ ਡੈਫੀਨੇਟਲੀ ਦਿਸ ਇਜ਼ ਦਾ ਓਨਲੀ ਵੇ। ਕਿਉਂਕਿ ਜੇ ਉਹ ਨਹੀਂ ਕਰਦੇ, ਅਸੀਂ somebody need to break the ice, nothing wrong with that, us breaking the ice, then we know ਵੀ ਭਾਈ ਉਹ ਵੀ ਸਾਡੇ ਵਰਗੇ ਬੰਦੇ ਆ, ਉਹਨਾਂ ਨੂੰ ਵੀ ਸਾਨੂੰ ਜਾਣਨ ਦੀ ਭੁੱਖ, ਜਿਸ ਤਰ੍ਹਾਂ ਸਾਨੂੰ ਉਹਨਾਂ ਦੇ ਬਾਰੇ ਜਾਣਨ ਦੀ ਆ। ਸੋ ਇਸ ਤਰ੍ਹਾਂ ਜਿਹੜਾ ਪ੍ਰੇਮ ਪਿਆਰ ਸਾਂਝੀਵਾਲਤਾ ਨਾਲ ਮਿਲ ਕੇ ਜਿਹੜਾ ਪਾਰਟਨਰਸ਼ਿਪ ਕ੍ਰੀਏਟ ਹੁੰਦੀ ਆ, ਟੂ ਡੂ ਥਿੰਗਸ ਟੁਗੇਦਰ ਫॉर द ਬੈਟਰਮੈਂਟ ਆਫ ਦ ਲੋਕਲ ਕਮਿਊਨਿਟੀ ਐਂਡ ਲਰਨਿੰਗ ਫਰਮ ਈਚ ਅਦਰ। ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਹਾਂਜੀ, ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅਗਲੇ 5 ਮਿੰਟਾਂ ਲਈ ਅੱਜ ਦੇ ਟੌਪਿਕ ਦੇ ਉੱਤੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਿਲਕੁਲ ਠੀਕ ਹੈ ਜੀ। ਮੈਂ ਸਭ ਤੋਂ ਪਹਿਲਾਂ ਜੋ ਵੀਰ ਸੁੱਚਾ ਸਿੰਘ ਜੀ ਨੇ ਕਿਹਾ, ਉਸ ਤੋਂ ਪਹਿਲਾਂ ਡਾਕਟਰ ਵਾਸੂ ਜੀ ਦੀ ਜਿਹੜੀ ਗੱਲ ਹੈ ਉਹਦੇ ਬਾਰੇ ਮੈਨੂੰ ਇੱਕ ਤੁਕ ਯਾਦ ਆਈ ਸੀ, ਉਹ ਮੈਂ ਸ਼ੇਅਰ ਕਰਨੀ ਚਾਹਨਾ। ਪ੍ਰੇਮ ਤੇ ਸੀ ਡਾਕਟਰ ਵਾਸੂ ਜੀ ਨੇ ਪੜ੍ਹੀ ਸੀ ਜਿਹੜੀ ਪੰਕਤੀ, ਉਹ ਸੀ ਕਿ ਜਿਹੜਾ ਪਿਆਰ ਹੈ ਤੁਹਾਨੂੰ ਰੱਬ ਦਾ ਰੂਪ ਬਣਾ ਦਿੰਦਾ। ਤੇ ਇਹਦੇ ਬਾਰੇ ਮੈਨੂੰ ਇੱਕ ਕਿਸੇ ਮੌਲਾਨਾ ਜੀ ਦੀ, ਸ਼ਾਇਦ ਮੌਲਾਨਾ ਰੂਮੀ ਜੀ ਦੀ ਲਾਈਨ ਹੈ ਕਿ ਏਦਾਂ ਦੀ ਹੈ, ਉਹ ਮੈਂ ਸ਼ੇਅਰ ਕਰਨੀ ਚਾਹਨਾ ਵਾਂ। ਉਹਦੇ ਵਿੱਚ ਕਿਉਂਕਿ ਸਾਡਾ ਇੰਟਰ ਰਿਲੀਜੀਅਸ ਮੈਟਰ ਹੀ ਹੈ ਨਾ ਇੱਕ ਤਰ੍ਹਾਂ ਨਾਲ, ਤਿਉਹਾਰਾਂ ਬਾਰੇ, ਯਾਦਾਂ ਬਾਰੇ। ਉਹਦੇ ਵਿੱਚ ਹੈਗਾ, ਮੈਂ ਉਹ ਸਟੱਡੀ ਕੀਤੀ ਹੈ ਤੇ ਦੇਖਿਆ ਵੈ ਕਿ ਗੁਰਬਾਣੀ ਤੇ ਬਾਕੀ ਗ੍ਰੰਥ ਮੈਚ ਕਿੱਦਾਂ ਕਰਦੇ ਨੇ ਆਪਸ ਦੇ ਵਿੱਚ, ਵੀ ਮੈਸੇਜ ਕਾਮਨ ਹੈ। ਸੋ ਉਹਦੇ ਵਿੱਚ ਹੈਗਾ ਸੁਧ ਸਾਲ ਇਬਾਦਤ। ਸੁਧ ਕਹਿੰਦੇ ਜਿੱਦਾਂ ਸਦੀ ਕਹਿੰਦੇ ਨੇ ਨਾ, ਸੁਧ ਮੀਨਸ 100। ਸੁਧ ਸਾਲ ਇਬਾਦਤ ਕੁਨਮ ਨਮਾਜ਼ੀ ਨੇ ਸਤ।
ਵੀ ਜੇ ਕੋਈ 100 ਸਾਲ ਵੀ ਇਬਾਦਤ ਕਰ ਲੈਂਦਾ ਤੇ ਉਹ ਇਟਸ ਨਾਟ ਸ਼ੋਰ ਕਿ ਉਹ ਨਮਾਜ਼ੀ ਬਣ ਗਿਆ ਹੋਵੇ। ਹੁਣ ਇਹਨੂੰ ਗੁਰਬਾਣੀ ਵਿੱਚ ਜੋ ਅਸੀਂ ਪੰਕਤੀ ਲੈਂਦੇ ਆ ਤੇ ਗੁਰਬਾਣੀ 'ਚ ਕੀ ਆਂਦਾ, ਕੋਟ ਕੋਟੀ ਮੇਰੀ ਯਾਰ ਜਪ ਪਵਨ ਪੀ ਨਾ ਪਿਆਓ, ਚੰਦ ਸੂਰਜ ਦੋਇ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਵੀ ਤੇਰੀ ਕੀਮਤ ਨਾ ਪਵੇ ਹੌਕੇ ਵੱਡਾ ਖਾਣਾ। ਸੋ ਮੈਸੇਜ ਇਜ਼ ਸੇਮ। ਹੁਣ ਉਹ 100 ਸਾਲ ਇਬਾਦਤ ਕੁਨਮ ਨਮਾਜ਼ੀ ਨੇਸਰ, ਕੁਨਮ ਮੈਨੇ ਕੋਈ ਵੀ ਨਮਾਜ਼ੀ ਨਹੀਂ ਬਣਦਾ, ਨੇਸਰ ਮੈਨਾਂ ਨਹੀਂ ਬਣਦਾ। ਤੇ ਨੈਕਸਟ ਪੰਕਤੀ ਹੈਗੀ ਹੈ ਕਿਸੇ ਨੂੰ ਇਸ਼ਕ ਨਦਾਰਤ। ਅਗਰ ਕਿਸੇ ਨੂੰ ਇਸ਼ਕ ਨਹੀਂ ਹੋਇਆ, ਪਿਆਰ ਨਹੀਂ ਹੋਇਆ, ਖੁਦਾ ਰਾਜ਼ੀ ਨੇਸਰ। ਤੇ ਉਹ ਜੋ ਜਿੱਦਾਂ ਅਸੀਂ ਕਹਿੰਦੇ ਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀਰ ਮਨਦੀਪ ਸਿੰਘ ਜੀ ਨੇ ਹੁਣੇ ਮੈਂਸ਼ਨ ਕੀਤਾ ਸੀ ਭਈ ਜੋ ਹਮ ਬਾਂਦੇ ਮੋਹ ਫਾਸ ਤੁਮ, ਹਮ ਪ੍ਰੇਮ ਬੰਧਨ ਤੁਮ ਬਾਂਦੇ, ਠੀਕ ਹੈ ਨਾ, ਅਲੱਗ ਅਲੱਗ ਪੰਕਤੀਆਂ। ਸੋ ਉਹ ਸੇਮ ਚੀਜ਼ ਆ ਜਾਂਦਾ ਕਿ ਕਿਸੇ ਨੂੰ ਇਸ਼ਕ ਨਦਾਰਤ, ਜੇ ਇਸ਼ਕ ਨਹੀਂ ਹੋਇਆ ਤੇ ਖੁਦਾ ਰਾਜ਼ੀ ਨੇ ਸਤ, ਅਜੇ ਇਹਦਾ ਮਤਲਬ ਰੱਬ ਨੂੰ ਮਨਾਉਣ ਦੇ ਵਿੱਚ ਗੈਪ ਪਿਆ ਹੈ। ਸੋ ਇਹ ਜਿਹੜੀ ਪੰਕਤੀ ਹੈ ਉਹ ਗੁਰਬਾਣੀ ਦੀਆਂ ਪੰਕਤੀਆਂ ਨਾਲ ਮੈਚ ਕਰਦੀ ਹੈ। ਸਿਮਿਲਰਲੀ ਕੁਝ ਹਿੰਦੂ ਗ੍ਰੰਥਾਂ ਦੇ ਮੈਂ ਸ਼ਬਦ ਪੜ੍ਹੇ ਹੈ, ਉਹ ਸ਼ਬਦਾਂ ਵਿੱਚ ਮੈਂ ਦੇਖਦਾ ਦਾ ਮੈਸੇਜ ਦਾ ਸੇਮ ਸ਼ਬਦ ਹੈਗਾ ਗੁਰੂ ਬਾਰੇ। ਤੇ ਉਹ ਕੀ ਹੈ ਭਈ ਗੁਰ ਬ੍ਰਹਮਾ ਗੁਰ ਵਿਸ਼ਨੂੰ ਗੁਰ ਦੇਵੋ ਮਹੇਸ਼ਵਰਾ। ਇਹ ਸੰਸਕ੍ਰਿਤ ਦਾ ਸ਼ਲੋਕ ਹੈ। ਗੁਰ ਬ੍ਰਹਮਾ ਗੁਰ ਵਿਸ਼ਨੂੰ ਗੁਰ ਦੇਵੋ ਮਹੇਸ਼ਵਰਾ ਗੁਰ ਸਾਖਸ਼ਾਤ ਪਾਰ ਬ੍ਰਹਮ ਤਸਮੈ ਸ਼੍ਰੀ ਗੁਰਵੇ ਨਮਾ। ਹੁਣ ਉਹ ਦੂਜੇ ਪਾਸੇ ਕੀ ਆਉਂਦਾ ਸਾਡੇ ਜਪਜੀ ਸਾਹਿਬ ਚ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਸੋ ਆਲਮੋਸਟ ਇਹ ਸ਼ਬਦ ਉਹਦੇ ਨਾਲ ਮੈਚ ਕਰਦਾ ਹੈ। ਅਗਲੀ ਪੰਕਤੀ ਕੀ ਹੈ ਕਿ ਗੁਰ ਸਾਖਸ਼ਾਤ ਪਾਰ ਬ੍ਰਹਮ, ਗੁਰ ਪਰਮੇਸ਼ਰ ਇੱਕੋ ਜਾਣ। ਗੁਰਬਾਣੀ ਦੀ ਪੰਕਤੀ ਆਉਂਦੀ ਹੈ ਤਸਮੈ ਸ਼੍ਰੀ ਗੁਰਵੇ ਨਮਾ। ਤੇ ਉਸ ਤਸਮੈ ਮੈਂ ਤਿਸ ਨੂੰ, ਉਸ ਗੁਰੂ ਨੂੰ ਮੈਂ ਨਮਸਕਾਰ ਕਰਦਾ ਵਾਂ। ਤੇ ਉਹ ਸਾਡੇ ਜਾਪ ਸੁਖਮਨੀ ਸਾਹਿਬ ਪਹਿਲੀ ਪੰਕਤੀ ਆਉਂਦੀ ਹੈ ਆਦਿ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿਗੁਰੇ ਨਮੈ ਸ਼੍ਰੀ ਗੁਰਦੇਵੇ ਨਮੈ। ਨਮੈ ਮੀਨਸ ਨਮਸਕਾਰ। ਸੋ ਸ਼ਲੋਕ ਸਾਰੇ ਮੈਚ ਇਸ ਤਰ੍ਹਾਂ ਕਰਦੇ ਨੇ, ਦੇਰ ਇਜ਼ ਓਵਰਲੈਪਿੰਗ। ਇਹ ਚੀਜ਼ਾਂ ਮੈਂ ਕਿਉਂ ਸਟੱਡੀ ਕੀਤੀਆਂ ਕਿ ਜਦੋਂ ਅਸੀਂ ਆਮ ਤੌਰ ਤੇ ਕਹਿੰਦੇ ਆ ਨਾ ਕਿ ਜਿਹੜੀ ਚੀਜ਼ ਹੈਗੀ ਹੈ ਕਿ ਰਸਤੇ ਅਲੱਗ-ਅਲੱਗ ਨੇ, ਮੰਜ਼ਿਲ ਇੱਕ ਹੈਗੀ ਹੈ। ਉਹ ਮੈਂ ਕੁਰਾਨ ਪੜ੍ਹ ਰਿਹਾ ਸੀ, ਕੁਰਾਨ ਮੈਨੂੰ ਉਰਦੂ ਤੇ ਆਂਦਾ ਨਹੀਂ ਹੈ, I'll try ਕਿ ਮੈਂ ਸਿੱਖਾਂ, ਲੇਕਿਨ ਮੈਂ ਰਫੀਕ ਜ਼ਕਾਰੀਆ ਦੀ ਬੁੱਕ ਪੜ੍ਹ ਰਿਹਾ ਸੀ ਤੇ ਉਹਦੇ ਚ ਉਹਨੇ ਕਲੀਅਰਲੀ ਲਿਖਿਆ ਹੈ ਕੁਰਾਨ ਬਾਰੇ ਕਿ ਕੁਰਾਨ ਦੇ ਵਿੱਚ ਇਟਸ ਮੈਂਸ਼ਨ ਕਿ ਜਿਹੜੇ ਅਲੱਗ-ਅਲੱਗ ਰਿਲੀਜਨ ਨੇ ਉਹ ਸਿਰਫ ਲੈਂਗੁਏਜ ਦਾ ਡਿਫਰੈਂਸ ਹੈਗਾ, ਕਿ ਜਿਸ ਜਗ੍ਹਾ ਤੋਂ ਓਰੀਜਨ ਹੋਇਆ ਨਾ ਧਰਮ ਦਾ ਉਹ ਉਸ ਲੈਂਗੁਏਜ ਚ ਲਿਖਿਆ ਗਿਆ। ਬਟ ਇਫ ਯੂ ਸੀ ਦਾ ਮੈਸੇਜ, ਤੇ ਮੈਸੇਜ ਜਿਹੜਾ ਹੈ ਉਹ ਮੈਚਿੰਗ ਹੁੰਦਾ। ਇਸੇ ਤਰ੍ਹਾਂ ਹੁਣ ਇੱਕ ਹੋਰ ਸ਼ਬਦ ਆਉਂਦਾ, ਉਹ ਵੀ ਸੰਸਕ੍ਰਿਤ ਦਾ ਸ਼ਲੋਕ ਹੈ। ਉਹ ਸ਼ਬਦ ਕੀ ਅਸੀਂ ਆਮ ਪੜ੍ਹਦੇ ਆ ਨਾ, ਕਬੀਰ ਬਾਸਨ ਕਾਰੋ ਪਰਸੀਏ ਤੋ ਕੁਛ ਲਾਗੇ ਦਾਗ, ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਪਾਰ। ਤੇ ਉਹ ਸ਼ਲੋਕ ਕੀ ਹੈਗਾ, ਸ਼ਲੋਕ ਹੈਗਾ ਵੀ ਜਿਹੜਾ ਸਾਕਤ ਬਾਰੇ, ਜਿਹੜਾ ਦੁਰਜਨੇਨਮ, ਦੁਰਜਨ ਮੈਨ ਹੁੰਦਾ ਸਾਕਤ, ਸੰਸਕ੍ਰਿਤ ਦਾ ਸ਼ਲੋਕ ਹੈ। ਦੁਰਜਨੇਨਮ ਸਮੰ ਸਖਿਅਮ, ਸਖਿਅਮ ਮੈਨੇ ਸਖਾ, ਉਹਨਾਂ ਦੇ ਮਿੱਤਰ ਨਹੀਂ ਬਣਾ। ਦੁਰਜਮਨ ਸਮੰ ਸਖਿਅਮ ਪ੍ਰੀਤੀ ਚਾਪੀ ਨਾ ਕਾਰੀਏ, ਉਹਨਾਂ ਨਾਲ ਪ੍ਰੀਤੀ ਚਾਪੀ ਨੂੰ ਬਚ ਕੇ ਰਹੋ। ਵਾਏ ਕਿਉਂ? ਤਿਸ਼ਨੋ ਦਹਿਤੀ ਚੰਗਾਰ, ਕਿ ਜਿਹੜਾ ਦੁਰਜਨਨ ਆਦਮੀ ਹੈ ਜਿਹਨੂੰ ਸਾਕਤ ਕਹਿ ਦਿੰਦੇ ਆਪਾਂ, ਤਿਸ਼ਨੋ ਦਹਿਤੀ ਚੰਗਾਰ, ਦਹਿਤੀ ਮੈਨੇ ਉਹਦਾ ਦਹਿ ਦੇਣਾ, ਸਾੜ ਦੇਣਾ। ਵੀ ਜੇ ਤੇ ਉਹਦੀ ਚੰਗਿਆਰੀ ਹੈਗੀ ਹੈ, ਚੰਗਾਰ ਮੀਨਸ ਚੰਗਿਆਰੀ, ਅਗਰ ਤੇ ਕੋਲਾ ਬਰਨ ਕਰ ਰਿਹਾ ਤੇ ਉਹ ਸਾੜ ਦਿੰਦਾ ਹੈ। ਤੇ ਸ਼ੀਤਮ, ਤੇ ਜੇ ਠੰਡਾ ਵੀ ਹੋਵੇ ਤੇ ਕ੍ਰਿਸ਼ਨਾਏ ਤੇ ਕਰਮਮ, ਕ੍ਰਿਸ਼ਨਾਏ ਤੇ ਦਾ ਮਤਲਬ ਹੁੰਦਾ ਕਾਲਾ ਕਰ ਦੇਣਾ। ਕ੍ਰਿਸ਼ਨ ਜੀ ਤੋਂ ਕ੍ਰਿਸ਼ਨਾਏ ਤੇ ਬਣਿਆ, ਕ੍ਰਿਸ਼ਨ ਬਲੈਕ ਕਲਰ ਦੇ ਮੰਨੇ ਗਏ ਨੇ ਨਾ। ਸੋ ਕ੍ਰਿਸ਼ਨਾਏ ਤੇ ਕਰਮਮ, ਕਰਮਮ ਹੱਥਾਂ ਨੂੰ ਕਹਿੰਦੇ ਨੇ। ਸੋ ਕਹਿੰਦੇ ਕੋਲਾ ਠੰਡਾ ਵੀ ਹੋਵੇ ਤੇ ਉਹਨੇ ਹੱਥ ਤੇ ਕਾਲੇ ਕਰਨੇ ਹੀ ਕਰਨੇ ਆ ਕੁਛ। ਸੋ ਉਹ ਮੈਂ ਦੇਖ ਰਿਹਾ ਸੀ ਕਿ ਸ਼ਲੋਕ ਸੇਮ ਹੈਗਾ। ਸਿਮਿਲਰਲੀ ਹੋਰ ਇਸ ਤਰ੍ਹਾਂ ਦੇ ਸ਼ਲੋਕ ਆਉਂਦੇ ਨੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਮੈਸੇਜ ਹੈਗਾ ਨਾ, ਮੈਸੇਜ ਦਾ ਡਿਫਰੈਂਸ ਨਹੀਂ ਹੈਗਾ, ਲੈਂਗੁਏਜ ਡਿਫਰੈਂਸ ਹੈ। ਹੁਣ ਵੀਰ ਜੀ ਗੱਲ ਕਰ ਰਹੇ ਸਨ, ਪ੍ਰੋਫੈਸਰ ਸੁੱਚਾ ਸਿੰਘ ਜੀ, ਉਹ ਤਿਉਹਾਰਾਂ ਦੀ ਗੱਲ ਹੋ ਰਹੀ ਹੈ, ਮੈਚਿੰਗ ਦੀ। ਬਿਲਕੁਲ ਇਹਨਾਂ ਦਾ ਜਿਹੜਾ ਵਿਸ਼ਾ ਹੈਗਾ ਬਿਲਕੁਲ ਠੀਕ ਹੈ ਕਿ ਜਦੋਂ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਅਸੀਂ ਜਿਹੜੇ ਤਿਉਹਾਰਾਂ ਨੂੰ ਉਹ ਆਪਣੀ ਓਰੀਜਨਲ ਡੇਟ ਤੇ ਕਿਉਂ ਨਹੀਂ ਮਨਾਉਂਦੇ। ਇਹ ਮੈਂ ਪਿਛਲੇ ਤੋਂ ਪਿਛਲੇ ਸਾਲ ਵੀ ਐਸੀ ਸਾਡੀ ਇਸੇ ਚੀਜ਼ ਦੀ ਡਿਸਕਸ਼ਨ ਹੋਈ ਸੀ, ਓਵਰਲੈਪਿੰਗ ਨਾਨਕਸ਼ਾਹੀ ਕੈਲੰਡਰ ਤੇ ਦੂਸਰੇ ਕੈਲੰਡਰ ਤੇ। ਐਕਚੁਅਲੀ ਜਿਹੜੀਆਂ ਡੇਟਸ ਹੈਗੀਆਂ ਨੇ
ਇਹ ਡੇਟਸ ਅਸੀਂ ਕਿੱਥੋਂ ਲੈਣੇ ਨੇ? ਦੋ ਕੈਲੰਡਰ ਦੋ ਤਰ੍ਹਾਂ ਦੇ ਨੇ। ਇੱਕ ਲੂਨਰ ਕੈਲੰਡਰ ਹੈ ਜਿਹੜਾ ਚੰਦਰਮਾ ਦੀ ਮੂਵਮੈਂਟ ਨੂੰ ਧਿਆਨ 'ਚ ਰੱਖ ਕੇ ਬਣਾਇਆ, ਤੇ ਇੱਕ ਸੋਲਰ ਕੈਲੰਡਰ ਹੈ ਜਿਹੜਾ ਸੂਰਜ ਦੀ ਮੂਵਮੈਂਟ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾਂਦਾ ਹੈ। ਜਦੋਂ ਇਹ ਦੋ ਕੈਲੰਡਰ ਅਸੀਂ ਦੇਖਦੇ ਆ ਨਾ, ਤੇ ਇਹ ਸਾਲਾਂ ਦਾ ਵੀ ਫਰਕ ਪੈ ਜਾਂਦਾ ਹੈ। ਜਿਹੜੇ ਸੰਮਤ ਹੈ, ਜਿੱਦਾਂ ਸੰਮਤ ਨਹੀਂ ਆਪਸ ਦੇ ਵਿੱਚ ਮਿਲਦੇ, ਸੋ ਸਾਲ ਜਿਹੜਾ ਹੈ ਨਾ, ਕਿਸੇ ਕੈਲੰਡਰ 'ਚ ਸਾਲ 366 ਦਿਨ ਦਾ ਹੈ, ਕਿਸੇ 360 ਦਿਨ ਦਾ ਹੈ, ਉਹਦੇ ਨਾਲ ਓਵਰਆਲ ਫਰਕ ਪੈਂਦਾ ਰਹਿੰਦਾ। ਸੋ ਇਸ ਕਰਕੇ ਜਿਹੜੀਆਂ ਡੇਟਸ ਹੈ ਉਹਨਾਂ ਦੀ ਜਿਹੜੀ ਚੇਂਜ ਆਉਂਦੀ ਰਹਿੰਦੀ ਹੈ। ਤੇ ਬਿਲਕੁਲ ਠੀਕ ਹੈ ਵੀ ਜੇ ਅਸੀਂ ਸੋਚਦੇ ਹਾਂ ਵੀ ਇਸ ਤਰ੍ਹਾਂ ਕਰਨਾ ਹੈ ਤੇ ਸਾਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਨੂੰ ਲੱਗਦਾ ਮੇਰਾ ਟਾਈਮ ਪੂਰਾ ਤਾਂ ਨਹੀਂ ਹੋ ਗਿਆ ਜੀ? ਹਾਂਜੀ, ਹੋ ਗਿਆ ਜੀ, ਹੋ ਗਿਆ ਜੀ। ਥੈਂਕ ਯੂ, ਥੈਂਕ ਯੂ ਤੁਹਾਡੇ ਵਿਚਾਰਾਂ ਦਾ। ਮੇਰੀ ਦਾਸ ਦੀ ਕੋਈ ਕੰਪੈਰੀਟਿਵ ਸਟੱਡੀ ਤਾਂ ਹੈ ਨਹੀਂ, ਪਰ ਫਿਰ ਵੀ देयर आर सम ਸਟਲ ਡਿਫਰੈਂਸਸ, ਜਿਵੇਂ ਰੱਬ ਦੇ ਵਿੱਚ ਵਿਸ਼ਵਾਸ ਹੈ, ਸੁਰਗ ਨਰਕ ਹੈ, ਜੀਵ ਦਾ ਕਿਸ ਤਰ੍ਹਾਂ ਹੈ ਜ਼ਿੰਦਗੀ 'ਚ ਵਾਪਰਨਾ, ਸਿਮਿਲੈਰਿਟੀਜ਼ ਜਿਵੇਂ ਡਿਫਰੈਂਸਸ ਵੀ ਬੜੇ ਸਟਾਰਕ ਨੇ। ਸਾਡੇ ਤਾਂ ਕਹਿੰਦੇ ਵਾਹਿਗੁਰੂ ਦੀ ਜੋਤ ਸਭਨਾਂ ਦੇ ਵਿੱਚ ਹੈ, ਲੇਕਿਨ ਕਈ ਧਰਮਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਸਭਨਾਂ ਦੇ ਵਿੱਚ ਨਹੀਂ ਹੈ। ਉਹ ਤਾਂ ਕਹਿੰਦੇ, ਅਸੀਂ ਤਾਂ ਕਹਿੰਦੇ ਜੀਵਨ ਮੁਕਤ ਦਾ ਕਨਸੈਪਟ ਆ, ਉਹ ਜੀਵਨ ਮੁਕਤੀ, ਉਹ ਤਾਂ ਮਰ ਕੇ ਬੇਹਸ਼ਤ ਦੀਆਂ ਗੱਲਾਂ ਕਰਦੇ ਨੇ। ਸਾਡੇ ਤਾਂ ਜ਼ਿੰਦਗੀ ਦੇ ਵਿੱਚ ਹੀ ਸਵਰਗ ਨਰਕ ਹੈ ਜੀ। ਤੇ ਇਹ ਬੜੇ ਜਿਹੜੇ ਡਿਫਰੈਂਸਸ ਵੀ ਨੇ, ਪਰ ਆਪਾਂ ਆਵਾਂਗੇ। ਪਰ ਜਿਹੜਾ ਤੁਸੀਂ ਐਂਡ ਤੇ ਤੁਸੀਂ ਡੇਟਸ ਦੀ ਗੱਲ ਕੀਤੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਸਰਦਾਰ ਪਾਲ ਸਿੰਘ ਪੂਰੇਹਾਲ ਦੀ ਅਣਥੱਕ ਮਿਹਨਤ ਤੋਂ ਬਾਅਦ ਉਹਨਾਂ ਦੀ ਜਿਹੜੀ ਦੇਣ ਹੈ ਨਾਨਕਸ਼ਾਹੀ, ਮੂਲ ਨਾਨਕਸ਼ਾਹੀ ਕੈਲੰਡਰ ਦੀ, ਪਰ ਇਹ ਉਹਦਾ ਜਿਹੜਾ ਸਿਆਸੀਕਰਨ ਹੋਣ ਕਰਕੇ ਉਹਨੂੰ ਲਾਗੂ ਕਰਤਾ, ਫਿਰ ਰੱਦ ਕਰਤਾ, ਇਦਾਂ ਦੀਆਂ ਗੱਲਾਂ ਹੋ ਗਈਆਂ। ਪਰ ਜਿਸ ਤਰ੍ਹਾਂ ਸੁੱਚਾ ਸਿੰਘ ਹੁਣਾਂ ਨੇ ਕਿਹਾ ਵੀ ਸਾਨੂੰ ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਹੈ ਗੱਲ ਅਸਲੀਅਤ ਦਾ, ਐਟ ਲੀਸਟ ਵੀ ਨੀਡ ਟੂ ਸਟਾਰਟ ਐਕਸੈਪਟਿੰਗ ਦਾ ਫੈਕਟ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਸ਼੍ਰੋਮਣੀ ਕਮੇਟੀ ਜਾਂ ਹੋਰ ਇੰਸਟੀਟਿਊਸ਼ਨ ਉਹਨੇ ਕਿਹਾ ਜਿਹੜਾ ਮਰਜ਼ੀ ਲੈ ਆਓ, ਮੇਰੇ ਨਾਲ ਓਪਨਲੀ ਇਹ ਤੇ ਡਿਬੇਟ ਕਰੋ, ਤੁਸੀਂ ਜੇ ਚਾਹੇ ਜੇ ਸਿੱਖ ਧਰਮ ਦਾ ਵੀ ਨਹੀਂ ਹੋਰ ਧਰਮ ਦਾ ਲੈ ਆਓ। people were afraid, nobody came forward to discuss with him, ਕਿਉਂਕਿ ਉਹਨਾਂ ਦੀ ਸਟੱਡੀ ਇੰਨੀ ਪਾਵਰਫੁਲ ਹੈ, ਇੰਨੀ ਥਾਟਫੁਲ ਹੈ, ਉਹ ਇੰਨੀਆਂ ਡੇਟਸ ਦੇ ਉੱਤੇ, ਇੰਨੀਆਂ ਸਟੱਡੀਜ਼ ਦੇ ਉੱਤੇ, ਸਾਰੇ ਗ੍ਰੰਥਾਂ ਨੂੰ ਦੇ ਰਿਵਿਊ ਕਰਨ ਤੋਂ ਬਾਅਦ। ਪਰ ਆਈ ਥਿੰਕ ਜੋ ਸਾਡੇ ਲਈ ਉਹ ਰੈਲੇਵੈਂਟ ਹੈ, ਬਹੁਤ ਜ਼ਿਆਦਾ ਤੱਕ ਰੈਲੇਵੈਂਟ ਹੈ, ਸਾਨੂੰ ਜਿੱਥੇ ਜਿੱਥੇ ਉਹ ਲਾਗੂ ਹੋ ਸਕੇ ਲਾਗੂ ਕਰਨਾ ਚਾਹੀਦਾ, ਉਹਦੇ ਮੁਤਾਬਕ ਮਨਾਉਣਾ ਚਾਹੀਦਾ। ਡਿਸਪਾਈਟ ਵੀ ਨੋ ਜਿਹੜੀ ਆਮ ਜਿਹੜੀ ਸਿੱਖ ਸੰਗਤ ਵੀ ਹੈ ਉਹ ਬੜੀ ਉਲਟ ਹੈ ਇਹਨਾਂ ਦੇ, ਕਿਉਂਕਿ ਉਹ ਤੁਹਾਨੂੰ ਪਤਾ ਚੱਲਦੀ ਗੱਡੀ ਉੱਤੇ ਹਰੇਕ ਹੀ ਬਹਿਣ ਨੂੰ ਤਿਆਰ ਹੁੰਦਾ, ਨਹੀਂ ਤਾਂ ਦੂਜੀ ਦੇ ਉੱਤੇ ਤਾਂ ਜਦੋਂ ਗੱਡੀ ਆਪ ਚਲਾਉਣੀ ਹੋਵੇ ਤੇ ਬਹੁਤ ਔਖੀ ਆ ਉਹਨੂੰ ਰੇਲ ਦੀ ਪਟੜੀ ਤੇ ਲਿਆਉਣ ਲਈ। ਥੈਂਕ ਯੂ ਫॉर योर ਵਿਊਜ਼। ਹਾਂਜੀ ਵੀਰ ਜੀ, ਡਾਕਟਰ ਕਿਰਪਾਲ ਸਿੰਘ, ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਟੌਪਿਕ ਦੇ ਉੱਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਇਟਸ ਬਿਊਟੀਫੁਲ ਟੂ ਹੀਅਰ ਡਿਫਰੈਂਟ ਵਿਊ ਪੁਆਇੰਟਸ। ਦੇਖੋ, ਸ਼ੁਰੂਆਤ ਜਿਹੜੀ ਸਾਡੀ ਉਹ ਇੱਕ ਓਂਕਾਰ ਤੋਂ ਹੀ ਹੈ, ਤੇ ਜਿਹੜਾ ਸਾਡਾ ਐਂਡ ਆ ਉਹ ਵੀ ਇੱਕ ਓਂਕਾਰ ਦੇ ਉੱਤੇ ਹੈ। ਪਰ ਰਸਤੇ ਦੇ ਵਿੱਚ ਜਿਹੜੀ ਡਾਇਵਰਸਿਟੀ ਹੈ ਨਾ, ਉਹ ਵੱਖੋ ਵੱਖ ਕਿਸਮ ਦੀ ਹੈਗੀ ਹੈ। ਐਸੇ ਤਰ੍ਹਾਂ ਜਿਹੜੇ ਧਰਮ ਨੇ ਜਾਂ ਜਿਹੜੇ ਰਾਹ ਨੇ ਜਿਹੜੇ ਉਹ ਵੱਖੋ ਵੱਖਰੇ ਕਿਸਮ ਦੇ ਨੇ, ਉਹਨਾਂ ਦੇ ਰੀਤ ਰਿਵਾਜ ਵੱਖੋ ਵੱਖਰੇ ਨੇ। ਆਲਦੋ ਉਹਨਾਂ ਦੀ ਸ਼ੁਰੂਆਤ ਇੱਕ ਥਾਂ ਤੋਂ ਹੀ ਹੁੰਦੀ ਹੈ ਤੇ ਐਂਡ ਵੀ ਚਾਹੇ ਇੱਕੋ ਥਾਂ ਤੇ ਹੋ ਜਾਂਦਾ ਇਵੈਂਚੁਅਲੀ। ਜਿਵੇਂ ਹੁਣ ਇੱਕ ਰੇਨ ਡ੍ਰੌਪ ਹੈ, ਡਿੱਗਿਆ ਥੱਲੇ ਜ਼ਮੀਨ ਤੇ, ਕੋਈ ਤਾਂ ਰੂੜੀ ਤੇ ਪੈ ਗਿਆ, ਕੋਈ ਨਦੀ ਤੇ ਪੈ ਗਿਆ, ਕੋਈ ਲੇਕ ਤੇ ਪੈ ਗਿਆ, ਕੋਈ ਚੰਗੇ ਹਾਊਸ ਤੇ ਪੈ ਗਿਆ, ਕੋਈ ਝੌਂਪੜੀ ਤੇ ਪੈ ਗਿਆ। ਅਖੀਰ ਤੇ ਸਾਰਿਆਂ ਨੇ ਇਕੱਠੇ ਹੋ ਕੇ ਹੌਲੀ 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 ਉਹਨਾਂ ਨੇ ਇੱਕ ਸਮੁੰਦਰ ਦੇ ਵਿੱਚ ਹੀ ਜਾ ਵਾਪਸ ਵੜਨਾ। ਪਰ ਉਹ ਜਿਹੜੀ ਐਕਸਪੀਰੀਅੰਸ ਹੈ ਨਾ ਉਹਨਾਂ ਦੇ ਡਿੱਗਣ ਦੇ, ਜਿੱਥੇ ਕਿਤੇ ਕੋਈ ਬੈਠਾ, ਦੇ ਆਰ ਨਾਟ ਆਲਵੇਜ਼ ਸਿਮਿਲਰ, ਦੇ ਮੇ ਬੀ ਕੰਪਲੀਮੈਂਟਰੀ ਟੂ ਈਚ ਅਦਰ, ਉਹ ਸਾਰੇ ਸਿਮਿਲਰ ਨਹੀਂ ਹੈ। ਇਸੇ ਤਰ੍ਹਾਂ ਜੇ ਹੁਣ ਦਰਬਾਰ ਸਾਹਿਬ ਜਾਣਾ ਹੋਵੇ ਅਸੀਂ, ਉਹਦੇ ਰਾਹ ਕੋਈ ਬਾਈਸਾਈਕਲ ਤੇ ਚੱਲ ਜਾਵੇ, ਕੋਈ ਦੂਰੋਂ ਹਵਾਈ ਜਹਾਜ਼ ਤੇ ਆ ਜਾਏ, ਕੋਈ ਬੱਸ ਤੇ ਆ ਜਾਏ, ਕੋਈ ਸਾਈਕਲ ਤੇ ਆ ਜਾਏ, ਕੋਈ ਕਿਸੇ ਹੋਰ ਤਰੀਕੇ ਨਾਲ ਆ ਜਾਏ, ਪਰ ਉਹ ਜਿਹੜਾ ਐਕਸਪੀਰੀਅੰਸ ਹੈ ਨਾ ਉੱਥੇ ਪਹੁੰਚਣ ਦਾ ਦਰਬਾਰ ਸਾਹਿਬ ਦਾ, that's not going to the same। ਉਹ ਉਸੇ ਡਿਪੈਂਡ ਕਰਦਾ ਵੀ ਕਿ ਕਿਹੜੇ ਰਾਹ ਕਿਵੇਂ ਬੰਦਾ ਆਇਆ। ਹਾਂ, ਇੱਕ ਵਾਰੀ ਪਹੁੰਚ ਗਏ ਉੱਥੇ, even that although will be similar, building ਹੋਈ ਹੈ, ਸਾਰਾ ਕੁਛ ਹੈ, ਉਹ ਵੀ ਜਿਹੜਾ ਡਿਪੈਂਡ ਕਰਦਾ ਵੀ ਕਿਸ ਤਰ੍ਹਾਂ how you view it, ਕਿ ਵੀ ਕੀ ਕਿਹੜਾ ਐਸਪੈਕਟ ਹੈ, ਕਿਵੇਂ ਕਿਵੇਂ ਨਹੀਂ, ਉਹ ਵੀ ਵੱਖੋ ਵੱਖਰੇ ਬੰਦੇ ਨੇ। ਕਿੰਨੇ ਬੰਦੇ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਨੇ, ਕਈ ਤਾਂ ਉਹਦਾ ਮੱਥਾ ਟੇਕ ਕੇ ਪ੍ਰਸ਼ਾਦ ਕਰਾ ਕੇ ਆ ਕੇ ਘਰੇ, ਕਈ ਚਾਹੁੰਦੇ ਆ ਕਿ ਅਸੀਂ ਪਰਿਕਰਮਾ ਲੈ ਕੇ ਬਾਕੀ ਦੀਆਂ ਚੀਜ਼ਾਂ ਵੀ ਦੇਖੀਏ ਕੀ ਹੋ ਰਿਹਾ ਕੀ ਨਹੀਂ, ਕਹਿੰਦੇ ਉੱਥੇ ਬੈਠ ਕੇ ਕੀਰਤਨ ਸੁਣੀਏ ਜਾਂ ਹੋਰ
ਬਾਕੀ ਦੀਆਂ ਚੀਜ਼ਾਂ। ਸੋ ਆਲ ਥੀਸ ਆਰ ਜਿਹੜੀਆਂ ਨੇ ਨਾ ਇੰਡੀਵਿਜੂਅਲ ਵੇਰੀਏਸ਼ਨ ਨੇ। ਕਹਿਣ ਦਾ ਭਾਵ ਮੇਰਾ ਇਹ ਡਿਫਰੈਂਟ ਸਟ੍ਰੋਕਸ ਫॉर ਡਿਫਰੈਂਟ ਫੋਕਸ। ਸਮੇਂ ਅਨੁਸਾਰ ਜਿੱਥੇ ਜਿਵੇਂ ਕਿਵੇਂ ਵੀ ਹੋਵੇ ਉਸ ਨੂੰ ਵਿਚਾਰ ਕਰਕੇ ਬੰਦੇ ਨੂੰ look for what is most appropriate in the given situation। ਹਾਂ, ਜਿਸ ਕਿਸੇ ਦੇ ਕ੍ਰਿਸਮਸ ਤੇ ਮੈਨੂੰ ਬੁਲਾਇਆ ਕਿਸੇ ਨੇ ਆਪਣੇ ਘਰੇ ਤੇ ਉਹਨਾਂ ਦੇ ਲਈ ਮੈਂ ਇਹ ਨਹੀਂ ਕਿ ਉੱਥੇ ਜਾ ਕੇ ਵਿਸਾਖੀ ਦੀਆਂ ਗੱਲਾਂ ਕਰਨ ਲੱਗ ਜਾ, ਨਹੀਂ, ਆਮ ਗੋਇੰਗ ਟੂ ਰਿਸਪੈਕਟ ਜੋ ਉਹਨਾਂ ਦਾ ਸਿਸਟਮ ਆ ਤੇ ਉਹਨਾਂ ਦਾ। ਹਾਂ ਜੀ, ਉਹ ਪੁੱਛਣਗੇ ਜਿਵੇਂ ਹਰਮਿੰਦਰ ਨੇ ਪਹਿਲਾਂ ਦੱਸਿਆ ਸੀਗਾ, ਉਸ ਵਕਤ ਫਿਰ ਦੱਸਣ ਦਾ ਕੋਈ ਹਰਜ ਵੀ ਨਹੀਂ ਉਹਨਾਂ ਦੇ ਨਾਲ ਸ਼ੇਅਰ ਕਰਨ ਦਾ। ਐਸੇ ਤਰ੍ਹਾਂ ਹੀ ਸਾਡੇ ਵੀ ਜਿਹੜੇ ਹੈਗੇ ਨੇ ਲੋਕਾਂ ਦੇ ਕੋਲੇ ਜਿਹੜੇ ਟਾਈਮ ਨੇ ਸਾਰਿਆਂ ਕੋਲ ਲਿਮਟਿਡ ਹੀ ਨੇ। ਦੇਖੋ ਹੁਣ ਸਾਨੂੰ ਈਵਨ ਨਿਤਨੇਮ ਕਈ ਵਾਰੀ ਦਿਖਿਆ ਜਾਵੇ ਤਾਂ ਕਰਨ ਨੂੰ ਨਾ ਕਾਫੀ ਅਖਿਆਈ ਮਹਿਸੂਸ ਹੁੰਦੀ ਹੈ ਕਈ ਵਾਰੀ, ਟਾਈਮ ਕਰਕੇ ਜਾਂ ਕੋਈ ਹੋਰ ਗੱਲ ਕਰਕੇ ਬਾਕੀ ਦੀ ਬਾਣੀ ਨਹੀਂ ਪੜ੍ਹੀ ਜਾਂਦੀ ਜਾਂ ਕੋਈ ਹੋਰ ਅੜਿੱਕੇ ਫੜਿੱਕੇ ਆਉਂਦੇ ਰਹਿੰਦੇ ਨੇ। ਇਸੇ ਤਰ੍ਹਾਂ ਲੋਕਾਂ ਕੋਲੇ ਵੀ ਨਾ ਇਕੱਠੇ ਹੋਣ ਦੇ ਲਈ ਬੜਾ ਸੌਖਾ ਤਰੀਕਾ ਨਹੀਂ ਹੈ ਬਈ ਇੱਕ ਦੂਜੇ ਦੇ ਉਹ ਛੇਤੀ ਆ ਸਕਣ, ਪਰ ਕਈ ਥਾਵਾਂ ਦੇ ਸੌਖਾ ਵੀ ਹੋ ਸਕਦਾ। ਕਹਿਣ ਦਾ ਮੇਰਾ ਭਾਵ ਇਹ ਆ ਵੀ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਆ, ਜਿਸ ਹਿਸਾਬ ਨਾਲ ਵੀ ਕਿਤੇ ਹੁੰਦਾ ਹੈਗਾ, ਸਾਡਾ ਜਿਹੜਾ ਮੁੱਖ ਜਿਹੜਾ ਹੈਗਾ ਉਹ ਇਹੀ ਹੈ ਕਿ ਵੀ ਅਸੀਂ ਸਾਂਝੀ ਵਾਲਤਾ ਜਿਹੜੀ ਹੈ ਨਾ ਉਹਨੂੰ ਕਿਵੇਂ ਰੱਖੀਏ, ਜਿਹੜੀ ਸਾਡੀ ਵਿਲੱਖਣਤਾ ਉਹਨੂੰ ਵੀ ਮੇਨਟੇਨ ਕਰੀਏ, ਪਰ ਐਟ ਦਾ ਸੇਮ ਟਾਈਮ ਇੰਟੀਗ੍ਰੇਸ਼ਨ ਜਿਹੜੀ ਹੈ ਉਹ ਰੀਅਲੀ ਇਜ਼ ਦ ਗੋਲ। ਪਰ ਜਿਹੜੇ ਸਾਡੇ ਅਨੁਭਵ ਆ ਉਹ ਵੱਖੋ ਵੱਖਰਾ ਹੋ ਸਕਦਾ ਤੇ ਉਹਦੇ ਵਿੱਚ ਹਰਜ ਨਹੀਂ ਹੈ ਕੋਈ। That's what growth is all about। ਇਹਨਾਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਦੇਖੋ ਸ਼ਬਦ ਜਿਹੜੇ ਨੇ ਸਾਰੇ ਰੱਬ ਦਾ ਪ੍ਰੇਮ ਹੀ ਦੱਸਦੇ ਆ। ਫਰੀਦ ਜੀ ਦਾ ਆਪਣਾ ਢੰਗ ਹੈ, ਰਵਿਦਾਸ ਜੀ ਦਾ ਆਪਣਾ ਢੰਗ ਹੈ, ਗੁਰੂ ਅਰਜਨ ਦੇਵ ਜੀ ਦਾ ਆਪਣਾ ਢੰਗ ਹੈ, ਉਹਨਾਂ ਦੀ ਆਪੋ ਆਪਣੀ ਮਹਿਕ ਹੈ, ਉਹਨਾਂ ਦੇ ਆਪੋ ਆਪਣੇ ਹੈਗੇ ਨੇ, ਚਾਹੇ ਉਹਨਾਂ ਦਾ ਉਪਦੇਸ਼ ਜਿਹੜਾ ਹੈਗਾ ਉਹੀ ਹੈ ਪ੍ਰੇਮ ਪਿਆਰ ਦਾ ਹੀ। ਸੋ ਇੰਨੀ ਸ਼ਬਦ ਪ੍ਰਵਾਨ ਕਰਨਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ ਫॉर योर ਵਿਊ ਪੁਆਇੰਟਸ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਕੁਦਰਤ, ਜਿਹੜੀ ਮਹਾਰਾਜ ਦੀ ਜਿਹੜੀ ਅਕਾਲ ਪੁਰਖ ਕਰਤਾ ਪੁਰਖ ਨੇ ਜਿਹੜੀ ਸੰਸਾਰ ਦੀ ਰਚਨਾ ਕੀਤੀ ਆ, ਉਹਨੂੰ ਅਸੀਂ ਦੇਖੀਏ। ਤੁਸੀਂ ਡਾਈਵਰਸਿਟੀ ਦੀ ਗੱਲ ਕੀਤੀ ਆ, ਮਹਾਰਾਜ ਨੇ ਤਾਂ ਖੁਦ ਹੀ ਕਹਿਤਾ ਹੈ ਜੀ। ਇੱਕ ਪਾਸੇ ਕਹੀ ਜਾਂਦੇ ਨੇ ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋ ਥਾਉ, ਦੂਜੇ ਪਾਸੇ ਤੁਸੀਂ ਦੇਖੋ ਆ ਕੇ ਇਹ ਵੀ ਕਹੀ ਜਾਂਦੇ ਨੇ ਜਦੋਂ ਪੌੜੀਆਂ ਆਉਂਦੀਆਂ, ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿਦਾ। ਨਾਲ ਜਿਹੜੀ ਅਗਲੀ ਪੌੜੀ ਉਹ 'ਚ ਕਹਿੰਦੇ ਅਸੰਖ ਚੋਰ ਹਰਾਮ ਖੋਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੈ ਜੋ, ਇਹ ਵੀ ਉਹਦੇ ਕਾਇਨਾਤ ਦਾ ਹਿੱਸਾ ਨੇ ਹੈ ਜੀ। ਤੋ ਨੇਕੀ ਤੇ ਬਦੀ ਹੈ ਜਿਹੜੀ ਸੰਸਾਰ ਦੇ ਵਿੱਚ ਹੈ, ਜਿਹੜਾ ਕਰਤਾ ਪੁਰਖ ਦਾ ਜਿਹੜਾ ਖੇਲ ਹੈ ਨਾ ਜੀ, ਉਹਦੇ ਵਿੱਚ ਇਹ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ, ਚੰਗੇ ਤੇ ਮੰਦੇ ਦੇ ਕਰਮ ਹੈ ਜੀ। ਲੇਕਿਨ ਆ ਇੱਕ ਜਿਹੜੀ ਫ੍ਰੀ ਵਿਲ ਦਾ ਜਿਹੜਾ ਵੈਸਟ ਦਾ ਵੀ ਕਨਸੈਪਟ ਆ, ਮਹਾਰਾਜ ਨੇ ਸਾਨੂੰ ਵੀ ਦਿੱਤਾ ਵੀ ਭਾਈ ਜਿਹੜੀ ਫ੍ਰੀ ਵਿਲ ਹੈ ਨਾ ਤੈਨੂੰ ਮਿਲੀ, ਜਿੰਨੀ ਕਿ ਵੀ ਤੈਨੂੰ ਮਿਲੀ ਹੈ, ਇਹ ਹੁਣ ਚੁਆਇਸ ਤੇਰੀ ਹੈ। ਇਹ ਚੁਆਇਸ ਦੇ ਨਾਲ ਕਨਸੀਕੁਐਂਸਸ ਵੀ ਤੇਰੇ ਨੇ, ਕਿਉਂਕਿ ਇੱਥੇ ਫਿਰ ਅਕਾਊਂਟੇਬਿਲਿਟੀ ਆ ਜਾਂਦੀ ਹੈ, ਰਿਸਪੌਂਸਿਬਿਲਿਟੀ ਆ ਜਾਂਦੀ ਹੈ। ਸੋ ਸਾਨੂੰ ਆਪੋ ਆਪਣੀ ਜਿਹੜੀਆਂ ਜਦੋਂ ਸਾਨੂੰ ਅਸੀਂ ਵੈਨ ਇਟ ਕਮਸ ਟੂ ਟੇਕ ਏ ਚੁਆਇਸ ਦੇ ਸਾਨੂੰ ਉਹਦਾ ਜਿਹੜਾ ਪ੍ਰੋਪਰ ਜਿਹੜਾ ਰਾਈਟਫੁਲ ਯੂਜ਼ ਹੈ, ਸਾਡੀਆਂ ਸਿੱਖ ਵੈਲਿਊਜ਼ ਦੇ ਵਿੱਚੋਂ ਜਿਹੜਾ ਦ੍ਰਿਸ਼ਟੀਕੋਣ ਸਾਨੂੰ ਮਿਲਦਾ ਹੈ ਤਾਂ ਹੈ, ਜਿੱਥੇ ਉਹ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਕਨਸੈਪਟ ਆ, ਸਭੇ ਸਾਂਝੀ ਵਾਲ ਸਦਾਈ ਤੂੰ ਕਿਸੇ ਨਾ ਦੱਸਾ ਵਾਰਾ ਜੀਓ, ਪਰ ਉਹ ਸਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ। ਸਾਡੇ ਆਈਡੀਅਲਸ ਸਿੱਖੀ ਦੇ ਬੜੇ ਅੱਛੇ ਨੇ, ਵੈਲਿਊਜ਼ ਬੜੀਆਂ ਅੱਛੀਆਂ ਨੇ, ਪਰ ਜਦੋਂ ਜੇ ਮੈਕਲੋਇਡ ਵਗੈਰਾ ਨੂੰ ਲੋਕੀ ਪਿੱਛੇ ਤਾਂ ਪੈ ਗਏ ਉਹਦੇ, ਪਰ ਜਦੋਂ ਉਹਨੇ ਸਿੱਖ ਪ੍ਰੈਕਟਿਸਿਸ ਦੇਖੀਆਂ ਉਹ ਕਹਿੰਦੇ ਤੁਹਾਡੇ ਹੁਣੇ ਗੁਰੂ ਸਾਹਿਬਾਂ ਨੇ ਉਹ ਚੀਜ਼ਾਂ ਦਿੱਤੀਆਂ ਤੁਹਾਨੂੰ ਕੀਤੀਆਂ, ਪਰ ਜੋ ਮੈਂ ਸਿੱਖਾਂ ਨੂੰ ਦੇਖਦਾ ਜਿਨ੍ਹਾਂ ਨਾਲ ਮਿਲਦਾ ਜੁਲਦਾ ਵਰਤਦਾ ਉਹਨਾਂ ਦੇ ਵਿੱਚ ਉਹ ਪ੍ਰੈਕਟਿਸਿਸ ਨਹੀਂ, ਉਹਨਾਂ ਦੀਆਂ ਪ੍ਰੈਕਟਿਸਿਸ ਹੋਰ ਨੇ ਜਿਹੜੀਆਂ ਤੁਹਾਡੇ ਪਾਤਸ਼ਾਹ ਨੇ ਤੁਹਾਨੂੰ ਦੱਸੀਆਂ ਸੀ। ਸੋ ਸਾਨੂੰ ਉਹ ਜਿਹੜੀਆਂ ਪ੍ਰੈਕਟਿਸਿਸ ਨੇ ਉਹਨਾਂ ਨੂੰ ਇਨਕਲਕੇਟ ਕਰਕੇ ਮੌਕੇ ਦੇ ਲਿਹਾਜ਼ ਨਾਲ, ਸਮੇਂ ਦੇ ਲਿਹਾਜ਼ ਨਾਲ, ਉਹਨਾਂ ਦਿਨਾਂ ਦੇ ਲਿਹਾਜ਼ ਨਾਲ ਸਾਨੂੰ ਜਿੱਥੇ ਜਿੱਥੇ ਅਸੀਂ ਵੀ ਰਹਿੰਦੇ ਹਾਂ ਸਾਨੂੰ ਉਹਨਾਂ ਨੂੰ ਆਪਦੇ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਲੋੜ ਹੈ, ਤਾਂ ਕਿ ਅਸੀਂ ਆਪਣਾ ਜੀਵਨ ਜਿਹੜਾ ਸਫਲ ਇੰਡੀਵਿਜੂਅਲ ਤੌਰ ਤੇ ਵੀ ਆਲੇ ਦੁਆਲੇ ਦੇ ਤੌਰ ਤੇ ਵੀ ਪ੍ਰਫੁੱਲਤਾ ਲਿਆ ਕੇ ਕਰ ਸਕੀਏ। ਹਾਂਜੀ ਭਾਈ ਸੁੱਚਾ ਸਿੰਘ ਜੀ, ਸੈਕੰਡ ਰਾਉਂਡ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ। ਹਾਂਜੀ ਦੇਖੋ ਜੀ, ਮੈਂ ਇੱਕ ਜਿਹੜੀ ਬੇਨਤੀ ਜਾਨੀ ਰਿਸਪੈਕਟਫੁਲੀ ਕਰਨਾ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿਹੜੀ ਚੀਜ਼ ਜਿਹੜੀ ਨਾ ਡਿਫਰੈਂਸ ਦਾ ਮਤਲਬ ਕਿ ਜਿਹੜੀ ਯੂਨੀਕਨੈਸ, ਜਿਹਨੂੰ ਕੋਈ ਡਿਫਰੈਂਸ ਛੱਡ ਕੇ ਜਿਹੜੀ ਯੂਨੀਕਨੈਸ ਉਹ ਹਰ ਇੱਕ ਇਨਸਾਨ ਦੀ, ਹਰ ਇੱਕ ਧਰਮ ਦੀ ਆਪਣੀ ਆਪਣੀ ਹੈ। ਗੁਰੂ ਮਹਾਰਾਜ ਦੀ ਆਪਣੀ ਯੂਨੀਕਨੈਸ ਹੈ,
ਜੇ ਸਾਰਾ ਕੁਝ ਐਕਸੈਪਟੇਬਲ ਹੁੰਦਾ ਤੇ ਗੁਰੂ ਮਹਾਰਾਜ ਦੀ ਕੋਈ ਲੋੜ ਵੀ ਨਹੀਂ ਸੀ ਇਸ ਦੁਨੀਆ ਤੇ ਆਉਣ ਦੀ। ਸਿੰਪਲ ਜੀ ਗੱਲ ਹੈ, ਠੀਕ ਹੈ ਜੀ। ਜੇ ਸਾਰਾ ਕੁਝ ਐਕਸੈਪਟੇਬਲ ਪਹਿਲਾਂ ਜੋ ਚੱਲ ਰਿਹਾ ਸੀ, ਜੇ ਸਾਰਾ ਕੁਝ ਐਕਸੈਪਟੇਬਲ ਸੀਗਾ ਤੇ ਦੈਨ ਹੀ ਵਾਸ ਨਾਟ ਨੀਡਡ ਟੂ ਕਮ ਔਨ ਦਿਸ ਅਰਥ, ਠੀਕ ਹੈ ਜੀ। ਜੇ ਕੁਝ ਸੀਗਾ ਐਸਾ ਕਿ ਜਿਹਨੂੰ ਚੇਂਜ ਕਰਨ ਦੀ ਜ਼ਰੂਰਤ ਸੀ, ਇਸੇ ਵਾਸਤੇ ਗੁਰੂ ਮਹਾਰਾਜ ਜੀ ਪਿਕਚਰ ਦੇ ਵਿੱਚ ਆਉਂਦੇ ਆ। ਯੂਨੀਕਨੈਸ ਵੀ ਉਹਨਾਂ ਦੀ ਇਹੋ ਹੀ ਆ। ਤੇ ਜਿਹੜਾ ਆਪਣੇ ਅਸੀਂ ਅਕਸਰ ਜਿੱਦਾਂ ਸ਼ਬਦ ਜਪਜੀ ਸਾਹਿਬ ਦਾ ਕਹਿੰਦੇ ਆ ਜੀ ਕਿ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ, ਠੀਕ ਹੈ ਜੀ। ਤੇ ਇਹਦਾ ਮਤਲਬ ਉਹ ਨਹੀਂ ਹੈਗਾ ਕਿ ਉਹ ਜਿਹੜੇ ਗੁਰੂ ਈਸ਼ਰ ਗੁਰ ਉਹਨਾਂ ਦੀ ਐਕਸੈਪਟੈਂਸ ਹੈਗੀ ਹੈ। ਸਾਨੂੰ ਤਾਂ ਇਹ ਦੱਸਿਆ ਜਾ ਰਿਹਾ ਕਿ ਪ੍ਰਮਾਤਮਾ ਜਿਹੜਾ ਥਾਪਿਆ ਨਹੀਂ ਜਾ ਸਕਦਾ, ਪ੍ਰਮਾਤਮਾ ਨੂੰ ਥਾਪਿਆ ਨਹੀਂ ਜਾ ਸਕਦਾ। ਉੱਥੇ ਉਹਨਾਂ ਦੇ ਵਾਸਤੇ ਗੁਰੂ, ਗੋਰਖ, ਬ੍ਰਹਮਾ, ਪਾਰਵਤੀ, ਇਹ ਸਾਰੇ ਦੇ ਸਾਰੇ ਉਹਨਾਂ ਦੇ ਵਾਸਤੇ ਅੱਡ-ਅੱਡ ਰੱਬ ਹੈ। ਉਹਨਾਂ ਦੇ ਅੱਡ-ਅੱਡ ਫੰਕਸ਼ਨਸ ਹੈਗੇ ਆ, ਠੀਕ ਹੈ ਜੀ। ਬ੍ਰਹਮਾ ਨੇ ਪੈਦਾ ਕਰਨਾ, ਸ਼ਿਵ ਵਿਸ਼ਨੂੰ ਨੇ ਸਾਰਾ ਤੁਹਾਨੂੰ ਜਾਣਦੇ ਹੋ ਤੁਸੀਂ ਸਾਰੇ ਸਿਆਣੇ ਹੋ। ਵਿਸ਼ਨੂੰ ਨੇ ਚੈਰਿਸ਼ਿੰਗ ਦੇਣੀ ਹੈ ਪਰ ਪਾਲਣਾ, ਤੇ ਸ਼ਿਵ ਜੀ ਨੇ ਮਾਰਨਾ ਹੈ। ਤੇ ਇਸੇ ਕਰਕੇ ਹੀ ਬ੍ਰਹਮਾ ਦਾ ਕੰਮ ਮੁੱਕ ਗਿਆ ਨਾ ਪੈਦਾ ਕਰਨ ਤੋਂ ਬਾਅਦ। ਕੋਈ ਲੋੜ ਨਹੀਂ ਹੁਣ ਉਹਦੀ, ਪੈਦਾ ਕਰਨਾ ਸੀ, ਖਤਮ ਹੋ ਗਿਆ। ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਮੰਦਿਰ ਹੈ ਉਹਦਾ, ਸਿਰਫ ਪੂਰੇ ਹਿੰਦੁਸਤਾਨ, ਠੀਕ ਹੈ। ਇਸ ਵਾਸਤੇ ਦੂਜੇ ਨੰਬਰ ਤੇ ਵਿਸ਼ਨੂੰ ਹੈ। ਤੁਸੀਂ ਆਪਣੇ ਸ਼ਹਿਰਾਂ 'ਚ ਦੇਖ ਲਿਓ, ਅੰਮ੍ਰਿਤਸਰ ਦੇ ਵਿੱਚ ਦੇਖ ਲਿਓ, ਗਲੀਆਂ 'ਚ ਫਿਰ ਕੇ ਦੇਖੋ ਕਿ ਵਿਸ਼ਨੂੰ ਦੇ ਕਿੰਨੇ ਕੁ ਮੰਦਿਰ ਹੈ। ਮੇਬੀ ਸ਼ਹਿਰ 2, 3, 4 ਹੋਣਗੇ। ਹੁਣ ਤੁਸੀਂ ਮਹਾਦੇਵ ਜੀ ਦੇ ਦੇਖਣ ਜਾਓ ਤੇ ਇੱਕ ਇੱਕ ਕਾਰਨਰ ਦੇ ਉੱਪਰ 3 ਹੋਣਗੇ, ਕਿਉਂਕਿ ਜੇ ਤੋਂ ਚੈਰਿਸ਼ਿੰਗ ਲੈਣੀ ਜੈਸ ਉਹਦੀ ਲੋੜ ਹੈ। ਬਾਕੀ ਸਾਨੂੰ ਆਪਣੇ ਬਾਹਾਂ ਤੇ ਵੀ ਜ਼ਰੂਰ ਹੁੰਦਾ ਨਾ ਜੀ ਮਾਣ ਕੇ ਅਸੀਂ ਕਰ ਲਾਂਗੇ, ਕੋਈ ਗੱਲ ਨਹੀਂ। ਇਸ ਕਰਕੇ ਚੈਰਿਸ਼ਿੰਗ ਦੀ ਬਹੁਤੀ ਪ੍ਰਵਾਹ ਨਹੀਂ ਹੁੰਦੀ, ਥੋੜੀ ਹੁੰਦੀ ਹੈ। ਲੇਕਿਨ ਡਰ ਸਭ ਤੋਂ ਜ਼ਿਆਦਾ ਮੌਤ ਦਾ ਹੁੰਦਾ, ਤੇ ਮੌਤ ਦਾ ਜਿਹੜਾ ਰੱਬ ਹੈ ਉਹਦੇ ਫਿਰ ਥਾਂ ਥਾਂ ਤੇ ਮੰਦਿਰ ਬਣ ਕੇ ਉਹਨੂੰ ਪੂਜੇ ਜਾਂਦੇ ਆ, ਠੀਕ ਹੈ ਜੀ। ਤੋ ਇਹ ਜਿਹੜਾ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਇਹ ਉਹ ਸੀਗੇ। ਲੇਕਿਨ ਗੁਰੂ ਮਹਾਰਾਜ ਨੇ ਕਿਹਾ ਕਿ ਗੁਰੂ ਸਿੱਖ ਦੇ ਵਾਸਤੇ ਜਿਹੜਾ ਗੁਰੂ ਹੀ ਈਸ਼ਰ, ਗੁਰੂ ਹੀ ਗੋਰਖ, ਗੁਰੂ ਹੀ ਬ੍ਰਹਮਾ, ਜਿਹੜਾ ਗੁਰੂ ਨਾਨਕ ਹੈ, ਜਿਹੜਾ ਡਿਵਾਈਨ ਨੌਲੇਜ ਹੈ ਸਭ ਤੱਤਾਂ ਨੇ। ਤੋ ਇਹ ਜਿਹੜਾ ਡਿਫਰੈਂਸ ਹੈਗਾ ਉਹਦੇ ਵਿੱਚ। ਹੁਣ ਇਸ ਤਰ੍ਹਾਂ ਦੇ ਡਿਫਰੈਂਸਿਸ ਜਿਹੜੇ ਤੁਹਾਨੂੰ ਬਹੁਤ ਮਿਲਣਗੇ, ਬਹੁਤ ਮਿਲਣਗੇ। ਇਸੇ ਤਰ੍ਹਾਂ ਹੀ ਫਿਲਾਸਫੀ, ਜਿਹੜਾ ਫਿਲਸਾਫੀਕਲੀ ਗੁਰੂ ਨਾਨਕ ਜੀ ਦੇ ਨਾਲ ਕਬੀਰ ਜੀ, ਫਰੀਦ ਜੀ, ਰਵਿਦਾਸ ਜੀ ਤੇ ਬਾਕੀ ਸਾਰੇ ਭਗਤ ਭੱਟ, ਉਹ ਸਾਰੇ ਸਹਿਬਾਨ ਹਨ, ਉਹਨਾਂ ਦੇ ਨਾਲ ਸਹਿਮਤ ਹੈਗੇ, ਠੀਕ ਹੈ ਜੀ। ਲੇਕਿਨ ਟ੍ਰੈਡੀਸ਼ਨਲ ਤੌਰ ਤੇ ਉਹ ਸਹਿਮਤ ਨਹੀਂ ਹੈ ਕਿਤੇ ਵੀ। ਕਬੀਰ ਦੀ ਆਪਣੀ ਟ੍ਰੈਡੀਸ਼ਨ ਹੈ, ਉਹਦੀ ਇੱਕ ਬੈਕਗਰਾਉਂਡ ਹੈ। ਫਰੀਦ ਦੀ ਆਪਣੀ ਬੈਕਗਰਾਉਂਡ ਹੈ, ਆਪਣੀ ਟ੍ਰੈਡੀਸ਼ਨ ਹੈ ਜੀਵਨ ਦੀ, ਉਹ ਉਹਦੇ ਤੋਂ ਚੱਲਦਾ ਆ ਰਿਹਾ। ਲੇਕਿਨ ਗੁਰੂ ਨਾਨਕ ਦੇਵ ਜੀ ਉਹਨੂੰ ਕਿਉਂ ਥਾਂ ਦੇ ਰਹੇ ਆ? ਕਿਉਂਕਿ ਉਸ ਰਸਤੇ ਤੋਂ ਚੱਲ ਕੇ ਵੀ ਪ੍ਰਮਾਤਮਾ ਤੱਕ ਜੇ ਪਹੁੰਚ ਸਕਦਾ ਤੇ ਬਾਕੀ ਮੁਸਲਮਾਨਾਂ ਵਾਸਤੇ ਵੀ ਫਰੀਦ ਵਾਲਾ ਰਸਤਾ ਠੀਕ ਹੈ। ਕਬੀਰ ਦਾ ਰਸਤਾ, ਧੰਨੇ ਦਾ ਰਸਤਾ, ਜੇ ਉਸ ਰਸਤੇ ਤੋਂ ਚੱਲ ਕੇ ਆਣ ਕੇ ਉਹ ਪਹੁੰਚ ਸਕਦੇ ਆ ਤੇ ਬਾਕੀ ਦੇ ਹਿੰਦੂ ਵੀਰ ਵੀ ਪਹੁੰਚ ਸਕਦੇ ਆ। ਇਸ ਵਾਸਤੇ ਉਹ ਉੱਥੇ ਆਉਂਦੇ। ਲੇਕਿਨ ਉਹਨਾਂ ਦੀ ਟ੍ਰੈਡੀਸ਼ਨ, ਉਹਨਾਂ ਦੀ ਜਿਹੜੀ ਮਰਜ਼ਾਦਾ ਹੈਗੀ ਜੀਵਨ ਦੀ, ਉਹ ਸਿੱਖ ਦੇ ਉੱਪਰ ਲਾਗੂ ਨਹੀਂ ਹੁੰਦੀ। ਸਿੱਖ ਦੇ ਉੱਪਰ ਸਿਰਫ ਉਹਨਾਂ ਦੀ ਫਿਲਾਸਫੀ ਲਾਗੂ ਹੁੰਦੀ ਹੈ। ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਮੱਤ ਕਹਿੰਦੇ ਕਿ ਮੁਸਲਮਾਨਾ ਸਿਫਤ ਤੇ ਸ਼ਰੀਅਤ ਪੜ ਕਰੇ ਵਿਚਾਰ ਬੰਦੇ ਸੇ, ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵੇਂ ਅਰਚਾ ਪੂਜਾ ਅਗਰ ਵਾਸ ਵੈ ਕਾਰ, ਜੋਗੀ ਸੁਨ ਧਿਆਵੇਂ ਧਿਆਵਣ ਜਿਤ ਅਲਖ ਨਾਮ ਕਰਤਾਰ। ਹਾਂਜੀ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਸਤਿਆਂ ਮਨ ਸੰਤੋਖ ਉਪਜੈ ਦੇਣੇ ਕਾ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣ ਸੋਭ ਕਰੇ ਸੰਸਾਰ, ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਬੇਕਾਰ, ਇੱਕ ਹੁੰਦਾ ਖਾਏ ਚੱਲੇ ਇਥੋਂ ਨਾ ਬੇਕਾਈ ਕਾਰ। ਨਾਨਕ ਭਗਤਾਂ ਭੁਖ ਸਲਾਮ, ਭਗਤਾਂ ਭੁਖ ਸਲਾਮ, ਸੱਚਨਾਮ। ਹਾਂਜੀ, ਸੋ ਹੁਣ ਇੱਥੇ ਜਿਹੜੀ ਹੈ ਪਹਿਲੀਆਂ ਸਾਰੀਆਂ ਗੱਲਾਂ ਕਰਕੇ ਉਹਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਕੋਈ ਸਹਿਮਤੀ ਨਹੀਂ ਹੈ। ਨਾਨਕ ਜਿਹੜੀ ਹੈ, ਗੁਰੂ ਨਾਨਕ ਫਿਲਾਸਫੀ ਜਿਹੜੀ ਹੈ ਉਹ ਇਹ ਕਹਿ ਰਹੀ ਕਿ ਨਾਨਕ ਭਗਤਾਂ ਭੁਖ ਸਲਾਮ, ਸੱਚ ਨਾਮ ਆਧਾਰ। ਇਹ ਬਾਬੇ ਨਾਨਕ ਦੀ ਫਿਲਾਸਫੀ ਹੈ, ਸ਼ਰ੍ਹਾ ਦੀ ਫਿਲਾਸਫੀ ਦੀ ਕੋਈ ਨਹੀਂ, ਹਿੰਦੂ ਵਾਲੀ ਫਿਲਾਸਫੀ ਦੀ ਕੋਈ ਨਹੀਂ ਹੈ, ਠੀਕ ਹੈ ਜੀ। ਸੋ ਉਹ ਫਿਲਾਸਫੀ ਦਾ ਰਿਜੈਕਸ਼ਨ ਹੈ। ਤੇ ਜਿਹਨੂੰ ਅਸੀਂ ਤਰਕਵਾਦ ਕਹਿੰਦੇ ਆ ਜਾਂ ਰਿਜੈਕਸ਼ਨ ਕਹਿੰਦੇ ਆ ਜਾਂ ਨੈਗੇਸ਼ਨ ਕਹਿੰਦੇ ਆ, ਇਹੋ ਹੀ ਇੱਕ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਇੱਕ ਪੁਆਇੰਟ ਹੁੰਦਾ ਜਿਹੜਾ ਤੁਹਾਨੂੰ ਅਗਾਂਹ ਲੈ ਕੇ ਜਾਂਦਾ, ਜਿਹੜਾ ਤੁਹਾਨੂੰ ਅਗਾਂਹ ਵਧਣ ਦੇ ਵਾਸਤੇ ਪ੍ਰੇਰਨਾ ਦਿੰਦਾ ਹੈ। ਪੜ੍ਹਾਈ 'ਚ ਲੈ ਲਓ, ਕਿਤੇ ਵੀ ਲੈ ਲਓ ਦੁਨੀਆ ਦੇ ਵਿੱਚ, ਜੇ ਤੁਸੀਂ ਤਰਕਸ਼ੀਲ ਨਹੀਂ, ਜੇ ਤੁਸੀਂ ਹਰ ਇੱਕ ਚੀਜ਼ ਨੂੰ ਐਕਸੈਪਟ ਕਰ ਲਿਆ, then you won't move ahead, simple, you are stuck there। ਐਸੇ ਹੀ ਕਰਕੇ ਗੁਰੂ ਨਾਨਕ ਨੇ ਸਾਨੂੰ ਇਹ ਫਿਲਾਸਫੀ ਪਹਿਲੇ ਨੰਬਰ ਤੇ ਸਭ ਤੋਂ ਪਹਿਲੀ ਚੀਜ਼ ਦਿੱਤੀ ਇਹ ਹੈ ਕਿ you have to be ਤਰਕਸ਼ੀਲ, you have to be negated,
ਤੁਸੀਂ ਨੇਗੇਟ ਕਰਨਾ, ਜਿਹੜੀ ਗਲਤ ਚੀਜ਼ ਹੈ ਉਹਨੂੰ ਨੇਗੇਟ ਕਰਨਾ ਸਿੱਖੋ। ਸੋਚੈ ਸੋਚ ਨਾ ਹੋਵਈ, ਭੁੱਖਿਆਂ ਭੁੱਖ ਨਾ ਉਤਰੀ, ਚੁੱਪੇ ਚੁੱਪ ਨਾ ਹੋਵਈ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੋ ਨੈਗੇਸ਼ਨ ਤੋਂ ਹੀ ਤੇ ਗੱਲ ਸ਼ੁਰੂ ਹੋਈ ਹੈ ਜੀ ਸਾਰੀ ਦੀ ਸਾਰੀ ਗੱਲ। ਹੁਣ ਜਿਸ ਵੇਲੇ ਸਾਰਾ ਕੁਝ ਤੁਹਾਨੂੰ ਮੈਨੂੰ ਜੇ ਕਹਿ ਦਿੱਤਾ ਜਾਵੇ ਕਿ ਤੇਰੀ ਪੱਗ ਠੀਕ ਨਹੀਂ, ਤੇਰੀਆਂ ਐਨਕਾਂ ਠੀਕ ਨਹੀਂ, ਤੇਰੇ ਕੱਪੜੇ ਠੀਕ ਨਹੀਂ, ਤੇਰਾ ਬੈਠਣਾ ਉੱਠਣਾ ਠੀਕ ਨਹੀਂ, ਹੁਣ ਜੇ ਮੇਰਾ ਸਾਰਾ ਕੁਝ ਜਿਹੜੀ ਵੀ ਮੇਰੀ ਨੈਗੇਟਿਵਿਟੀਜ਼ ਹੈਗੀਆਂ ਜਿਹੜੀਆਂ ਮੈਨੂੰ ਸਾਰੀਆਂ ਗਿਣਾ ਦਿੱਤੀਆਂ, ਮੈਂ ਗੁੱਸੇ ਹੋਊਂਗਾ, ਠੀਕ ਹੈ ਜੀ, ਠੀਕ ਹੈ, ਮੈਂ ਗੁੱਸੇ ਵੀ ਹੋ ਸਕਦਾ ਮੈਂ ਮੰਦਾ ਚੰਗਾ ਬੋਲ ਕੇ ਪਰਾਂ ਹੋ ਜਾਵਾਂ, ਲੇਕਿਨ ਉਸ ਚੀਜ਼ ਨੇ ਮੇਰੇ ਅੰਦਰ ਬ੍ਰੇਨ ਸਟੋਰਮਿੰਗ ਸ਼ੁਰੂ ਕਰ ਦੇਣੀ ਹੈ। ਮੈਂ ਜਾਂਦੇ ਨੇ ਸੋਚੀ ਜਾਣਾ ਕਿ ਵਾਕਿਆ ਮੇਰੀ ਪੱਗ ਠੀਕ ਹੈ, ਮੇਰੀ ਕਮੀਜ਼ ਦੀ ਗੱਲ ਹੋਈ ਹੈ, ਮੇਰੀ ਐਨਕਾਂ ਦੀ ਗੱਲ ਹੋਈ ਆ, ਮੈਂ ਵਾਕ ਠੀਕ ਕਰਦਾ। ਸੋ ਉਹ ਜਿਹੜੀ ਹੈ ਬ੍ਰੇਨ ਸਟੋਰਮਿੰਗ ਹੈ, ਉਹ ਗੁਰੂ ਨਾਨਕ ਦੀ ਫਿਲਾਸਫੀ ਹੈ, ਔਰ ਉਹ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਕਹਿੰਦਾ ਕਿ ਜਿਹਨੂੰ ਲੋੜ ਹੈਗੀ ਹੈ ਭਾਲਣ ਦੀ, ਉਹ ਆ ਜਾਵੇ, ਉਹਦੇ ਵਾਸਤੇ ਗਿਆਨ ਖੰਡ ਵੀ, ਉਹਦੇ ਵਾਸਤੇ ਧਰਮ ਖੰਡ ਵੀ, ਉਹਦੇ ਵਾਸਤੇ ਸ਼ਰਮ ਖੰਡ, ਕਰਮ ਖੰਡ, ਸੱਚਖੰਡ ਤੱਕ ਪਹੁੰਚਣ ਦੇ ਵਾਸਤੇ ਰਸਤੇ ਵੀ ਦੱਸ ਦਿੱਤੇ, ਗਾਂ ਜਾ ਕੇ ਸਾਰਾ ਕੁਝ ਦੱਸਦਾ। ਤੇ 33 ਪੌੜੀਆਂ ਤੱਕ ਜਿਹੜੀ ਗੁਰੂ ਨੇ ਜਿਹੜੀ ਧਰਮ ਖੰਡ ਦੀ ਇਹ ਗੱਲ ਕੀਤੀ ਕਿ ਆਪਣੇ ਧਰਮ ਦੀ ਪਹਿਚਾਣ ਤਾਂ ਹੋਵੇ ਬੰਦੇ ਨੂੰ ਕੀ ਹੈ। ਉਸ ਤੋਂ ਬਾਅਦ ਜਾ ਕੇ ਜਿਹੜੀਆਂ 3-4 ਪੌੜੀਆਂ ਦੇ ਵਿੱਚ ਬਾਕੀ ਸਾਰੀ ਗੱਲ ਉਹਨੇ ਸਮੇਟ ਦਿੱਤੀ ਸੀ, ਕਿਉਂਕਿ ਸਭ ਤੋਂ ਔਖੀ ਚੀਜ਼ ਜਿਹੜੀ ਹੈ ਧਰਮ ਦੀ ਉਹ ਹੈਗੀ ਹੈ ਡਿਸਿਪਲਿਨ ਨੂੰ ਪਾਲਣਾ, ਧਰਮ ਨੂੰ ਪਾਲਣਾ, ਸਮਝਣਾ ਤੇ ਉਹਨੂੰ ਪਾਲਣਾ। ਤੇ ਉਹ ਜਿਹੜੀ ਬਹੁਤ ਲੰਬੀ ਚੌੜੀ ਗੱਲ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ ਸੀ, ਉਹ ਸਾਰੇ ਗਾਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1429 ਪੰਨਿਆਂ ਦੇ ਵਿੱਚ ਜਿਹੜੀ ਬੜੀ ਤਫਸੀਲ ਦੇ ਨਾਲ ਗੱਲ ਕੀਤੀ ਜਾਂਦੀ ਹੈ। ਤੇ ਮਤਲਬ ਕਿ ਸਾਨੂੰ ਇਹ ਨਾ ਜੀ, ਮਤਲਬ ਇੰਨੇ ਸਾਲਾਂ ਦੀ ਜਿਹੜੀ ਗੁਰੂ ਦੀ ਕਿਰਪਾ ਨਾਲ ਜਿਹੜੀ ਜਿੰਨੇ ਕਿ ਤਪੱਸਿਆ ਹੋ ਸਕੀ ਹੈ, ਸਾਰੀ ਸੰਗਤ ਜਾਣਦੀ, ਜਿਹੜੇ ਆਪ ਜੀ ਜੁੜਦੇ ਆਪਣੇ ਮੰਡੇ ਦੀ ਕਲਾਸ ਦੇ ਵਿੱਚ, ਕਿ ਕਿੰਨੀ ਔਖੀ ਹੈ ਬਾਣੀ। ਅਸੀਂ ਕੁਝ ਹੋਰ ਸਮਝਦੇ ਹੁੰਦੇ ਹਾਂ, ਲੇਕਿਨ ਗੁਰੂ ਹੋਰ ਕਹਿ ਰਿਹਾ। ਥੈਂਕ ਯੂ ਜੀ, ਥੈਂਕ ਯੂ ਭਾਈ ਸਾਹਿਬ ਜੀ। ਤੁਹਾਡਾ ਜਿਹੜਾ ਅਸੀਂ ਅਗਲੇ ਹਫਤੇ ਆਵਾਂਗੇ ਫੇਰ, ਕਿਉਂਕਿ ਜਿਹੜਾ ਅਗਲਾ ਹਫਤਾ ਹੈ ਨਾ ਜੀ, ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਲਾਈਫ ਐਂਡ ਲੈਗੇਸੀ ਐਂਡ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਵਾਲਾ ਜਿਹੜਾ ਮੈਸੇਜ ਹੈ ਉਹਦੇ ਤੇ ਅਸੀਂ ਫੋਕਸ ਕਰਾਂਗੇ। ਨਾਲੇ ਗੁਰੂ ਪਾਤਸ਼ਾਹ ਦੇ ਅੱਜ ਹੀ ਆਲ ਦੋ ਅਸੀਂ ਤੇ ਸ਼ੁਰੂ ਹੋ ਹੀ ਗਏ ਜਪਜੀ ਸਾਹਿਬ ਤੋਂ, ਜੇ ਇਸ ਤਰ੍ਹਾਂ ਜਿਵੇਂ ਤੁਸੀਂ ਵਿਚਾਰ ਦਿੱਤੇ ਨੇ। ਥੈਂਕ ਯੂ ਤੁਹਾਡਾ। ਵੀ ਆਰ ਸੈਟਿੰਗ ਦਾ ਸਟੇਜ ਫॉर द ਨੈਕਸਟ ਵੀਕ ਟੂ ਫॉर ਸੈਲੀਬ੍ਰੇਟਿੰਗ ਜਿਹੜੀ ਰੱਬੀ ਰੂਹ ਜਿਹੜੀ ਆਈ ਇਸ ਸੰਸਾਰ ਦੇ ਉੱਤੇ ਜਗ ਦੇ ਤਾਰਨ ਦੇ ਲਈ ਤੇ ਮੈਸੇਜ ਦੇਣ ਲਈ, ਪੀਸ, ਲਵ ਐਂਡ ਯੂਨਿਟੀ among all, ਹਾਂਜੀ, ਐਂਡ ਇਕੁਐਲਿਟੀ ਆਫ all ਐਂਡ women empowerment, ਯੂ ਨੇਮ ਇਟ। ਕਿਹੜੀ ਚੀਜ਼ ਸੀ ਜਿਹੜੀ ਗੁਰੂ ਨਾਨਕ ਨੇ 500 ਸਾਲ ਪਹਿਲਾਂ ਮੇਰੇ ਪਾਤਸ਼ਾਹ ਨੇ ਰੈਵੋਲੂਸ਼ਨ ਲਿਆ ਕੇ ਰੱਖਤਾ। ਤਾਂ ਹੀ ਕਹਿ ਰਹੇ ਨੇ ਗੁਰੂ ਨਾਨਕ ਵਾਸ ਰੈਵੋਲੂਸ਼ਨਰੀ, ਇਕੱਲੇ ਸਮਾਜਿਕ ਸੁਧਾਰਤ ਨਹੀਂ ਸੀ। ਕਈ ਵਾਰ ਉਹ ਜਿਹੜਾ ਬੰਦਾ BA MA ਕਰਦਾ ਉਹਦੋਂ ਵਿੱਚ ਕੁਐਸਚਨਸ ਆਉਂਦੇ ਨੇ, ਜਿਹੜਾ ਐਗਜ਼ਾਮਸ ਵਗੈਰਾ ਟੈਸਟ ਦੇ ਵਿੱਚ, MA ਵਗੈਰਾ ਦੇ ਵਿੱਚ, was he social reformer or he was revolutionary? He was actually both। ਤੇ ਆਪਾਂ ਅਗਲੀ ਵੇਰ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੀ ਸਿੱਖਿਆ ਦੇ ਉੱਤੇ। ਹਾਂਜੀ ਵੀਰ ਜੀ ਕੁਲਵਿੰਦਰ ਸਿੰਘ ਜੀ, ਸੈਕੰਡ ਰਾਉਂਡ, ਤੁਸੀਂ ਕੀ ਕਹਿਣਾ ਚਾਹੋਗੇ ਜੋ ਕੁਝ ਨਹੀਂ ਕਿਹਾ ਪਹਿਲਾਂ? ਹਾਂਜੀ, ਪ੍ਰੋਫੈਸਰ ਸੁੱਚਾ ਸਿੰਘ ਨੇ ਜਿਹੜੀ ਗੱਲ ਕੀਤੀ ਹੈ, ਉਤੋਂ ਹੀ ਸ਼ਬਦ ਤੋਂ ਹੀ ਮੈਂ ਆ ਜਾਂਦਾ ਵਾਂ ਕਿ ਜਪਜੀ ਸਾਹਿਬ ਦੇ ਸ਼ਬਦ ਨੂੰ, ਇਸ ਸ਼ਬਦ ਨੂੰ ਮੈਂ ਵੀ ਵਿਚਾਰ ਰਿਹਾ ਸੀ ਕਿ ਸੋਚਿਆ ਸੋਚ ਨਾ ਹੋਵੇ ਜੇ ਸੋਚ ਲਵਾ, ਚੁੱਪੈ ਚੁੱਪ ਨਾ ਹੋਵੇ ਜੇ ਲਾਇਨਾ, ਭੁੱਖਿਆਂ ਭੁੱਖ ਨਾ ਉਤਰੀ ਜਬ ਨਾ ਪਰੀ, ਸਹਿ ਸਿਆਣਪਾ ਲੱਖ ਹੋਏ। ਜਦੋਂ ਅਸੀਂ ਗੁਰਬਾਣੀ ਦੇ ਅਰਥ ਕਰਦੇ ਆ ਨਾ, ਤੇ ਇਹ ਡਿਪੈਂਡ ਕਰਦਾ ਹੈ ਅਸੀਂ ਚੀਜ਼ ਨੂੰ ਕਿਸ ਤਰ੍ਹਾਂ ਨਾਲ ਕੈਚ ਕਰਦੇ ਹਾਂ। ਇੱਕ ਤੇ ਇਹ ਮੀਨਿੰਗ ਆ ਗਿਆ ਸਦਾ ਕਲੀਅਰ ਵੀ ਐਦਾਂ ਵੀ ਨਹੀਂ ਹੋਣਾ, ਐਦਾਂ ਵੀ ਨਹੀਂ ਹੋਣਾ, ਐਦਾਂ ਵੀ ਨਹੀਂ ਤੇ ਐਦਾਂ ਵੀ ਨਹੀਂ। ਫਿਰ ਤੇ ਹੋਣਾ ਕਿੱਦਾਂ? ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਹੁਣ ਇਸੇ ਸ਼ਬਦ ਨੂੰ ਮੈਂ ਵਿਚਾਰ ਕਰ ਰਿਹਾ ਸੀ ਕੁਝ ਪਹਿਲਾਂ, ਤੇ ਉਹ ਮੇਰੇ ਮਨ ਦੇ ਵਿੱਚ ਜਿਹੜੇ ਵਿਚਾਰ ਆਏ ਸੀ ਨਾ ਕਿ ਇਸੇ ਚੀਜ਼ ਨੂੰ ਅਸਾਂ ਦੂਸਰੇ ਰੂਪ ਚ ਵੇਖਣਾ ਹੈ। ਕਿਸ ਰੂਪ ਚ ਦੇਖਣਾ ਹੈ? ਮੈਂ ਸੋਚਦਾ ਮੈਂ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉਚਾਰਨ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਮਨ ਚ ਗੱਲ ਕੀ ਸੀ, ਉਹ ਕਹਿਣਾ ਕੀ ਚਾਹੁੰਦੇ ਸੀ? ਸੋ ਉੱਥੋਂ ਜਦੋਂ ਮੈਂ ਏਦਾਂ ਸੋਚਿਆ ਨਾ, ਤੇ ਮੇਰੇ ਮਨ ਚ ਆਇਆ ਕਿ ਗੁਰੂ ਸਾਹਿਬ ਨੇ ਅਸਲ ਚ ਸਾਡੇ ਮਨ ਦੇ ਇੱਕ ਸਵਾਲ ਨੂੰ ਪਹਿਲਾਂ ਫੜਿਆ। ਤੇ ਹਰ ਬੰਦੇ ਦੇ ਮਨ ਦੇ ਵਿੱਚ ਸਵਾਲ ਹੈ, ਸਿੱਖ ਦੇ ਮਨ ਚ, ਪ੍ਰਕਿਰਤੀ ਦੇ ਮਨ ਦੇ ਵਿੱਚ ਸਵਾਲ ਹੈ ਕਿ ਕਿਵ ਸਚਿਆਰਾ ਹੋਈਏ, ਸੱਚੇ ਕਿੱਦਾਂ ਬਣਿਆ ਜਾ ਸਕਦਾ? ਧਰਮੀ ਤਾਂ ਅਸੀਂ ਬਣਦੇ ਹਾਂ ਸੱਚੇ ਬਣਨ ਵਾਸਤੇ। ਸੋ ਚੀਜ਼ ਸ਼ੁਰੂ ਕਿੱਥੋਂ ਹੋਈ ਹੈ? ਹੁਣ ਮੈਨੂੰ ਏਦਾਂ ਲੈ ਲੈਣਾ, ਸ਼ੁਰੂ ਹੋਈ ਵੀ ਇਸ ਚੀਜ਼ ਨੂੰ ਪ੍ਰੂਵ ਕਰਨ ਵਾਸਤੇ, ਕਲੈਰੀਫਾਈ ਕਰਨ ਵਾਸਤੇ ਸਾਰਾ ਸ਼ਬਦ ਉਚਾਰਿਆ ਗਿਆ ਕਿ ਸੱਚੇ ਕਿੱਦਾਂ ਬਣਿਆ ਜਾ ਸਕਦਾ ਹੈ, ਤੇ ਕੂੜ ਦੀ ਜਿਹੜੀ ਕੰਧ ਹੈ ਇਹ ਕਿੱਦਾਂ ਤੋੜੀ ਜਾ ਸਕਦੀ ਹੈ। ਹੁਣ ਜਦੋਂ ਮੈਂ ਇਸ ਸ਼ਬਦ ਤੋਂ ਸ਼ੁਰੂ ਕਰਤਾ ਤੇ ਸਾਰੇ ਸ਼ਬਦ ਦੇ ਅਰਥ ਜਿਹੜੇ ਆ ਨਾ ਉਹ ਮੋਡੀਫਾਈ ਹੋਣੇ ਸ਼ੁਰੂ ਹੋ ਜਾਂਦੇ। ਫਿਰ ਅਰਥ ਕੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ? ਸੋਚਿਆ ਸੋਚ ਨਾ ਹੋਵੇ
ਕਿ ਜਿਹੜੀ ਸੁਚਮਤਾ ਹੈਗੀ ਹੈ ਇਹ ਮਾੜੀ ਚੀਜ਼ ਨਹੀਂ ਹੈ। ਹੁਣ ਅਰਥ ਬਦਲਣੇ ਸ਼ੁਰੂ ਹੋ ਗਏ। ਨਾ ਦਾ ਅਰਥ ਜਿਹੜਾ ਹੈ ਨਾ ਕੰਪੈਰੀਟਿਵ ਹੋ ਗਿਆ, ਨਾ ਨੈਗੇਟਿਵ ਨਹੀਂ ਰਹਿ ਗਿਆ, ਇਹ ਕੰਪੈਰੀਟਿਵਲੀ ਜਿਹੜੀ ਹੈ ਬੈਟਰ ਤੇ ਗੁੱਡ ਤੇ ਬੈਟਰ ਦੀ ਕੰਪੈਰੀਟਿਵਲੀ ਸੁਚਮਤਾ ਚੰਗੀ ਚੀਜ਼ ਹੈ, ਪਰ ਜਿਹੜੀ ਅਖੀਰ ਤੇ ਕੀ ਹੈ ਹੁਕਮ ਰਜਾਈ ਉਹ ਬੈਟਰ ਹੈ, ਹੁਕਮ ਰਜਾਈ ਬੈਸਟ ਹੈ। ਹੁਣ ਸੁਚਮਤਾ ਨੂੰ ਲੈ ਲਿਆ, ਸੋਚਿਆ ਸੋਚਦਾ ਫਿਰ ਚੁੱਪਣ ਦੀ ਗੱਲ ਹੈ ਕਿ ਉਹ ਪਹਿਲਾਂ ਲੋਕੀ ਮੌਨ ਵਰਤ ਰੱਖਦੇ ਸੀ ਕਿ ਜਦੋਂ ਚੁੱਪ ਵੀ ਕਰ ਜਾਏਗਾ ਚੁੱਪੇ ਚੁੱਪ ਨਾ ਹੋਵੇ ਜੇ ਲਾਈ ਰਹਾ ਲਿਪਤਾ, ਮੌਨ ਵੀ ਤੇਰਾ ਮਨ ਤੇ ਬੋਲੀ ਜਾਂਦਾ ਪਿਆ ਹੈ। ਸੋ ਮੌਨ ਜਿਹੜਾ ਹੈ ਉਹਨੂੰ ਕੰਡੈਮ ਨਹੀਂ ਕੀਤਾ ਗਿਆ, ਦੱਸਿਆ ਗਿਆ, ਪਰ ਮੌਨ ਕਰਕੇ ਵੀ ਤੂੰ ਹੁਕਮ ਤੇ ਨਹੀਂ ਪਹੁੰਚ ਸਕਦਾ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾ ਤੇ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚਲੇ ਨਾਲ। ਸਿਆਣਪਾ ਨਾਲ ਵੀ ਤੂੰ ਰੱਬ ਤੇ ਨਹੀਂ ਪਹੁੰਚ ਸਕਦਾ, ਪਰ ਮਤਲਬ ਇਹ ਨਹੀਂ ਕਿ ਸਿਆਣਪ ਵਰਤਣੀ ਨਹੀਂ, ਕਿਉਂ ਗੁਰਬਾਣੀ ਕਹਿੰਦੀ ਅਗਲੀ ਸਾਹਿਬ ਸੇਵੀ ਹੈ। ਸੋ ਜਦੋਂ ਅਸੀਂ ਸ਼ਬਦ ਦੀ ਅਖੀਰਲੀ ਪੰਕਤੀ ਨੂੰ ਫੜਿਆ ਨਾ ਤੇ ਅਰਥ ਇਹ ਨੈਗੇਟਿਵ ਨਹੀਂ ਰਹਿ ਗਏ, ਇਹ ਕੰਪੈਰੀਟਿਵ ਬਣ ਗਏ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿਹੜਾ ਹੁਕਮ ਹੈ ਨਾ ਉਹ ਬੈਸਟ ਹੈਗਾ। ਹੁਕਮ ਮੰਨ ਕੇ ਹੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਤੂੰ ਸਚਿਆਰ ਬਣ ਸਕਦਾ ਹੈ, ਪਰ ਬਾਕੀ ਚੀਜ਼ਾਂ ਬਿਲਕੁਲ ਨੈਗੇਟਿਵ ਨਹੀਂ ਰਹਿ ਜਾਂਦੀਆਂ, ਕੰਪੈਰੀਟਿਵਲੀ ਉਹ ਡਾਊਨ ਆ। ਤੇ ਟਾਈਮ ਮੈਨੂੰ ਲੱਗਦਾ ਮੇਰਾ ਜੀ ਇਹ ਵੀ ਐਕਚੁਅਲੀ ਜਪਜੀ ਸਾਹਿਬ ਦੇ ਉੱਤੇ ਹੀ ਨਾ ਜੀ, ਮੇਰੇ ਕੋਲੇ 5-7 ਥੀਸਿਸ ਪਏ ਨੇ, PhD ਥੀਸਿਸ ਹੈ ਜੀ ਲਿਖੇ ਲੋਕਾਂ ਦੇ, ਤੇ ਕਈਆਂ ਨੇ ਆਈ ਹਰਡ ਫਰਮ ਸਮਬਡੀ ਦੇ 99 ਦੇ 95 ਦੇ ਕਰੀਬ ਜਪਜੀ ਸਾਹਿਬ ਦੇ ਉੱਤੇ ਥੀਸਿਸ ਲਿਖ ਕੇ ਲੋਕਾਂ ਨੇ PhD ਕੀਤੀ ਹੈ ਵਿਦ ਡਿਫਰੈਂਟ ਇੰਟਰਪ੍ਰੀਟੇਸ਼ਨਸ। ਜੋ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਕਿਹਾ ਨਾ ਜੀ, ਅਲੱਗ-ਅਲੱਗ ਵਿਚਾਰ ਨੇ ਉਹਨਾਂ ਦਾ, ਜਿਹੜਾ ਕਿ ਆਮ ਤੌਰ ਤੇ ਜਿਹੜਾ ਉਹਨਾਂ ਦਾ ਵਨ ਆਫ ਦਾ ਬੈਸਟ ਟੀਕੇ ਮੰਨੇ ਗਏ ਨੇ, that means they were the base to start with। ਉਹਨਾਂ ਨੇ ਕਿਹਾ ਇਹ ਪ੍ਰਵੇਲੈਂਟ ਥਾਟ ਸੀਗੇ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਉਹਨਾਂ ਜ਼ਮਾਨਿਆਂ ਦੇ ਵਿੱਚ, ਪਰ ਉਹਨਾਂ ਨੇ ਕਿਹਾ ਭਾਈ ਉਹਨਾਂ ਦੇ ਨਾਲੋਂ ਵੀ ਜਿਹੜਾ ਹੁਕਮ ਹੈ ਨਾ ਜਿਹੜਾ ਤੇਰੇ ਨਾਲ ਹੀ ਲਿਖ ਕੇ ਆਉਂਦਾ, ਹੇ ਜੀਵ ਉਹ ਕਰਤਾ ਪੁਰਖ ਦੀ ਰਜ਼ਾ ਚ ਰਹਿਣ ਦੇ ਨਾਲ ਹੀ ਆ, ਅਸਲੀ ਸੱਚਿਆਰਪੁਣਾ ਉਂਝ ਨਹੀਂ ਹੈ। ਇੱਥੇ ਆ ਕੇ ਗੱਲ ਜਿਹੜੀ ਹੈ ਨਿਬੜਦੀ ਹੈ। ਹਾਂਜੀ ਵੀਰ ਜੀ ਕਿਰਪਾਲ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੋ ਕੁਛ ਹਲੇ ਨਹੀਂ ਕਵਰ ਹੋਇਆ ਤੇ ਜਿਹੜਾ maybe we have not addressed it yet? I think most of the things are well covered, but ਇਹ ਜਿਹੜੀ interpretation ਹੈ ਨਾ, ਇਹ so it's very interesting and it should be encouraged, ਕਿ ਇਸੇ ਤਰ੍ਹਾਂ ਜਿਹੜੇ thought process ਨੇ further develop ਹੁੰਦੇ ਨੇ ਜਦੋਂ ਅਸੀਂ ਇਹਨਾਂ ਨੂੰ ਮੁੜ ਇਹਨਾਂ ਦੇ ਵਿਚਾਰ ਕਰਦੇ ਹੈਗੇ ਆ। ਤੇ ਜਿਹੜਾ ਵਿਚਾਰ ਕਰਨਾ ਸਾਡੇ ਵਿੱਚ ਮਹਾਰਾਜ ਨੇ ਜਦੋਂ ਮੁੰਦਾਵਣੀ ਦੇ ਵਿੱਚ ਕਹਿ ਰਹੇ ਨੇ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਤੇ ਟੂਲਸ ਨੇ ਸਤ ਸੰਤੋਖ ਤੇ ਵਿਚਾਰ ਦੇ, ਤੇ ਉਹ ਟੂਲ ਜਿਹੜੇ ਵਰਤਣ ਦੇ ਨਾਲ ਹੀ ਅਖੀਰ ਤੇ ਜਿਹੜਾ ਅੰਮ੍ਰਿਤ ਨਿਕਲਦਾ, ਅੰਮ੍ਰਿਤ ਹੈ ਜਿਹਨੂੰ ਸੈਂਸ ਆਫ ਇਮੋਰਟੈਲਿਟੀ ਜਾਂ ਜੋ ਵੀ ਕਹਿਣਾ ਚਾਹੁੰਦੇ ਆ ਉਹਦੇ ਵਿੱਚੋਂ ਹੀ ਨਿਕਲਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ, ਇਹ ਇਕੱਲੀ ਤਰਕ ਨਹੀਂ ਹੈ, ਤਰਕ ਹੈ ਜੇ ਕਿਸੇ ਨੂੰ ਜਾਣ ਬੁੱਝ ਕੇ ਥੱਲੇ ਲਾਉਣਾ ਹੋਵੇ, ਉਹ ਤਰਕ ਦੀ ਸਿਚੁਏਸ਼ਨ ਹੈ। ਜਿਹੜੀ ਸਮਝਣ ਦੀ ਕੋਸ਼ਿਸ਼ ਕਰਨੀ ਇੱਕ ਦੂਜੇ ਦਾ ਵਿਚਾਰ ਵਟਾਂਦਰਾ ਕਰਕੇ, ਉਹ ਜਿਹੜਾ ਉਹ ਤਾਂ ਇਨਕਰੇਜ ਹੈ ਮਹਾਰਾਜ ਦਾ, ਮਹਾਰਾਜ ਇਨਕਰੇਜ ਕਰਦੇ ਨੇ ਉਸ ਨੂੰ ਕਿ ਵੀ ਤੁਸੀਂ ਭਾਈ ਇਸ ਨੂੰ ਵਿਚਾਰਬੰਦ ਹੋ ਕੇ ਤੇ ਡਿਸਕਸ਼ਨ ਇਸ ਤਰ੍ਹਾਂ ਦੇ ਕਰਾ ਕੇ ਅਗਾਂਹ ਵਧਣ ਦੀ ਕੋਸ਼ਿਸ਼ ਕਰੋ ਤੇ ਇੱਕ ਦੂਜੇ ਨੂੰ ਨਾਲ ਲੈ ਕੇ ਚੱਲੋ। ਸੋ ਦੈਟਸ ਵਾਟ ਆਈ ਵਿਊ ਇਟ, ਕਿ ਵੀ ਜਿਵੇਂ ਵੀ ਜਪਜੀ ਸਾਹਿਬ ਦੇ ਅਸੀਂ ਅਰਥ ਕਰਦੇ ਹਾਂ, ਸੁਣਦੇ ਹਾਂ, ਹਰ ਇੱਕ ਵਾਰੀ ਇੱਕ ਨਵਾਂ ਹੀ ਨਜ਼ਰੀਆ ਪੈਦਾ ਹੋ ਜਾਂਦਾ। ਸ਼ਬਦ ਤੇ ਉਹੀ ਹੁੰਦੇ ਨੇ, ਪਰ ਉਹਨਾਂ ਦੇ ਜਿਹੜੇ ਵਿਚਾਰ ਨੇ ਨਾ, ਉਹਨਾਂ ਦੇ ਸੁਣ ਕੇ ਜਿਸ ਹਿਸਾਬ ਨਾਲ ਕਿਸੇ ਦੀ ਆਪਣੀ ਪਰਸੈਪਸ਼ਨ ਹੁੰਦੀ ਹੈ, ਆਪਣੀ ਰੀਅਲਾਈਜੇਸ਼ਨ ਹੁੰਦੀ ਹੈ, ਉਹ ਜਦੋਂ ਸ਼ੇਅਰ ਕਰਦੇ ਨੇ, ਇਟਸ ਬਿਕਮਸ ਮੋਰ ਐਨਲਾਈਟਨਿੰਗ। ਸੋ ਦੈਟਸ ਵਾਟ ਗੁਰਸਿੱਖੀ ਇਜ਼ ਆਲ ਅਬਾਊਟ। ਸਿੱਖੀ ਸਿੱਖਿਆ ਗੁਰ ਵਿਚਾਰ, ਹਾਂਜੀ, ਜਿਹੜੀ ਹੈ ਸਾਡੇ ਜਿਹੜੀ ਹੈ ਵਿਚਾਰ ਤੋਂ ਬਗੈਰ ਤਾਂ ਗੱਲ ਹੀ ਨਹੀਂ। ਸਾਰਿਆਂ ਤੋਂ ਜ਼ਿਆਦਾ ਹੀ ਈਵਨ ਅਖੀਰ ਤੇ ਵੀ ਜਦੋਂ ਅਸੀਂ ਕਹਿੰਦੇ ਆ ਗਿਆ ਭਈਏ ਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਾਂ ਕੋ ਮੈਂ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਹੋ ਜਾਏ ਖੋਜ ਸ਼ਬਦ ਮਿਲੇ। ਖੋਜ ਤੇ ਜ਼ੋਰ ਦਿੱਤਾ। ਖੋਜ ਦਾ ਮਤਲਬ ਇਹ ਨਹੀਂ ਕਿ ਬਈ ਤੁਸੀਂ ਇੱਕ ਕਿਸਮ ਦੀ ਇਹ ਜਸਟ ਅ ਮੈਂਟਲ ਐਕਸਰਸਾਈਜ਼। ਖੋਜ ਦਾ ਮਤਲਬ ਇੱਥੇ ਇਹੀ ਹੈ ਆਉਂਦਾ ਕਿ ਇਹ ਚੀਜ਼ਾਂ ਨੂੰ ਵਿਚਾਰ ਕੇ ਉਹਨਾਂ ਤੇ ਅਮਲ ਕਰਕੇ ਤੇ ਫਿਰ ਉਹਨਾਂ ਦੇ ਨਾਲ ਫਿਰ ਇੱਕ ਦੂਜੇ ਨਾਲ ਸ਼ੇਅਰ ਕਰਨੀਆਂ। And we continue to progress for more and more enlightenment. ਬਾਕੀ ਅੰਤ ਤਾਂ ਉੱਥੇ ਹੀ ਹੁੰਦਾ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ। It's all life is a journey and it is a gradually progressive learning process. ਇੰਨੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
ਮੈਂ ਵੀ ਆਪਦਾ ਇੱਕ ਪਰਸਨਲ ਵਿਊ ਪੁਆਇੰਟ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਕਿ ਅੱਜ ਸਵੇਰੇ ਜਦੋਂ ਮੈਂ ਗੁਰਬਾਕ ਲਿਆ ਤੇ ਗੁਰਬਾਕ ਮੈਨੂੰ ਆਇਆ ਰਾਮਕਲੀ ਮਹਿਲਾ ਪਹਿਲਾ ਕਰ ਪਹਿਲਾ ਹੈ ਜੀ, ਉਹ ਰਾਮਕਲੀ ਰਾਗ ਸ਼ੁਰੂ ਹੀ ਹੁੰਦਾ ਉੱਥੋਂ। ਚੌਪ ਦੇ ਵਿੱਚ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਮੂਲ ਮੰਤਰ ਤੋਂ ਬਾਅਦ ਕਹਿੰਦੇ ਨੇ, ਕੋਈ ਪੜਤਾ ਸਹਿਸਾ ਕਿਰਤਾ, ਕੋਈ ਪੜੇ ਪੁਰਾਨਾ, ਕੋਈ ਨਾਮ ਜਪ ਮਾਲੀ ਲਾਗੇ। ਹਾਂਜੀ, ਨਾਲ ਹੀ ਕਹਤਾ ਅਬ ਹੀ ਕਭੂ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ। ਲੇਕਿਨ ਜਿਹੜੀਆਂ ਰਹਾਉ ਦੀਆਂ ਤੁਕਾਂ ਸੀ ਉਹ ਸੀ, ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਗਿਆਨ ਸ਼ਰਨ ਪ੍ਰਭ ਤੇਰੀ, ਕਰ ਕਿਰਪਾ ਰੱਖੋ ਮੇਰੀ ਲਾਜ ਬਤੇ। ਹੁਣ ਦਸਤਾ ਮਹਾਰਾਜ ਕਹਿੰਦੇ ਵੀ ਕੋਈ ਤਾਂ ਜਿਹੜੇ ਸੰਸਕ੍ਰਿਤੀ ਦੇ ਜਿਹੜੇ ਬੌਧਿਕ ਤੇ ਜੈਨ ਜਿਹੜੇ ਗ੍ਰੰਥ ਨੇ ਉਹ ਪੜ੍ਹਦਾ ਹੈ ਜੀ, ਕੋਈ ਧਿਆਨ ਲਾਉਂਦਾ ਹੈ ਜੀ, ਸਮਾਧੀ ਲਾਈ ਬੈਠਾ ਹੈ। ਕਹਿੰਦੇ ਪਰ ਕਹਿੰਦੇ ਕੋਈ ਪੁਰਾਣ ਪੜ੍ਹਦਾ ਤਾਂ ਧਾਰਮਿਕ ਜਿਹੜੀਆਂ ਰਿਲੀਜੀਅਸ ਜਿਹੜੀਆਂ ਸਕ੍ਰਿਪਚਰਸ ਨੇ, ਕਹਿੰਦੇ ਕੋਈ ਤੇਰੇ ਨਾਮ ਦੀ ਮਾਲਾ ਲੈ ਕੇ ਜਪਦਾ ਹੈ, ਕੋਈ ਕਿਸੇ ਧਿਆਨ ਦੇ ਵਿੱਚ ਬੈਠਾ ਕਿਸੇ ਦੇਵਤੇ ਦੇ ਨਾਲ ਲੱਗ ਕੇ। ਪਰ ਕਹਿੰਦੇ ਮੇਰਾ ਇਹ ਮਾਰਗ ਨਹੀਂ ਹੈ। ਕਹਿੰਦੇ ਮੇਰਾ ਤਾਂ ਕਹਿੰਦੇ ਹੇ ਵਾਹਿਗੁਰੂ ਜੀ, ਮੈਂ ਤਾਂ ਮੈਨੂੰ ਤਾਂ ਸਮਝ ਨਹੀਂ ਵੀ ਮੇਰੇ ਜੇ ਤੇਰੇ ਨਾਲ ਮੈਂ ਨਾ ਜੁੜਿਆ ਤੇਰੇ ਨਾਮ ਤੋਂ ਬਿਨਾਂ, ਮੇਰੀ ਤਾਂ ਜਿਹੜੀ ਜ਼ਿੰਦਗੀ ਦੀ ਆਤਮਿਕ ਅਵਸਥਾ ਉਹ ਬੜੀ ਨੀਵੀਂ ਹੋ ਜਾਂਦੀ ਹੈ। ਸੋ ਤੇਰਾ ਨਾਮ ਹੀ ਮੇਰੇ ਲਈ ਸਭ ਕੁਝ ਹੈ। ਪਰ ਨਾਲ ਅੱਗੇ ਕਹਿ ਰਹੇ ਨੇ ਕਿ ਵੀ ਇਹ ਬਖਸ਼ਣਹਾਰ ਤੂੰ ਆ, ਵੀ ਮੈਂ ਤਾਂ ਅਗਿਆਨੀ ਆ, ਹਮ ਅਗਿਆਨ ਸ਼ਰਨ ਪ੍ਰਭ ਤੇਰੀ ਵਾਹਿਗੁਰੂ ਜੀ ਸ਼ਰਨ ਆਇਆ, ਕਰ ਕਿਰਪਾ ਰੱਖੋ ਮੇਰੀ ਲਾਜ ਪਤੇ। ਵੀ ਮੈਂ ਤੇਰੀ ਸ਼ਰਨ ਦੇ ਮੈਨੂੰ ਰਾਜ। ਆਖਰ ਦੀਆਂ ਤੁਕਾਂ ਦੇ ਵਿੱਚ ਵੀ ਐਵੇਂ ਹੀ ਆ ਵੀ ਸੱਚੇ ਪਾਤਸ਼ਾਹ ਤੂੰ ਆਪਦਾ ਨਾਮਦਾਨ ਹੀ ਮੈਨੂੰ ਬਖਸ਼ ਤਾਂ ਕਿ ਮੇਰਾ ਪਾਰ ਉਤਾਰਾ ਹੋ ਸਕੇ। ਸੋ ਦੂਜਿਆਂ ਦੇ ਨਾਲੋਂ ਨਾਲ ਆਪਦੀ ਵਿਲੱਖਣਤਾ ਵੀ ਮਹਾਰਾਜ ਨੇ ਦਰਸਾਤੀ, ਨਾਲ ਦੱਸ ਕੇ ਵਿਚਾਰ ਕੇ। ਹੁਣ ਸਿੱਧ ਗੋਸ਼ਟ ਲੈ ਲਓ, ਸੇਮ ਥਿੰਗ। ਸਿੱਧ ਗੋਸ਼ਟ ਦੇ ਵਿੱਚ ਕੀ ਆ, ਉਹਨਾਂ ਨੇ ਕਿਹਾ ਹੈ ਇਹ ਤਾਂ ਕੱਲ ਦਾ ਮੁੰਡਾ ਨਾਨਕ ਆ, ਛੋਟਾ ਜਿਹਾ ਬੱਚਾ, ਤੇ ਉਹਨੂੰ ਇਸ ਤਰ੍ਹਾਂ ਹੀ ਕਹਿੰਦੇ ਨੇ ਬਾਲੇ ਨਾਨਕ ਕਹਿ ਕੇ ਹੀ ਪੁਕਾਰਦੇ ਨੇ ਉਹਨੂੰ। ਤੇ ਜਦੋਂ ਗੋਸ਼ਟਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਕਿਸਨੇ ਔਖੇ ਸਵਾਲ ਪੁੱਛਦੇ ਨੇ। ਪਰ ਮੇਰੇ ਮਹਾਰਾਜ ਜੀ ਜਿਨ੍ਹਾਂ ਦਾ ਜ਼ਿੰਦਗੀ ਦਾ ਇੰਨਾ ਉੱਚਾ ਸੁੱਚਾ ਤਜਰਬਾ ਸੀ, ਉਹਨਾਂ ਨੇ ਕਮਾਲ ਕਰਤੀ ਕਿ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੇ ਵੱਡੇ ਸਿੱਧ ਜੋਗੀ ਜਿਹੜੇ ਸੀਗੇ ਉਹ ਵੀ ਮਹਾਰਾਜ ਦੇ ਚਰਨਾਂ ਤੇ ਆ ਠੱਠੇ ਵੀ ਹੈ ਵੀ ਇਹ ਦੇਖਣ ਨੂੰ ਉਮਰ ਦਾ ਛੋਟਾ ਲੇਕਿਨ ਇਹ ਅਕਲ ਦੇ ਵਿੱਚ ਬਹੁਤ ਵੱਡਾ ਹੈ। ਇਹ ਤਾਂ ਕੋਈ ਵਾਕਿਆ ਹੀ ਕੋਈ ਪੀਰ ਪੈਗੰਬਰ ਹੈ ਜਿਨ੍ਹਾਂ ਜਿੱਥੇ ਤੱਕ ਉਹਨਾਂ ਦੀ ਵੀ ਸੋਚ ਨਹੀਂ ਸੀ ਪਹੁੰਚੀ, ਮਹਾਰਾਜ ਨੇ ਉਹਨਾਂ ਦੀ ਸੋਚ ਦੀਆਂ ਵੀ ਆਤਮਿਕ ਤੌਰ ਤੇ ਉਡਾਰੀਆਂ ਇੰਨੀਆਂ ਉੱਚੀਆਂ ਲਵਾਤੀਆਂ, ਉਹ ਵੀ ਮਹਾਰਾਜ ਦਾ ਚਰਨਾਂ ਤੇ ਅੱਡ ਗਏ। ਬਸ ਆਹੀ ਗੁਰੂ ਨਾਨਕ ਦਾ ਧਰਮ ਆ, ਆਹੀ ਗੁਰੂ ਨਾਨਕ ਦੀ ਸਾਂਝੀ ਵਾਲਤਾ ਹੈ। ਵਿਚਾਰ ਦੇ ਨਾਲ, ਪਿਆਰ ਦੇ ਨਾਲ, ਉਪਦੇਸ਼ ਦੇ ਨਾਲ। ਅਸੀਂ ਤਾਂ ਇੱਥੇ ਠਾਹ ਸੋਟੇ ਮਾਰਦੇ ਹਾਂ ਤੇ ਮਰਨ ਮਾਰਨ ਤੱਕ ਜਾਂਦੇ ਹਾਂ, ਲੜਾਈਆਂ ਕਰਦੇ ਹਾਂ, ਉਸ ਤਰ੍ਹਾਂ ਕਰਦੇ ਹਾਂ। ਮਾਂ ਭਾਈ ਮਾਲਕ ਨੇ ਸਾਡੇ ਪਾਤਸ਼ਾਹ ਨੇ ਇਹ ਤਰੀਕਾ ਨਹੀਂ ਦਿਖਾਇਆ ਸਾਨੂੰ, ਤਾਂ ਤਰੀਕਾ ਉਹਨੇ ਪਿਆਰ ਸੱਚ ਉਪਦੇਸ਼ ਦੇ ਕੇ ਯਾਦ ਦੇ ਕੇ ਕਿ ਯੂਨੀਕ ਉਹਨਾਂ ਦਾ ਪਰਸਪੈਕਟਿਵ ਸੀ। ਜਿਹੜੇ ਅਸਥਾਨਾਂ ਤੇ ਜੋ ਕੁਛ ਕਰਨ ਤੇ ਜਿੱਥੇ ਅਸੀਂ ਬੱਚਿਆਂ ਨੂੰ ਜਾਂ ਆਪ ਅਸੀਂ ਡਰਦੇ ਹਾਂ ਜਾਂ ਨਹੀਂ ਕਰਦੇ, ਉਹਨਾਂ ਦੇ ਧਾਰਮਿਕ ਤੇ ਦੂਜੇ ਰਾਜਸੀ ਅਸਥਾਨਾਂ ਤੇ ਜਾ ਕੇ ਕਿਵੇਂ ਆਪਣੇ ਅਲੌਕਿਕ ਤਰੀਕੇ ਨਾਲ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਨੇ, ਕਿਵੇਂ ਆਪਦੇ ਪਿੱਛੇ ਲਾਉਂਦੇ ਨੇ, ਕਿਵੇਂ ਕਰਦੇ ਨੇ। ਇਟਸ ਜਸਟ ਅਮੇਜ਼ਿੰਗ। ਸਾਰਾ ਸੰਸਾਰ ਉਲਟਾ, ਪਰ ਮਹਾਰਾਜ ਦੇ ਮਨ ਚ ਮਿਸ਼ਨ ਸੀ। ਮਿਸ਼ਨ ਕੀ ਸੀ? ਕਹਿੰਦੇ ਬਾਬਾ ਦੇਖਿਆ ਧਿਆਨ ਤਰ ਜਲਤੀ ਥਰ ਪ੍ਰਿਥਵੀ ਤੇ। ਉਹ ਤਰਸ ਦੇ ਵਿੱਚੋਂ ਨਿਕਲੀ ਹੋਈ ਰੂਹ ਸੀ, ਮੈਂ ਜੱਗ ਨੂੰ ਤਾਰਨਾ, ਇਹਦਾ ਪਾਰ ਉਤਾਰਾ ਕਰਨਾ। ਆਈ ਥਿੰਕ ਇਹ ਮੇਰੇ ਪਾਤਸ਼ਾਹ ਸੀ। ਅਗਲੇ ਹਫਤੇ ਵੀ ਵਿਲ ਕਵਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਲਾਈਫ ਲੈਗੇਸੀ, ਉਹਨਾਂ ਦੇ ਵਿੱਚ ਜਿਹੜੀ ਸਾਂਝੀ ਵਾਲਤਾ ਦਾ ਉਪਦੇਸ਼, ਸੱਚ ਦਾ, ਪ੍ਰੇਮ ਦਾ, ਤੇ ਉਹਦੇ ਵਿੱਚੋਂ ਹੀ ਸਾਂਝੀ ਵਾਲਤਾ ਦੇ ਨਾਲ ਨਾਲ ਜਿਹੜਾ ਸਰਬੱਤ ਦੇ ਭਲੇ ਵਾਲਾ ਜਿਹੜਾ ਹੈ ਉਹਨੂੰ ਅਸੀਂ ਅਗਲੇ ਹਫਤੇ ਕਵਰ ਕਰਾਂਗੇ। ਸਰਦਾਰ ਮੇਘਰਾਜ ਸਿੰਘ ਜੀ, ਤੁਸੀਂ ਐਂਡ ਦੇ ਵਿੱਚ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੇ ਮਿੱਠੇ ਵਿਚਾਰ ਹੋ ਰਹੇ ਹੈ, ਹੁਣ ਮੈਂ ਕਿਹੜੇ ਵਿਚਾਰ ਰੱਖूं? मतलब सब के सब इतने महान विचार, इतने मिठे लफ्ज़ां ਵਿੱਚ बोल रहे हो कि मैं तो ਤੁਹਾਡਾ ਧੰਨਵਾਦ ਹੀ ਕਰ ਸਕਦਾ। ਦੇਖੋ ਗੁਰੂ ਸਾਹਿਬ ਨੇ ਸਿੱਧੀ ਗੱਲ ਕਹੀ ਵੀ ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹੁਣ ਲਿਵ ਕਿਸ ਬੰਦੇ ਕੇ ਲੱਗ ਸਕਦੀ? ਇਸ ਸੰਸਾਰ ਜਿਹੜਾ ਹੈ ਨਾ, ਮਤਲਬ ਭੰਬਲ ਭੁੱਸੇ ਚ ਪਿਆ, ਦੁਬਿਧਾ ਵਿੱਚ ਪਿਆ ਹੈ ਸਾਰਾ ਸਾਰੇ तकरीबन। मैं एक आर्टिकल में लिखा है इसके ऊपर कि पूरे विश्व के अंदर तकरीबन 1% बंदे हैं ਜਿਹੜੇ ਬੰਦੇ ਸੱਚ ਬੋਲਦੇ ਹੈ, ਇਮਾਨਦਾਰੀ ਨਾਲ ਕਰਦੇ ਕੰਮ। ਜਿਹੜੇ 9% ਬੰਦੇ ਨੇ ਉਹ ਤਕਰੀਬਨ ਝੂਠ ਬੋਲਦੇ। ਉਹਨਾਂ ਕੋਲ ਤਾਕਤ ਬਹੁਤ ਜ਼ਿਆਦਾ, ਮੀਡੀਆ ਹੈ, ਸਭ ਕੁਝ ਉਹਨਾਂ ਕੋਲ ਹੈ।
ਲੇਕਿਨ ਜਿਹੜੇ 90% ਬੰਦੇ ਨੇ ਉਹ ਬੰਦੇ ਭੰਬਲ ਭੁੱਸੇ ਪਏ, ਕਦੇ ਝੂਠ ਬੋਲਦੇ, ਕਦੇ ਸੱਚ ਬੋਲਦੇ, ਕਦੇ ਝੂਠ ਬੋਲਦੇ। ਜਿਹੜਾ ਬੰਦਾ ਸੱਚ ਤੇ ਝੂਠ ਬੋਲਦਾ ਨਾ, ਇਹ ਕਨਫਿਊਜ਼ ਹੁੰਦਾ ਬੰਦਾ, ਉਹ ਇੱਕ ਪੈਰ ਅੱਗੇ ਚੱਲਦਾ, ਇੱਕ ਕਦਮ ਪਿੱਛੇ ਚੱਲਦਾ, ਤੇ ਉਹਦੇ ਅੰਦਰ ਲੀਵ ਲੱਗ ਹੀ ਨਹੀਂ ਸਕਦੀ। ਜਿਹੜਾ ਝੂਠਾ ਬੰਦਾ ਉਹ ਵੀ ਲੀਵ ਲਗਾ ਸਕਦਾ, ਤੇ ਜਿਹੜੇ 1% ਨੇ ਪਰਸੈਂਟ ਉਹੀ ਲੀਵ ਲਗਾ ਸਕਦੇ, ਉਹੀ ਫੈਸਲਾ ਕਰ ਸਕਦੇ, ਉਹੀ ਚੰਗੇ ਬਣ ਸਕਦੇ, ਉਹੀ ਪਿਆਰ ਬਣ ਸਕਦੇ। ਤਾਂ ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਗੁਰੂ ਨਾਨਕ ਕੀ ਬਾਣੀ ਉਹੀ ਸਮਝ ਸਕਦਾ ਜਿਹਦੇ ਅੰਦਰ ਸੱਚ ਹੈ, ਈਮਾਨਦਾਰੀ ਹੈ। ਹੁਣ ਤੁਸੀਂ ਅੰਦਾਜ਼ਾ ਲਗਾਓ ਕਿੰਨੇ ਬੰਦੇ ਸੱਚ ਬੋਲਦੇ, ਤੇ ਸੱਚੀ ਬਾਣੀ ਨੂੰ ਸਿਰਫ ਸੱਚੇ ਬੰਦੇ ਸਮਝ ਸਕਦੇ, ਉਹਨਾਂ ਦਾ ਅੰਦਰ ਪਿਆਰ ਜਾਗ ਸਕਦਾ ਤੇ ਉਹਨਾਂ ਦਾ ਹੀ ਭਲਾ ਹੋ ਸਕਦਾ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੀ ਕਨਕਲੂਡ ਕਰਾਂਗੇ ਇਹਦੇ ਵਿੱਚ। ਤੁਸੀਂ ਦੇਖੋ ਜਿਸ ਤੇ ਕਿ ਮਹਾਰਾਜ ਦਾ ਸ਼ਬਦ ਹੁੰਦਾ, ਗੁਰੂ ਨਾਨਕ ਪਾਤਸ਼ਾਹ ਦਾ ਹੀ ਅਗਲੇ ਹਫਤੇ ਕਵਰ ਕਰਾਂਗੇ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਉਹਦੇ ਵਿੱਚ ਹੀ ਮਹਾਰਾਜ ਕਹਿੰਦੇ ਨੇ ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡੜਿਆ। ਅਗਲੀ ਲਾਈਨ ਕੂੜ ਮਾਵਸ, ਕੂੜ ਦੀ ਰਾਤ ਪਈ ਹੋਈ ਹੈ ਹਨੇਰੀ, ਕੂੜ ਮਾਵਸ ਸੱਚ ਚੰਦਰਮਾ ਦੀਸਾ ਨਾ ਹੀ ਕਹਿ ਚੜਿਆ। ਕਹਿੰਦੇ ਚੜਿਆ ਹੀ ਨਹੀਂ। ਇਸੇ ਲਈ ਸੱਚ ਦਾ ਉਪਦੇਸ਼ ਸੀ ਮਹਾਰਾਜ ਨੇ ਸੱਚ ਵਾਲੇ ਪਾਸੇ ਲੋਕਾਂ ਨੂੰ ਲਾਇਆ, ਕਿਉਂਕਿ ਉੱਥੇ ਕੂੜ ਦਾ ਬੋਲਬਾਲਾ ਸੀ ਉਸ ਵੇਲੇ, ਕੂੜ ਪ੍ਰਧਾਨ ਸੀ ਜੋ ਅੱਜ ਵੀ ਆ। ਮਹਾਰਾਜ ਨੇ ਉੱਥੇ ਸੱਚ ਦਾ ਦੀਵਾ ਜਗਾਇਆ, ਸੱਚ ਦੇ ਮਾਰਗ ਤੇ ਸਿੱਖਾਂ ਨੂੰ ਲਾਇਆ ਤੇ ਲੁਕਾਈ ਨੂੰ ਲਾਇਆ, ਤਾਂ ਕਿ ਉਹਨਾਂ ਦਾ ਪਾਰਾ ਤਾਰਾ ਹੋ ਸਕੇ। ਸੋ ਅਗਲੇ ਹਫਤੇ ਵੀ ਵਿਲ ਕੰਟੀਨਿਊ ਇਸ ਟੌਪਿਕ ਨੂੰ, ਲੇਕਿਨ ਫੋਕਸ ਔਨ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦਿਹਾੜਾ ਜਿਹੜਾ ਹੈ, ਉਹਨਾਂ ਦਾ ਸੰਸਾਰ ਤੇ ਆਣਾ, ਉਹਨਾਂ ਦੀ ਲਾਈਫ ਐਂਡ ਲੈਗੇਸੀ, ਤੇ ਉਹਦੇ ਤੇ ਫੋਕਸਿੰਗ ਔਨ ਜਿਹੜੇ ਉਹਨਾਂ ਦੇ ਜਿਹੜੇ ਉਪਦੇਸ਼ ਨੇ, ਜਿਹੜੇ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਕਿਵੇਂ ਜੀਵਨ ਦੇ ਵਿੱਚ ਉਹਨਾਂ ਤੋਂ ਸਿੱਖਿਆ ਲੈ ਕੇ, ਪ੍ਰੇਰਨਾ ਲੈ ਕੇ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਤੇ ਆਲੇ ਦੁਆਲੇ ਨੂੰ ਸੁਧਾਰ ਕਰ ਸਕਦੇ ਹਾਂ ਤੇ ਪਰਿਵਰਤਨ ਲਿਆ ਸਕਦੇ ਹਾਂ। ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆਂਦੀ, ਇਹਦੇ ਵਿੱਚ ਜਿੰਨੇ ਵੀ ਸਪੀਕਰ ਸੀਗੇ, ਜੋ ਵੀ ਬੋਲੇ ਆ, ਸਾਰਿਆਂ ਦੇ ਵਿਚਾਰ ਆਪੋ ਆਪਣੇ ਆ। ਦਿਸ ਇਜ਼ ਨਾਟ ਏ ਪਬਲਿਕ ਅਫੀਸ਼ੀਅਲ ਪਾਲਿਸੀ ਆਫ ਵਾਇਸ ਆਫ ਮਾਨਵਤਾ ਗਰੁੱਪ ਦੀ। ਤੇ ਜੋ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਬੈਠੇ ਤੁਸੀਂ ਜਿਹੜੇ ਸੁਣ ਰਹੇ ਹੋ, ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ। ਤੇ ਨੈਕਸਟ ਵੀਕ ਤੁਹਾਨੂੰ ਮਿਲਾਂਗੇ ਜੀ ਅਸੀਂ। ਤੇ ਫੀਲ ਫ੍ਰੀ ਟੂ ਗਿਵ ਯੂਰ ਸੁਜੈਸ਼ਨਸ, support and advice to Sir Meghraj Singh ji, who's coordinating this program. ਭੁੱਲਾਂ ਚੱਕਰਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।